ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਸਟੈਪ ਬੈਕ ਕਰਨਾ ਪਿਆ। ਉਹ ਕਹਿੰਦੇ ਕਿ ਰਿਪੋਰਟਰਸ ਦਾ ਜਵਾਬ ਨਹੀਂ ਦੇ ਸਕੇ ਵਿਨੀਪੈਗ ਦੇ ਵਿੱਚ। ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਜਿੱਥੇ ਕਿ ਚਾਈਨਾ ਦੇ ਪ੍ਰਾਈਮ ਮਿਨਿਸਟਰ ਜੋ ਹਨ ਇੱਕ ਤਰੀਕੇ ਨਾਲ ਮਜ਼ਾਕ ਕਰ ਰਹੇ ਨੇ ਜਸਟਿਨ ਟਰੂਡੋ ਸਾਹਿਬ ਦਾ। ਤੇ ਪਾਰਲੀਮੈਂਟ ਵਿੱਚ ਵੀ ਜਦੋਂ ਇਹ ਸਵਾਲ ਪੁੱਛੇ ਜਾ ਰਹੇ ਨੇ ਚਾਈਨੀਜ਼ ਇੰਟਰਫੇਰੈਂਸ ਬਾਰੇ ਜਾਂ ਕੋਈ ਹੋਰ ਮੁੱਦੇ ਦੇ ਉੱਤੇ ਤਾਂ ਪ੍ਰਧਾਨ ਮੰਤਰੀ ਬਜਾਏ ਕਿ ਡਾਇਰੈਕਟਲੀ ਉਸ ਦਾ ਜਵਾਬ ਦੇਣ ਉਹ ਟਾਲ ਮਟੋਲ ਕਰਦੇ ਨੇ। ਚਾਈਨੀਜ਼ ਮੂਲ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ। ਜਸਟਿਨ ਟਰੂਡੋ ਆਪ ਵੀ ਐਡਮਿਟ ਕਰ ਰਹੇ ਨੇ ਅੱਜ ਕਿ ਸੋ ਜੇਕਰ ਇਨਫਲੂਐਂਸ ਹੋਇਆ ਵੀਚੈਟ ਦੇ ਰਾਹੀਂ ਆਮ ਜਨਤਾ ਦੇ ਉੱਤੇ ਤੇ ਉਹਨਾਂ ਨੇ ਵੋਟਾਂ ਪਾਉਣ ਜਾਣਾ ਸੀ, ਕੋਈ ਚਾਈਨੀਜ਼ ਗਵਰਨਮੈਂਟ ਦੇ ਕਰਿੰਦਿਆਂ ਨੇ ਤੇ ਵੋਟਾਂ ਪਾਉਣ ਆਉਣਾ ਨਹੀਂ ਸੀ। ਸੋ ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਸਾਹਿਬ ਇੱਕ ਹਾਸੋਹੀਣੀ ਗੱਲ ਕਰ ਰਹੇ ਨੇ। ਕਿ ਇੱਕ ਪਾਸੇ ਐਡਮਿਟ ਕਰ ਰਹੇ ਨੇ ਕਿ ਜੀ ਇੰਟਰਫੇਰੈਂਸ ਹੋਈ ਪਰ ਇਸ ਦਾ ਰਿਜ਼ਲਟ ਜੋ ਹੈ ਉਹ ਕਹਿੰਦੇ ਨੇ ਜੀ ਉਹ ਵੋਟਿੰਗ ਪ੍ਰੋਸੈਸ ਤੇ ਨਹੀਂ ਪਿਆ। ਇਹ ਮੰਨਣ ਨੂੰ ਮੈਂ ਤਿਆਰ ਨਹੀਂ ਹੈਗਾ। 64 ਮੈਕਸੀਕਨ ਉਹਨਾਂ ਨੇ ਮਾਈਗ੍ਰੈਂਟਸ ਜਿਹੜੇ ਐਕਸਪਲੋਇਟ ਕੀਤੇ ਜਾਂਦੇ ਸੀਗੇ ਏਜੰਟਸ ਵੱਲੋਂ ਇੰਟਰਨੈਸ਼ਨਲੀ ਲੇਬਰ ਟ੍ਰੈਫਿਕਿੰਗ ਰਿੰਗ ਐਂਡ ਲਿਵਿੰਗ ਇਨ ਡੈਪਲੋਰੇਬਲ ਕੰਡੀਸ਼ਨਸ ਉਹਨਾਂ ਨੇ ਫੜਿਆ ਹੈਗਾ ਜੀ। ਤੇ ਬਹੁਤ ਹੀ ਜ਼ਿਆਦਾ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਉਹਨਾਂ ਨੇ ਸ਼ੇਅਰ ਕੀਤੀਆਂ ਨੇ ਕਿ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇਹਨੂੰ ਕਿਹਾ ਜਾਂਦਾ ਹੈ ਕਿ ਡੌਂਕੀ ਲਾਉਣੀ ਹੈ ਜੀ। ਸੋ ਪੰਜਾਬ ਤੋਂ ਬੰਦਾ ਚੱਲਦਾ ਹੈ ਜੀ, ਕਦੇ ਸਿੰਗਾਪੁਰ, ਕਦੇ ਪਨਾਮਾ, ਵੀਅਤਨਾਮ, ਪਤਾ ਨਹੀਂ ਕਿੱਥੇ ਕਿੱਥੇ ਹੁੰਦਾ, ਉਹ ਅਮਰੀਕਾ ਜਾਂ ਕੈਨੇਡਾ ਪਹੁੰਚਦਾ ਹੈ। ਕਈ ਮੈਕਸੀਕੋ ਦੀ ਕੰਧ ਤਾਂ ਪੰਜਾਬੀ ਗੀਤਾਂ ਦੇ ਵਿੱਚ ਵੀ ਬਹੁਤ ਮਸ਼ਹੂਰ ਹੋ ਚੁੱਕੀ ਹੈ ਜੀ ਕਿ ਮੈਕਸੀਕੋ ਦੀ ਕੰਧ ਟਪਾ ਦਿਓ। ਇਹ ਵਰਕਰਸ ਜਿਹੜੇ ਆਉਂਦੇ ਨੇ ਜੀ ਵਰਕ ਪਰਮਿਟ ਤੇ ਮੋਸਟ ਪ੍ਰੋਬਬਲੀ ਆਉਂਦੇ ਨੇ, ਟੈਂਪਰੇਰੀ ਵਰਕਰਸ ਅਸੀਂ ਇਹਨਾਂ ਨੂੰ ਕਹੀਦਾ ਹੈ। ਖਾਸ ਤੌਰ ਉੱਤੇ ਫਾਰਮਰਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਲੋੜ ਹੁੰਦੀ ਹੈ ਵਰਕਰਸ ਦੀ। ਸੋ ਇਸ ਕਰਕੇ ਮੈਕਸੀਕੋ ਤੋਂ ਤਾਂ ਹੋਰ ਮੁਲਕਾਂ ਤੋਂ ਵੀ ਲਿਆਏ ਜਾਂਦੇ ਨੇ, ਭਾਰਤ ਤੋਂ ਵੀ ਆਉਂਦੇ ਹੈਗੇ ਨੇ। ਇਸ ਸੋਚ ਨਾਲ ਆਉਂਦੇ ਨੇ ਕਿ ਚਲੋ ਕੁਝ ਪੈਸੇ ਤਾਂ ਅਸੀਂ ਕਮਾ ਰਹੇ ਹਾਂ ਤੇ ਜੋ ਆਪਣੇ ਮੁਲਕ 'ਚ ਕਮਾ ਰਹੇ ਉਸ ਨਾਲੋਂ ਤਾਂ ਕਿਤੇ ਜ਼ਿਆਦਾ ਹੈਗੇ ਨੇ। ਇਸ ਕਰਕੇ ਉਹ ਵੱਧ ਕੰਮ ਵੀ ਕਰਦੇ ਨੇ। ਜਿਹੋ ਜਿਹੇ ਵੀ ਹਾਲਾਤ 'ਚ ਉਹਨਾਂ ਨੂੰ ਰੱਖਿਆ ਜਾਂਦਾ ਉੱਥੇ ਉਹ ਸਹਿੰਦੇ ਨੇ ਉਸ ਚੀਜ਼ ਨੂੰ। ਇਮੀਗ੍ਰੇਸ਼ਨ ਬੰਦ ਨਹੀਂ ਹੋਏਗੀ ਪਰ ਚੇਂਜਸ ਜ਼ਰੂਰ ਆਉਣਗੇ ਜਿਹਦੇ ਨਾਲ ਕਿ ਇੱਥੇ ਬੱਚੇ ਵੀ ਆਉਣ, ਇਮੀਗ੍ਰੈਂਟਸ ਵੀ ਆਉਣ, ਪਰਮਾਨੈਂਟ ਰੈਜ਼ੀਡੈਂਟਸ ਵੀ ਆਉਣ, ਟੈਂਪਰੇਰੀ ਵਰਕਰਸ ਵੀ ਆਉਣ। ਮਿਨਿਸਟਰ ਨਾਲ ਕਿਤੇ ਮਿਲਣੀ ਹੋਈ ਸੀਗੀ ਜੀ ਇੱਥੇ ਓਨਟਾਰੀਓ ਸਾਈਡ ਤੇ, ਤਾਂ ਉਹਨਾਂ ਨੂੰ ਜਦੋਂ ਮੈਂ ਇਹ ਗੱਲ ਕਹੀ ਕਿ ਜੀ ਇੰਨੇ ਸਟੂਡੈਂਟਸ ਆਉਂਦੇ ਨੇ ਪਰ ਇਸ ਚੀਜ਼ ਦੀ ਤੁਹਾਨੂੰ ਕਮੀ ਨਹੀਂ ਲੱਗਦੀ, ਔਰ ਉਹ ਮਿਨਿਸਟਰ ਨੇ ਐਕਸੈਪਟ ਕੀਤਾ ਕਿ ਰਵਿੰਦਰ ਇਹ ਕਮੀ ਜ਼ਰੂਰ ਹੈਗੀ। ਜੀ ਬਿਲਕੁਲ ਰਵਿੰਦਰ ਜੀ, ਇਹ ਇੱਕ ਪੱਖ ਹੈਗਾ ਜਿਸ ਦੇ ਉੱਤੇ ਧਿਆਨ ਦੇਣ ਦੀ ਲੋੜ ਹੈਗੀ ਕਿ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਦਰਸ਼ਕੋ, ਅੱਜ ਬਹੁਤ ਹੀ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਕੈਨੇਡਾ ਨਾਓ ਦੇ ਵਿੱਚ। ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਗਤੀਵਿਧੀਆਂ ਹੋ ਰਹੀਆਂ ਨੇ, ਬਹੁਤ ਹਲਚਲ ਹੋ ਰਹੀ ਹੈ ਤੇ ਪੋਲੀਟੀਕਲ ਸਿਸਟਮ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਇੰਨੀ ਕਸ਼ਮਕਸ਼ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਇਲੈਕਸ਼ਨਸ ਨੇੜੇ ਨੇ। ਤੇ ਸਾਡੇ ਨਾਲ ਮਾਹਰ ਪੋਲੀਟਿਕਸ ਦੇ ਤੇ ਕੈਨੇਡੀਅਨ ਨਿਊਜ਼ ਮੀਡੀਆ ਦੇ ਮਾਹਰ ਸਰਦਾਰ ਹਰਪ੍ਰੀਤ ਸਿੰਘ ਹੋਣੀ ਮੌਜੂਦ ਨੇ ਜੀ ਸਰੀ ਸਟੂਡੀਓ ਦੇ ਵਿੱਚੋਂ, ਤੇ ਮੈਂ ਰਵਿੰਦਰ ਆਲੂਵਾਲੀਆ ਬ੍ਰੈਂਪਟਨ ਸਟੂਡੀਓ ਦੇ ਵਿੱਚੋਂ ਤੁਹਾਡੇ ਰੂਬਰੂ ਹੋ ਰਿਹਾ ਹਾਂ। ਤੋ ਗੱਲਬਾਤ ਅੱਜ ਇਮੀਗ੍ਰੇਸ਼ਨ ਪਾਲਿਸੀ ਦੀ ਕਰਾਂਗੇ ਜੀ, ਪੋਲੀਟੀਕਲ ਹਲਚਲ ਦੀ ਕਰਾਂਗੇ ਕਿਉਂਕਿ ਕੰਜ਼ਰਵੇਟਿਵ ਤੇ ਲਿਬਰਲਸ ਦੇ ਵਿੱਚ ਬਹੁਤ ਜ਼ਿਆਦਾ ਜੰਗ ਛਿੜ ਚੁੱਕੀ ਹੈ। ਇੱਕ ਦੂਜੇ ਦੇ ਉੱਤੇ ਤਾਨਾਤਨੀ ਕਸੀ ਜਾ ਰਹੇ ਨੇ ਲੀਡਰ। ਤੇ ਅੱਜ ਹੀ ਸਾਡੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੂੰ ਵਿਨੀਪੈਗ ਦੇ ਵਿੱਚ ਇੱਕ ਚਾਈਲਡ ਕੇਅਰ ਪ੍ਰੋਗਰਾਮ ਦੇ ਵਿੱਚ ਗਏ ਸੀ। ਉੱਥੇ ਪੱਤਰਕਾਰਾਂ ਨੇ ਪੁੱਛਣਾ ਸ਼ੁਰੂ ਕੀਤਾ ਕਿ ਤੁਸੀਂ ਇਹ ਦੱਸੋ ਕਿ ਚਾਈਨੀਜ਼ ਇੰਟਰਫੇਰੈਂਸ ਦੇ ਉੱਤੇ ਕਿਉਂ ਨਹੀਂ ਕੋਈ ਪ੍ਰੋਪਰ ਹੋ ਰਹੀ। ਤਾਂ ਮੀਡੀਆ ਦੇ ਵਿੱਚ ਇਹ ਲਿਖ ਕੇ ਆ ਰਿਹਾ ਆ ਕਿ ਉਹ ਕੁਐਸਚਨਸ ਤੋਂ ਭੱਜਦੇ ਨਜ਼ਰ ਆਏ। ਇਹਦੇ ਉੱਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ, ਤੋਂ ਬਾਅਦ ਇਮੀਗ੍ਰੇਸ਼ਨ ਪਾਲਿਸੀ ਤੇ ਹੋਰ ਗੱਲਾਂ ਦੇ ਉੱਤੇ ਚਰਚਾ ਕਰਾਂਗੇ। ਜੀ ਹਰਪ੍ਰੀਤ ਜੀ, ਬਹੁਤ ਸਵਾਗਤ ਹੈ ਜੀ ਤੁਹਾਡਾ। ਜੀ ਰਵਿੰਦਰ ਜੀ, ਬਹੁਤ ਬਹੁਤ ਧੰਨਵਾਦ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਕਿ ਉਹ ਪ੍ਰੋਗਰਾਮਸ ਨਾਲ ਜੁੜਦੇ ਹੈਗੇ ਨੇ। ਥੈਂਕ ਯੂ ਫॉर ਯਰ ਟਾਈਮ। ਹਰਪ੍ਰੀਤ ਜੀ, ਤੁਸੀਂ ਬੜੀ ਬਰੀਕੀ ਨਾਲ ਨਜ਼ਰ ਰੱਖਦੇ ਹੋ ਹਰ ਮੂਵਮੈਂਟ ਦੇ ਉੱਤੇ, ਹਰ
ਪੋਲੀਟੀਕਲ ਮੂਵਮੈਂਟ ਤੇ ਖਾਸ ਕਰ ਕੈਨੇਡਾ ਦੇ ਔਰ ਲੰਮੇ ਚਿਰ ਤੋਂ ਜੁੜੇ ਹੋਏ ਹੋ ਤੁਸੀਂ, ਦਰਸ਼ਕਾਂ ਨੂੰ ਸਾਡਿਆਂ ਨੂੰ ਗਾਈਡ ਵੀ ਕਰਦੇ ਹੋ। ਅਸੀਂ ਅੱਜ ਕੰਜ਼ਰਵੇਟਿਵ ਤੇ ਲਿਬਰਲ ਪਾਰਟੀ ਦੇ ਬਾਰੇ ਗੱਲ ਕਰਾਂਗੇ, ਨਾਲ ਹੀ ਗੱਲ ਕਰਾਂਗੇ ਥੋੜੀ ਬਹੁਤ NDP ਬਾਰੇ ਤੇ ਇਹਨਾਂ ਦੇ ਵਿੱਚ ਕੀ ਇਹਨਾਂ ਦੀਆਂ ਪਾਲਿਸੀਜ਼ ਨੇ, ਕਿੱਦਾਂ ਇਹਨਾਂ ਦੀ ਗੱਲਬਾਤ ਹੁੰਦੀ ਹੈ, ਕਿਹੜੀ ਪਾਰਟੀ ਕਿਹੜੇ ਇਮੀਗ੍ਰੈਂਟਸ ਲਈ ਜਾਂ ਕਿਹੜੀ ਵਰਕ ਕਲਾਸ ਲਈ ਚੰਗੀ ਹੈ, ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਪਲੀਜ਼ ਝਾਤ ਪਾਇਓ ਜੀ। ਸਭ ਤੋਂ ਪਹਿਲਾਂ ਅਸੀਂ ਆ ਜਾਂਦੇ ਚਾਈਨੀਜ਼ ਇੰਟਰਫੇਰੈਂਸ ਤੇ, ਜਿਹੜੀ ਕਿ ਅੱਜ ਦੀ ਹੈਪਨਿੰਗ ਹੈ। ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ, ਉਹਨਾਂ ਨੂੰ ਸਟੈਪ ਬੈਕ ਕਰਨਾ ਪਿਆ। ਉਹ ਕਹਿੰਦੇ ਕਿ ਰਿਪੋਰਟਰਸ ਦਾ ਜਵਾਬ ਨਹੀਂ ਦੇ ਸਕੇ ਵਿਨੀਪੈਗ ਦੇ ਵਿੱਚ ਚਾਈਨੀਜ਼ ਇੰਟਰਫੇਰੈਂਸ ਨੂੰ ਲੈ ਕੇ ਇਲੈਕਸ਼ਨਸ, ਜਿਹੜਾ ਕਿ ਸਾਡੇ ਕੈਨੇਡੀਅਨ ਵੋਟਰਸ ਨੂੰ ਅੱਗੇ ਵੀ ਲੱਗ ਰਿਹਾ ਹੈ ਕਿ ਜੇ ਇੰਟਰਫੇਰੈਂਸ ਹੁੰਦੀ ਰਹੀ ਤਾਂ ਬਹੁਤ ਮੁਸ਼ਕਲ ਹੈ ਕੈਨੇਡਾ ਦੇ ਲਈ। ਜੀ ਬਿਲਕੁਲ ਜੀ ਰਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਚਾਈਨੀਜ਼ ਇੰਟਰਫੇਰੈਂਸ ਦੀ ਗੱਲ ਚੱਲ ਰਹੀ ਹੈ, ਇਸ ਤੋਂ ਪਹਿਲਾਂ ਅਸੀਂ ਪਿਛਲੇ ਹਫਤੇ ਡਿਸਕਸ਼ਨ ਕਰ ਰਹੇ ਸੀ ਜਿਹੜੇ ਚਾਈਨੀਜ਼ ਸੋ ਕਾਲਡ ਬਲੂਨਸ ਜਿਹੜੇ ਇੱਥੇ ਭੇਜੇ ਗਏ ਸਨ ਸਪਾਈਂਗ ਲਈ, ਤੇ ਉਸ ਤੋਂ ਬਾਅਦ ਕਹਿੰਦੇ ਨੇ ਜੀ ਉਹਨਾਂ ਨੂੰ ਉਡਾ ਦਿੱਤਾ ਗਿਆ ਤੇ ਕੁਝ ਪਤਾ ਹੀ ਨਹੀਂ ਚੱਲ ਰਿਹਾ ਹੈ ਕੀ ਸੀ, ਨਾ ਉਸ ਬਾਰੇ ਕੁਝ ਦੱਸਿਆ ਗਿਆ। ਬਹਰਹਾਲ ਤੁਹਾਨੂੰ ਯਾਦ ਹੋਵੇਗਾ ਕਿ ਸਾਡੇ ਪ੍ਰਧਾਨ ਮੰਤਰੀ ਇੱਕ ਇੰਟਰਨੈਸ਼ਨਲ ਮੀਟਿੰਗ 'ਚ ਗਏ ਸੀ ਤੇ ਉੱਥੇ ਇੱਕ ਬੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਜਿੱਥੇ ਕਿ ਚਾਈਨਾ ਦੇ ਪ੍ਰਾਈਮ ਮਿਨਿਸਟਰ ਜੋ ਹਨ ਇੱਕ ਤਰੀਕੇ ਨਾਲ ਮਜ਼ਾਕ ਕਰ ਰਹੇ ਨੇ ਜਸਟਿਨ ਟਰੂਡੋ ਸਾਹਿਬ ਦਾ, ਤੇ ਉੱਥੇ ਵੀ ਇਹ ਨਮੋਸ਼ੀ ਨਾਲ ਖਲੋਤੇ ਹੋਏ ਨੇ। ਤੇ ਪਾਰਲੀਮੈਂਟ ਵਿੱਚ ਵੀ ਜਦੋਂ ਇਹ ਸਵਾਲ ਪੁੱਛੇ ਜਾ ਰਹੇ ਨੇ ਚਾਈਨੀਜ਼ ਇੰਟਰਫੇਰੈਂਸ ਬਾਰੇ ਜਾਂ ਕੋਈ ਹੋਰ ਮੁੱਦੇ ਦੇ ਉੱਤੇ, ਤਾਂ ਪ੍ਰਧਾਨ ਮੰਤਰੀ ਬਜਾਏ ਕਿ ਡਾਇਰੈਕਟਲੀ ਉਸ ਦਾ ਜਵਾਬ ਦੇਣ, ਉਹ ਟਾਲ ਮਟੋਲ ਕਰਦੇ ਨੇ। ਤੇ ਅੱਜ ਵੀ ਵਿਨੀਪੈਗ ਦੇ ਵਿੱਚ ਪੱਤਰਕਾਰਾਂ ਨੇ ਜਦੋਂ ਪੁੱਛਿਆ ਇਹ ਸਵਾਲ ਤਾਂ ਉਹ ਥੋੜ੍ਹਾ ਜਿਹਾ ਲੜਖੜਾਏ ਉੱਥੇ, ਤੇ ਇਸ ਦੇ ਬਾਰੇ ਡਾਇਰੈਕਟ ਉਹਨਾਂ ਨੇ ਆਨਸਰ ਨਹੀਂ ਦਿੱਤਾ ਹੈਗਾ। ਵੈਲ ਇਹ ਹੁਣ ਪ੍ਰੂਵ ਹੋ ਚੁੱਕਿਆ ਹੈਗਾ ਕਿ 2021 ਦੀਆਂ ਇਲੈਕਸ਼ਨਸ ਦੇ ਵਿੱਚ ਚਾਈਨੀਜ਼ ਇੰਟਰਫੇਰੈਂਸ ਹੋਈ ਇੱਥੇ, ਤੇ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਜਿੱਥੇ ਜ਼ਿਆਦਾਤਰ ਚਾਈਨੀਜ਼ ਮੂਲ ਦੇ ਲੋਕ ਰਹਿੰਦੇ ਨੇ ਉੱਥੇ WeChat ਦੇ ਰਾਹੀਂ ਪ੍ਰਭਾਵਿਤ ਕੀਤਾ ਗਿਆ ਇਲੈਕਸ਼ਨ ਰਿਜ਼ਲਟਸ ਨੂੰ, ਲੋਕਾਂ ਦੇ ਵਿੱਚ ਇੱਕ ਖੌਫ ਫੈਲਾਇਆ ਗਿਆ ਕੰਜ਼ਰਵੇਟਿਵ ਪਾਰਟੀ ਬਾਰੇ, ਅਤੇ ਲੋਕ ਜਿਹੜੇ ਕਿ ਪਹਿਲਾਂ ਆਮ ਤੌਰ ਤੇ ਚਾਈਨੀਜ਼ ਕੰਜ਼ਰਵੇਟਿਵ ਪਾਰਟੀ ਨਾਲ ਜੁੜੇ ਹੋਏ ਸੀ ਉਹ ਲਿਬਰਲ ਪਾਰਟੀ ਨੂੰ ਉਹਨਾਂ ਨੇ ਵੋਟ ਪਾਈ। ਐਂਡ ਉਸ ਦਾ ਮੁੱਖ ਜਿਹੜਾ ਰਿਜ਼ਲਟ ਸੀ ਅਸੀਂ ਦੇਖਿਆ ਅੱਜ, ਇੱਕ ਉਮੀਦਵਾਰ ਜਿਹੜੇ ਰਿਚਮੰਡ ਤੋਂ ਹੈਗੇ ਨੇ ਚਾਈਨੀਜ਼ ਮੂਲ ਦੇ, ਇਹ ਹਾਰ ਗਏ ਸਨ। ਪਹਿਲਾਂ ਇਹ MP ਸਨ 2019 ਦੇ ਵਿੱਚ, 2021 ਦੇ ਵਿੱਚ ਹਾਰ ਗਏ ਕਿਉਂਕਿ ਜਦੋਂ ਇਹ ਇੰਟਰਫੇਰੈਂਸ ਦੀਆਂ ਗੱਲਾਂ ਉਸ ਸਮੇਂ ਬਾਹਰ ਕੱਢੀਆਂ ਗਈਆਂ ਕੋਈ ਮੰਨਣ ਨੂੰ ਤਿਆਰ ਨਹੀਂ ਸੀ। ਕੈਨੀ ਚੂ ਜੀ, ਕੈਨੀ ਚੂ ਬਿਲਕੁਲ ਐਬਸੋਲੂਟਲੀ ਵੈਸਟਰਨ ਰਿਚਮੰਡ ਤੋਂ ਐਬਸੋਲੂਟਲੀ ਕੈਨੀ ਚੂ ਨੇ ਇਹ ਗੱਲ ਕੀਤੀ ਹੈਗੀ ਹੈ ਕਿ ਜੀ ਇੰਟਰਫੇਰੈਂਸ ਜਿਹੜੀ ਹੈਗੀ ਹੈ ਉਹਨਾਂ ਨੇ ਉਸ ਸਮੇਂ ਵੀ ਕਿਹਾ ਸੀ ਲੇਕਿਨ ਕੋਈ ਸੁਣਵਾਈ ਨਾ ਹੋਈ। ਪਰ ਹੁਣ ਬਹਰਹਾਲ ਹੁਣ ਗੱਲ ਬਾਹਰ ਬਿੱਲੀ ਜਿਹੜੀ ਕਹਿੰਦੇ ਨੇ ਜੀ ਥੈਲੇ 'ਚੋਂ ਬਾਹਰ ਆ ਚੁੱਕੀ ਹੈ, ਪਰ ਸਾਡੀ ਸਰਕਾਰ ਜਿਹੜੀ ਹੈਗੀ ਇਸ ਉੱਤੇ ਕੋਈ ਬਹੁਤਾ ਕਦਮ ਚੁੱਕ ਨਹੀਂ ਰਹੀ, ਜਿਹੜਾ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਜਦੋਂ ਕਿ ਕੋਈ ਖਾਸ ਤੌਰ 'ਤੇ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਬਾਹਰਲਾ ਮੁਲਕ ਇੰਟਰਫੇਅਰ ਕਰੇ, ਉਹ ਕੋਈ ਵੀ ਮੁਲਕ ਬਰਦਾਸ਼ਤ ਨਹੀਂ ਕਰੇਗਾ। ਪਰ ਕੈਨੇਡਾ ਕਿਉਂ ਨਹੀਂ ਇਸ ਬਾਰੇ ਕੋਈ ਸਟਰੋਂਗ ਐਕਸ਼ਨ ਲੈ ਰਿਹਾ, ਇਹ ਹਰ ਇੱਕ ਕੋਈ ਹੈਰਾਨੀ ਵਿੱਚ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਕਿਉਂ ਨਹੀਂ ਇਸ ਉੱਤੇ ਕੋਈ ਠੋਸ ਕਦਮ ਚੁੱਕ ਰਹੇ ਹੈਗੇ। ਤਾਂ ਇਹ ਤਾਂ ਸਮਾਂ ਹੀ ਹੁਣ ਦੱਸੇਗਾ ਜੀ ਕਿ ਕੀ ਕੋਈ ਕਦਮ ਚੁੱਕਿਆ ਜਾਂਦਾ ਹੈ ਕਿ ਨਹੀਂ ਚੁੱਕਿਆ ਜਾਂਦਾ। ਪਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਸਾਡਾ ਜੋ ਹੈ ਇਮੇਜ ਉਸ ਨੂੰ ਬੜੀ ਸੱਟ ਵੱਜ ਰਹੀ ਹੈ। ਐਂਡ ਆਫ ਕੋਰਸ ਜਦੋਂ ਅਸੀਂ ਕੈਨੇਡਾ 'ਚ ਦੇਖਦੇ ਹਾਂ ਤਾਂ ਲੋਕ ਵੀ ਇਸ ਬਾਰੇ ਚਰਚਾਵਾਂ ਕਰ ਰਹੇ ਨੇ। ਜਿੱਥੇ ਗੱਲ ਤੁਸੀਂ ਕੀਤੀ ਜੀ ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਪਾਰਟੀ ਦੀ, ਇਸ ਸਮੇਂ ਜਦੋਂ ਪੋਲਿੰਗ ਚੱਲ ਰਹੀ, ਕਿਉਂਕਿ ਅਜੇ 2 ਸਾਲ ਰਹਿੰਦੇ ਹੈਗੇ ਨੇ ਇਲੈਕਸ਼ਨਸ ਦੇ ਵਿੱਚ, ਬਲਕਿ ਦੇਖਿਆ ਜਾਏ ਤਾਂ ਕਾਫੀ ਕਿਆਸ ਰਾਈਆਂ ਲੱਗ ਰਹੀਆਂ ਸੀ ਕਿ ਸਪਰਿੰਗ ਦੇ ਵਿੱਚ ਇਲੈਕਸ਼ਨ ਹੋ ਜਾਏਗੀ, ਲੇਕਿਨ ਜਦ ਤੱਕ ਜਗਮੀਤ ਸਿੰਘ ਸਪੋਰਟ ਕਰਦੇ ਰਹਿਣਗੇ ਲਿਬਰਲ ਪਾਰਟੀ ਨੂੰ ਤਦ ਤੱਕ ਸਰਕਾਰ ਜੋ ਹੈ ਇਹੀ ਰਹੇਗੀ। ਅਤੇ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਹਰਪ੍ਰੀਤ ਜੀ ਮਾਫ ਕਰਿਓ ਕਿਉਂਕਿ ਮੈਂ ਹਜੇ ਪਹਿਲਾਂ ਵਾਲੀ ਖਬਰ ਆ ਉਹਦੇ ਤੇ ਉਹਨੂੰ ਪਹਿਲਾਂ ਆਪਾਂ ਪੂਰੀ ਤਰ੍ਹਾਂ ਕੰਪਲੀਟ ਕਰ ਦਈਏ ਜੀ। ਜਿਹੜੇ ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ MP ਕੈਨੀ ਚੂ ਦੀ ਗੱਲ ਕੀਤੀ ਸੀਗੀ, ਉਹਨਾਂ ਦੀ ਇੱਕ ਬੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਕਹਿੰਦੇ ਮੈਂ ਲਾਅ ਇਨਫੋਰਸਮੈਂਟ ਬਾਡੀਜ਼ ਨੂੰ ਕੋਈ ਵੀ ਰਿਪੋਰਟ ਨਹੀਂ ਸੀ ਕੀਤੀ। ਬੀਇੰਗ ਐਨ MP ਉਹ ਰਿਪੋਰਟ ਕਰਨੋਂ ਡਰਦੇ ਸੀਗੇ। ਤੇ ਦੂਜੇ ਪਾਸੇ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਕਿ ਚਾਈਨੀਜ਼ ਮੂਲ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ। ਜਸਟਿਨ ਟਰੂਡੋ ਆਪ ਵੀ ਐਡਮਿਟ ਕਰ ਰਹੇ ਨੇ ਅੱਜ ਕਿ ਭਾਈ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦਾ, ਬਟ ਉਹ ਟੈਕਨੀਕਲੀ ਹੁੰਦਾ ਆ ਜਾਂ ਉਹ ਕਿਸ ਤਰੀਕੇ ਨਾਲ ਪ੍ਰਭਾਵਿਤ ਕਰਦੇ ਨੇ। ਪਰ ਜਿਹੜੇ ਚਾਈਨੀਜ਼ ਮੂਲ ਦੇ ਲੋਕ ਨੇ, ਟਰੂਡੋ ਕਹਿ ਰਹੇ ਨੇ ਕਿ ਉਹ ਜ਼ਰੂਰ ਪ੍ਰਭਾਵਿਤ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਅਦਰਵਾਈਜ਼ ਬੈਕ ਹੋਮ ਜਿਹੜਾ ਜਾ ਕੇ ਉੱਥੇ ਬਹੁਤ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਆ। ਤੇ ਇਹਦੇ ਨਾਲ ਹੀ ਉਹਨਾਂ ਨੇ ਅੱਜ ਇਹ ਗੱਲ ਕੀਤੀ ਸੀ ਕਿ ਪਬਲਿਕ ਸਰਵੈਂਟ ਮੌਰਿਸ ਰੋਜ਼ਨਬਰਗ ਦੀ ਰਿਪੋਰਟ ਜਿਹੜੀ ਇਸੇ ਹਫਤੇ ਰਿਲੀਜ਼ ਹੋਈ ਆ ਉਹਦੇ ਵਿੱਚ ਦੱਸਿਆ ਗਿਆ ਆ ਕਿ ਕੁਝ ਇੰਟਰਫੇਰੈਂਸ ਹੈਗੀਆਂ, ਪਰ ਉਹ ਰਿਜ਼ਲਟਸ ਨੂੰ ਕਹਿੰਦੇ ਇੰਪੈਕਟ ਨਹੀਂ ਕਰਦੇ। ਇਹਨੂੰ ਕਿਸ ਤਰੀਕੇ ਨਾਲ, ਕਿਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਜੀ ਇਸ ਗੱਲ ਨੂੰ? ਦੇਖੋ ਇਸ ਤਰ੍ਹਾਂ ਹੈਗਾ ਕਿ ਇੱਕ ਪਾਸੇ ਆਪ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਜੀ ਕੁਝ ਪੋਲੀਟੀਕਲ ਇੰਟਰਫੇਰੈਂਸ ਹੋਈ ਹੈਗੀ ਹੈ, ਐਂਡ ਆਫ ਕੋਰਸ ਜਿਹੜੀ ਉਸ ਸਮੇਂ ਦੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਹੈਗੇ ਸਨ ਉਹਨਾਂ ਦੇ ਸਟਰੋਂਗ ਸਟੈਂਸ ਹੈਗੇ ਸਨ ਅਗੇਂਸਟ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ।
ਸੋ ਜੇਕਰ ਇਨਫਲੂਐਂਸ ਹੋਇਆ ਵੀਚੈਟ ਦੇ ਰਾਹੀਂ ਆਮ ਜਨਤਾ ਦੇ ਉੱਤੇ, ਤੇ ਉਹਨਾਂ ਨੇ ਹੀ ਵੋਟਾਂ ਪਾਉਣ ਜਾਣਾ ਸੀ, ਕੋਈ ਚਾਈਨੀਜ਼ ਗਵਰਨਮੈਂਟ ਦੇ ਕਰਿੰਦਿਆਂ ਨੇ ਤੇ ਵੋਟਾਂ ਪਾਉਣ ਆਉਣਾ ਨਹੀਂ ਸੀ। ਸੋ ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਸਾਹਿਬ ਇੱਕ ਹਾਸੋਹੀਣੀ ਗੱਲ ਕਰ ਰਹੇ ਨੇ ਕਿ ਇੱਕ ਪਾਸੇ ਐਡਮਿਟ ਕਰ ਰਹੇ ਨੇ ਕਿ ਜੀ ਇੰਟਰਫੇਰੈਂਸ ਹੋਈ, ਪਰ ਇਸ ਦਾ ਰਿਜ਼ਲਟ ਜੋ ਹੈ ਉਹ ਕਹਿੰਦੇ ਨੇ ਜੀ ਉਹ ਵੋਟਿੰਗ ਪ੍ਰੋਸੈਸ ਤੇ ਨਹੀਂ ਪਿਆ। ਇਹ ਮੰਨਣ ਨੂੰ ਮੈਂ ਤਿਆਰ ਨਹੀਂ ਹੈਗਾ। ਡੈਫੀਨੇਟਲੀ ਉਸ ਦਾ ਇੰਪੈਕਟ ਪਿਆ, ਜਿਸ ਕਰਕੇ ਵੋਟਿੰਗ ਟ੍ਰੈਂਡਸ ਦੇ ਵਿੱਚ ਚੇਂਜਸ ਨਜ਼ਰ ਆਏ। ਲੋਕ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਜੀ ਡਰਦੇ ਹੈਗੇ ਨੇ ਆਪਣੀ ਪਾਰਟੀ ਤੋਂ ਜਦੋਂ ਉੱਥੇ ਵਾਪਸ ਜਾਣਾ ਉਹਨਾਂ ਨੇ। ਬਿਲਕੁਲ, ਕਿਉਂਕਿ ਉੱਥੇ ਕਮਿਊਨਿਸਟ ਸ਼ਾਸਨ ਹੈਗਾ ਹੈ ਅਤੇ ਕਮਿਊਨਿਜ਼ਮ ਦੇ ਖਿਲਾਫ ਜੇਕਰ ਕੋਈ ਵਿਅਕਤੀ ਸਟਰੋਂਗ ਸਟੈਂਡ ਲੈਂਦਾ ਜਾਂ ਬੋਲਦਾ ਵੀ ਹੈਗਾ ਤਾਂ ਉਸ ਨੂੰ ਤੇ ਖਮਿਆਜ਼ੇ ਭੁਗਤਣੇ ਪੈ ਸਕਦੇ ਹੈਗੇ ਨੇ। ਸੋ ਇਸ ਗੱਲ ਵਿੱਚ ਕੋਈ ਗਰਾਊਂਡ ਨਹੀਂ ਹੈਗਾ ਕਿ ਜੀ ਪੋਲੀਟੀਕਲ ਇੰਟਰਫੇਰੈਂਸ ਹੋਈ, ਪਰ ਉਸ ਦਾ ਇੰਪੈਕਟ ਜੋ ਹੈ ਉਹ ਵੋਟਰਸ ਤੇ ਨਹੀਂ ਪਿਆ, ਉਹ ਵੋਟਿੰਗ ਤੇ ਨਹੀਂ ਪਿਆ। ਕੈਨੀ ਚੂ ਦਾ ਵੀ ਇਹੀ ਕਹਿਣਾ ਹੈਗਾ ਕਿ ਵੋਟਿੰਗ ਦੇ ਉੱਤੇ ਉਹਨਾਂ ਦਾ ਉਹ ਹਾਰੇ ਸੀ ਕਰਕੇ, ਕਿਉਂਕਿ ਬੇਸਿਕਲੀ ਕੰਜ਼ਰਵੇਟਿਵ ਪਾਰਟੀ ਦੀ ਵੱਡੀ ਸਪੋਰਟ ਹੈਗੀ ਸੀ ਚਾਈਨੀਜ਼ ਮੂਲ ਦੇ ਲੋਕਾਂ ਦੇ ਵਿੱਚ। ਲੇਕਿਨ 2021 ਦੇ ਵਿੱਚ ਜਦੋਂ ਇਹ ਸਿਲਸਿਲਾ ਸ਼ੁਰੂ ਹੋਇਆ ਤੇ ਸਟਰੋਂਗ ਸਟੈਂਡ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆ ਗਿਆ ਤਾਂ ਉਸ ਦਾ ਅਸਰ ਸਾਨੂੰ ਵੋਟਿੰਗ ਦੇ ਵਿੱਚ ਵੀ ਵੇਖਣ ਨੂੰ ਮਿਲਿਆ। ਸੋ ਪ੍ਰਧਾਨ ਮੰਤਰੀ ਸਾਹਿਬ ਨੂੰ ਹੋਰ ਤਹਿਕੀਕਾਤ ਕਰਨੀ ਚਾਹੀਦੀ ਹੈ, ਇੱਕ ਇੰਡੀਪੈਂਡੈਂਟ ਜੁਡੀਸ਼ੀਅਲ ਰਿਵਿਊ ਬੈਠਣਾ ਚਾਹੀਦਾ ਹੈ ਜਿਹੜਾ ਕਿ ਸਾਰੀ ਚੀਜ਼ ਦੀ ਤਹਿਕੀਕਾਤ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ ਤੇ ਲੋਕਾਂ ਦੇ ਸਾਹਮਣੇ ਲੈ ਕੇ ਆਏ ਕਿ ਅਸਲ ਵਿੱਚ ਕਿੰਨੀ ਕੁ ਇੰਟਰਫੇਰੈਂਸ ਹੋਈ, ਕਿੰਨਾ ਉਸ ਦਾ ਇੰਪੈਕਟ ਕਿਹੜੀ ਰਾਈਡਿੰਗਸ ਤੇ ਪਿਆ ਤੇ ਕੀ ਉਸ ਦੇ ਉੱਤੇ ਸਾਨੂੰ ਸਟਰੋਂਗ ਸਟੈਪ ਲੈਣਾ ਚਾਹੀਦਾ ਹੈ। ਬਟ ਅਗੇਨ ਮੇਰਾ ਇਹ ਸਮਝਣਾ ਹੈ ਜੀ ਰਵਿੰਦਰ ਜੀ ਕਿ ਕੁਝ ਨਹੀਂ ਹੋਏਗਾ, ਕਿਉਂਕਿ ਆਲਰੇਡੀ ਚਾਈਨਾ ਤੇ ਕੈਨੇਡਾ ਦੇ ਰਿਲੇਸ਼ਨਸ ਜਿਹੜੇ ਨੇ ਕੋਈ ਬਹੁਤੇ ਸਟਰੋਂਗ ਨਹੀਂ ਹੈਗੇ ਇਸ ਸਮੇਂ। ਅਸੀਂ ਇਹ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਐਗਜ਼ਾਮਪਲ ਦਿੱਤਾ ਕਿ ਚਾਈਨਾ ਦੇ ਪ੍ਰਧਾਨ ਮੰਤਰੀ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਇੱਕ ਤਰ੍ਹਾਂ ਦੀ ਬੜਾ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਤਰ੍ਹਾਂ ਦਾ ਝਿੜਕਿਆ ਉਹਨਾਂ ਨੂੰ ਤੇ ਉਹ ਚੁੱਪ-ਚੁਪੀਤੇ ਤੇ ਉਹ ਝਿੜਕ ਖਾਂਦੇ ਰਹੇ। ਉਸ ਤੋਂ ਇਲਾਵਾ ਸਾਡੇ ਟ੍ਰੇਡ ਰਿਲੇਸ਼ਨਸ ਜਿਹੜੇ ਹੈਗੇ ਨੇ ਉਹਨਾਂ 'ਤੇ ਵੀ ਇਸ ਚੀਜ਼ ਦਾ ਇੰਪੈਕਟ ਪੈ ਰਿਹਾ ਹੈਗਾ। ਸੋ ਆਈ ਡੋਂਟ ਥਿੰਕ ਸੋ ਕੋਈ ਸਟਰੋਂਗ ਐਕਸ਼ਨ ਕੈਨੇਡਾ ਵੱਲੋਂ ਲਿਆ ਜਾਏਗਾ, ਇਹ ਗੱਲ ਇਸ ਤਰ੍ਹਾਂ ਹੀ ਦਬ ਦਿੱਤੀ ਜਾਏਗੀ। ਇਸੇ ਵੀਕ ਸੋਸ਼ਲ ਮੀਡੀਆ ਜਾਇੰਟ ਟਿਕਟੌਕ ਨੂੰ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਕੈਨੇਡਾ ਦਾ। ਸੋ ਇਹ ਲੱਗਦਾ ਹੈ ਕਿ ਤਿਆਰੀ ਹੋ ਰਹੀ ਹੈ ਕਿ ਭਈ ਅਗਲੀ ਇੰਟਰਫੇਰੈਂਸ ਨਾ ਹੋ ਸਕੇ ਕੋਈ 2024 ਦੇ ਵਿੱਚ ਜਿਹੜੇ ਇਲੈਕਸ਼ਨ ਹੋਣਗੇ। ਤੇ ਇੱਕ ਇਹਦੇ 'ਚ ਹੋਰ ਸਵਾਲ ਉੱਠ ਰਿਹਾ ਜੀ, ਕੈਨੀ ਚਿਊ ਕਹਿੰਦੇ ਕਿ ਮੈਂ ਵੀ ਲਾਅ ਇਨਫੋਰਸਮੈਂਟ ਬਾਡੀਜ਼ ਨੂੰ ਕੋਈ ਰਿਵੀਲ ਨਹੀਂ ਕੀਤਾ ਕਿ ਇਦਾਂ ਦੀ ਪ੍ਰੋਬਲਮ ਮੈਨੂੰ ਆਈ ਹੈ, ਤਾਂ ਬਤੌਰ ਐਮਪੀ ਜੇ ਇੱਕ ਸ਼ਖਸ ਇਹ ਚੀਜ਼ ਅੱਗੇ ਨਹੀਂ ਲਿਆ ਸਕਦਾ ਜੀ, ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਵੀ ਇਹ ਗੱਲ ਕਰਨੀ ਚਾਹੀਦੀ ਸੀਗੀ? ਜੀ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੀ ਇਸ ਤਰ੍ਹਾਂ ਦਾ ਜਿਹੜਾ ਵੀ ਕੋਈ ਐਮਪੀ ਹੁੰਦਾ ਉਹਦੇ ਆਸ-ਪਾਸ ਕਾਫੀ ਸਾਰੇ ਨਾ ਜਿਹਨੂੰ ਕਹਿੰਦੇ ਨੇ ਸਰਕਲਸ ਹੁੰਦੇ ਨੇ ਜਿਨ੍ਹਾਂ ਨੂੰ ਕਿ ਉਸ ਨੂੰ ਫੋਲੋ ਕਰਨਾ ਪੈਂਦਾ ਹੈ। ਐਜ਼ ਮੀਡੀਆ ਅਸੀਂ ਕਿਸੇ ਵੀ ਚੀਜ਼ ਉੱਤੇ ਡਿਸਕਸ਼ਨ ਕਰ ਸਕਦੇ ਹਾਂ, ਪਰ ਜਦੋਂ ਤੁਸੀਂ ਕਿਸੇ ਕਾਕਸ 'ਚ ਹੁੰਦੇ ਹੋ ਜਾਂ ਤੁਸੀਂ ਇਲੈਕਸ਼ਨ ਲੜ ਰਹੇ ਹੁੰਦੇ ਤੁਹਾਡੇ ਉੱਤੇ ਪਾਰਟੀ ਵੱਲੋਂ ਵੀ ਇਲੈਕਸ਼ਨ ਕੈਨੇਡਾ ਵੱਲੋਂ ਵੀ ਕਾਫੀ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਤੁਹਾਨੂੰ ਫੋਲੋ ਕਰਨਾ ਪੈਂਦਾ ਹੈ। ਸੋ ਮੇਰੇ ਹਿਸਾਬ ਨਾਲ ਉਹਨਾਂ ਨੇ ਇਸ ਕਰਕੇ ਡਾਇਰੈਕਟਲੀ ਅਪਰੋਚ ਨਹੀਂ ਕੀਤਾ ਕਾਨੂੰਨ ਵਿਵਸਥਾ ਨੂੰ, ਕਿਉਂਕਿ ਉਹ ਡਾਇਰੈਕਟਲੀ ਕਰ ਨਹੀਂ ਸਕਦੇ ਸੀ। ਉਹਨਾਂ ਨੇ ਆਪਣੀ ਪਾਰਟੀ ਦੇ ਵਿੱਚ ਇਹ ਗੱਲ ਪਹੁੰਚਾਈ ਜਿਸ ਨਾਲ ਕਿ ਜਿਹੜੇ ਰੈਗੂਲਰ ਚੈਨਲਸ ਨੇ ਉਹਨਾਂ ਦੇ ਰਾਹੀਂ ਇਹ ਫਰਦਰ ਗੱਲ ਪਹੁੰਚਾਈ ਗਈ। ਮੈਂ ਇਹ ਸਮਝਣਾ ਕਿ ਜਦੋਂ ਕੁਝ ਐਸਾ ਹੋਵੇ ਤਾਂ ਛੂਟ ਹੋਣੀ ਚਾਹੀਦੀ ਹੈ ਵਿਅਕਤੀ ਨੂੰ ਇਹ ਗੱਲ ਲੋਕਾਂ ਤੱਕ ਲਿਆਉਣ ਦੀ, ਮੀਡੀਆ ਦੇ ਰਾਹੀਂ ਜਾਂ ਫਿਰ ਡਾਇਰੈਕਟਲੀ ਕਾਨੂੰਨ ਜਿਹੜੀ ਸਾਡੀ ਰੂਲਸ ਐਂਡ ਜਿਹੜੀ ਇੱਥੇ ਵਿਵਸਥਾ ਹੈਗੀ ਹੈ RCMP ਹੈਗੀ ਹੈ ਉਹਨਾਂ ਤੇ ਪਹੁੰਚ ਕਰਨੀ ਚਾਹੀਦੀ ਹੈਗੀ ਹੈ। ਬਟ ਅਗੇਨ ਜਦੋਂ ਇਹੋ ਜਿਹਾ ਕੋਈ ਤੋਹਮਤ ਲੱਗਦੀ ਹੈ ਤਾਂ ਤੁਹਾਡੇ ਕੋਲ ਕੋਈ ਪ੍ਰੂਫ ਹੋਣ ਦੀ ਲੋੜ ਹੁੰਦੀ ਹੈ। ਹੁਣ ਪ੍ਰੂਫ ਜਿਹੜਾ ਕੈਨੀ ਚੂ ਕਹਿੰਦੇ ਹੈਗੇ ਨੇ ਉਹਨਾਂ ਕੋਲ ਵੀਚੈਟ ਦੀਆਂ ਜਿਹੜੀਆਂ, ਕਿਉਂਕਿ ਵੀਚੈਟ ਇੱਕ ਤਰ੍ਹਾਂ ਦਾ ਬੜਾ ਜਿਸ ਤਰ੍ਹਾਂ ਸਾਡਾ WhatsApp ਹੈਗਾ ਇਸ ਤਰੀਕੇ ਨਾਲ ਵੀਚੈਟ ਚਾਈਨੀਜ਼ ਲੋਕਾਂ 'ਚ ਬਹੁਤ ਜ਼ਿਆਦਾ ਪ੍ਰਫੁੱਲਤ ਹੈਗਾ। ਤਾਂ ਉਹਦੇ ਵਿੱਚ ਜਿਹੜੀ ਵੀ ਚੀਜ਼ ਆਉਂਦੀ ਉਹ ਵਰਚੁਅਲੀ ਹਰ ਇੱਕ ਚਾਈਨੀਜ਼ ਦੇ ਕੋਲ ਉਹ ਡਾਊਨਲੋਡਡ ਹੈਗੀ ਹੈ ਫ਼ੋਨ ਦੇ ਵਿੱਚ ਤੇ ਉੱਥੋਂ ਉਹ ਪ੍ਰਭਾਵਿਤ ਹੁੰਦੇ ਨੇ। ਸੋ ਉਸ ਸਮੇਂ ਉਹਨਾਂ ਨੂੰ ਡੈਫੀਨੇਟਲੀ ਇਹ ਚੀਜ਼ਾਂ ਨੂੰ ਅੱਗੇ ਲਿਆਉਣਾ ਚਾਹੀਦਾ ਸੀ, ਆਪਣੀ ਪਾਰਟੀ ਨੂੰ ਨਾਲ ਰਲਾ ਕੇ ਜਿਹੜੇ ਵੀ ਕੋਈ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਦੇ ਹੋਏ ਇਹ ਡੈਫੀਨੇਟਲੀ ਉਸ ਸਮੇਂ ਥੋੜ੍ਹੇ ਜਿਹੇ ਹੋਰ ਵੱਧ ਚੜ੍ਹ ਕੇ ਇਹ ਚੀਜ਼ਾਂ ਨੂੰ ਲਿਆਉਣ ਦੀ ਲੋੜ ਸੀ। ਬਟ ਅਗੇਨ ਇਹ ਨਹੀਂ ਲਿਆਂਦਾ ਗਿਆ। ਇਸ ਦੇ ਪਿੱਛੇ ਕੀ ਕਾਰਨ ਹੈ ਅਜੇ ਉਹ ਰਿਵੀਲ ਨਹੀਂ ਕੀਤਾ ਗਿਆ ਜੀ। ਹੁਣ ਅਸੀਂ ਦੂਜੇ ਪਾਸੇ ਆਉਂਦੇ, ਜਿਹੜੀ ਤੁਸੀਂ NDP ਲੀਡਰ ਦੀ ਗੱਲ ਛੇੜੀ ਸੀ ਕਿ ਉਹਨਾਂ ਦੀ ਸਪੋਰਟ ਦੇ ਨਾਲ ਇਸ ਵੇਲੇ ਲਿਬਰਲ ਗਵਰਨਮੈਂਟ ਬਣੀ ਹੋਈ ਹੈ, ਜਦੋਂ ਤੱਕ ਉਹ ਉਹਨਾਂ ਦਾ ਸਾਥ ਦੇਣੋਂ ਨਹੀਂ ਹਟਦੇ ਤਾਂ ਉਦੋਂ ਤੱਕ ਮੁਸ਼ਕਲ ਹੈ ਲੋਕਾਂ ਨੂੰ ਅਗਲੀ ਸਰਕਾਰ ਬਣਾਉਣ ਤੱਕ। ਇਹਦੇ ਚਰਪੀ ਜੀ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਟਰੂਡੋ ਨੇ ਹਰ ਵੇਲੇ ਦਾ ਪ੍ਰਾਈਮ ਮਿਨਿਸਟਰ ਰਹਿਣਾ ਨਹੀਂ ਹੈ, ਸੋ ਕਦੇ ਨਾ ਕਦੇ ਉਹਨਾਂ ਨੇ ਬਦਲਣਾ, ਇਹ ਸਾਰਿਆਂ ਨੂੰ ਪਤਾ ਆ। ਤੇ ਦੂਜੇ ਪਾਸੇ ਜੇ ਜਗਮੀਤ ਸਿੰਘ ਹੋਣੀ ਸਪੋਰਟ ਕਰਦੇ ਨੇ ਤੇ ਇੱਕ ਪਾਸੇ ਉਹ ਕ੍ਰਿਟਿਸਾਈਜ਼ ਵੀ ਕਰਦੇ ਨੇ ਕਿ ਵਰਕਰ ਕਲਾਸ ਦੇ ਲਈ ਕਹਿੰਦੇ ਇਹ ਗਵਰਨਮੈਂਟ ਠੀਕ ਨਹੀਂ ਹੈ। ਜੀ ਬਿਲਕੁਲ। ਵੈਲ ਡਬਲ ਸਟੈਂਡਰਡਸ ਜਗਮੀਤ ਸਿੰਘ ਦੇ ਜਿਹੜੇ ਹੈਗੇ ਨੇ ਜੀ ਉਹ ਬਾਰ-ਬਾਰ ਅਸੀਂ ਦੇਖਦੇ ਹੈਗੇ ਆ ਕਿ ਹਰ ਰੋਜ਼ ਉਹ ਜੋ ਹੈ ਲਿਬਰਲ ਪਾਰਟੀ ਦੀ ਨਿਖੇਧੀ ਕਰਦੇ ਨੇ, ਉਹਨਾਂ ਦੀ ਪਾਲਿਸੀਜ਼ ਦੀ ਨਿਖੇਧੀ ਕਰਦੇ ਨੇ, ਪਰ ਨਾਲ ਹੀ ਉਹੀ ਹਨ ਜਿਹੜੇ ਕਿ ਉਹਨਾਂ ਨੂੰ ਸਪੋਰਟ ਕਰ ਰਹੇ ਨੇ, ਜਿਸ ਕਰਕੇ ਸਰਕਾਰ ਜਿਹੜੀ ਹੈ ਅਜੇ ਕਾਇਮ ਹੈਗੀ ਹੈ। ਜੇਕਰ ਵਿਡਰਾਅ ਕਰ ਲੈਂਦੇ ਨੇ ਸਪੋਰਟ ਜਗਮੀਤ ਸਿੰਘ
ਤਾਂ ਇਹ ਦੁਬਾਰਾ ਇਲੈਕਸ਼ਨਸ ਹੋਣਗੇ, ਕਿਉਂਕਿ ਇਹ ਸਰਕਾਰ ਮਿਨੋਰਿਟੀ ਚਲੀ ਜਾਏਗੀ। ਸੋ ਇਹੀ ਹੈਰਾਨੀਜਨਕ ਗੱਲ ਹੈਗੀ ਹੈ ਕਿ ਬਈ ਜੇ ਤਾਂ ਤੁਸੀਂ ਵਾਕਿਆ 'ਚ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੀ ਸਮਝਦੇ ਹੋ ਕਿ ਲੋਕਾਂ ਦੇ ਹਿੱਤ ਵਿੱਚ ਨਹੀਂ ਹਨ, ਜੋ ਕਿ ਲਿਬਰਲ ਪਾਰਟੀ ਲੈ ਕੇ ਆ ਰਹੀ ਹੈ, ਤਾਂ ਫਿਰ ਤੁਸੀਂ ਸਪੋਰਟ ਕਿਉਂ ਕਰ ਰਹੇ ਹੈਗੇ ਹੋ? ਇੱਕ ਪਾਸੇ ਤਾਂ ਵਰਕਿੰਗ ਕਲਾਸ ਦੀ ਗੱਲ ਕੀਤੀ ਜਾਂਦੀ ਹੈ, ਦੂਸਰੇ ਪਾਸੇ ਤੁਸੀਂ ਆਪ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਮਹਿੰਗੀਆਂ ਘੜੀਆਂ ਜਾਂ ਤੁਸੀਂ ਇੱਕ ਲੈਵਿਸ਼ ਲਾਈਫ ਸਟਾਈਲ ਜੋ ਹੈ ਉਸਨੂੰ ਡਿਸਪਲੇ ਕਰਦੇ ਹੋ। ਸੋ ਕੁਝ ਸਮਝ ਨਹੀਂ ਆ ਰਹੀ ਕਿ ਕਹਿਣਾ ਕੀ ਚਾਹੁੰਦੇ ਹੈਗੇ ਨੇ। ਐਂਡ ਲੋਕ ਵੀ ਇਸੇ ਕਰਕੇ ਐਨਡੀਪੀ ਦੇ ਨਾਲ ਜਿਹੜੇ ਜੁੜੇ ਹੋਏ ਵੀ ਨੇ ਉਹ ਵੀ ਅੰਦਰੋਂ ਪਰੇਸ਼ਾਨ ਨੇ ਕਿ ਸਾਡੀ ਪਾਰਟੀ ਦਾ ਗ੍ਰਾਫ ਜਿਹੜਾ ਹੈ ਉਹ ਥੱਲੇ ਨੂੰ ਜਾਂਦਾ ਪਿਆ ਹੈਗਾ। ਐਂਡ ਕੋਈ ਵੀ ਪੋਲੀਟੀਕਲ ਪਾਰਟੀ ਕੈਨੇਡਾ ਵਿੱਚ ਜੋ ਹੈ ਉਹ ਪਬਲਿਕ ਫੰਡਿੰਗ ਦੇ ਉੱਤੇ ਡਿਪੈਂਡ ਕਰਦੀ ਹੈ, ਡੋਨੇਸ਼ਨਸ ਦੇ ਰਾਹੀਂ ਇਹ ਪਾਰਟੀਆਂ ਚੱਲਦੀਆਂ ਨੇ। ਅਤੇ ਜੇਕਰ ਅਸੀਂ ਇਸ ਪਾਰਟੀ ਐਨਡੀਪੀ ਦਾ ਅਸੀਂ ਦੇਖੀਏ ਹਾਲ, ਤਾਂ ਫਾਈਨੈਂਸ਼ੀਅਲੀ ਆਲਸੋ ਇਹ ਕਾਫੀ ਡਾਊਨ ਹੋਏ ਪਏ ਨੇ, ਕਿਉਂਕਿ ਕੋਈ ਇਹੋ ਜਿਹੀ ਮੁਹਿੰਮ ਨਹੀਂ ਸ਼ੁਰੂ ਕੀਤੀ ਜਾ ਰਹੀ ਜਿਹਦੇ ਨਾਲ ਕਿ ਪੈਸੇ ਲਿਆਏ ਜਾਣ ਤੇ ਇਲੈਕਸ਼ਨ ਦੀ ਤਿਆਰੀ ਕੀਤੀ ਜਾਏ। ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਤੇ ਹਰ ਇੱਕ ਪਾਰਟੀ ਜੋ ਹੈ ਰੇਜ਼ ਕਰਦੀ ਹੈ ਫੰਡਸ ਆਮ ਜਨਤਾ ਤੋਂ, ਤੇ ਉਸ ਤੋਂ ਬਾਅਦ ਉਹ ਇਲੈਕਸ਼ਨ ਦੇ ਵਿੱਚ ਜਾਂਦੀ ਹੈਗੀ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਨਡੀਪੀ ਨੂੰ ਹੋਰ ਵੱਡੀ ਸੱਟ ਵੱਜੇਗੀ, ਕਿਉਂਕਿ ਆਮ ਜਨਤਾ ਵੀ ਹੁਣ ਸਮਝ ਰਹੀ ਹੈ ਜਗਮੀਤ ਸਿੰਘ ਦੇ ਇਹ ਚਾਲ ਤੌਰ ਨੂੰ ਕਿ ਬਈ ਤੂੰ ਕਰ ਕੀ ਰਹੇ ਹੋ ਤੁਸੀਂ, ਕਿ ਇੱਕ ਪਾਸੇ ਤਾਂ ਤੁਸੀਂ ਵਿਰੋਧ ਕਰਦੇ ਹੋ, ਦੂਸਰੇ ਪਾਸੇ ਉਸੇ ਚੀਜ਼ ਨੂੰ ਤੁਸੀਂ ਸਪੋਰਟ ਕਰ ਰਹੇ ਹੋ, ਤਾਂ ਤੁਸੀਂ ਕਿਸ ਪਾਸੇ ਹੈਗੇ ਹੋ? ਕਿ ਵਾਕਿਆ 'ਚ ਤੁਸੀਂ ਕਾਮਨ ਮੈਨ ਦੀ ਗੱਲ ਕਰਦੇ ਹੋ ਜਾਂ ਸਿਰਫ ਤੁਸੀਂ ਲਫ਼ਜ਼ੀ ਤੌਰ ਦੇ ਉੱਤੇ ਸਪੋਰਟ ਕਰ ਰਹੇ ਹੈਗੇ ਹੋ? ਸੋ ਮੇਰਾ ਇਹ ਸਮਝਣਾ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਨਡੀਪੀ ਨੂੰ ਸੱਟ ਵੱਜੇਗੀ, ਕਿਉਂਕਿ ਇੰਟਰਨਲ ਵੀ ਇਹਨਾਂ ਦੀ ਟਸਲ ਚੱਲ ਰਹੀ ਹੈਗੀ ਹੈ ਐਨਡੀਪੀ ਪਾਰਟੀ ਦੇ ਵਿੱਚ ਵੀ। ਦੂਸਰੇ ਪਾਸੇ ਜਦੋਂ ਅਸੀਂ ਲਿਬਰਲ ਪਾਰਟੀ ਤੇ ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰਨੇ ਆ, ਜਿਹੜੇ ਅੱਜ ਕੱਲ੍ਹ ਪੋਲਸ ਆ ਰਹੇ ਨੇ ਵੱਡੀਆਂ ਵੱਡੀਆਂ ਕੰਪਨੀਜ਼ ਜਿਨ੍ਹਾਂ 'ਚ ਕਿ ਨੈਨੋਜ਼ ਹੈ, ਲੈਜਰ ਪੋਲ ਹੈਗਾ, ਉਹਦੇ ਸਾਰੀਆਂ ਦੇ ਵਿੱਚ ਹੀ ਕੰਜ਼ਰਵੇਟਿਵ ਪਾਰਟੀ ਜੋ ਹੈ ਉਹ ਲੀਡ ਕਰ ਰਹੀ ਹੈ 5 ਤੋਂ ਲੈ ਕੇ 6 ਪੁਆਇੰਟਸ ਤੋਂ, ਕਿਤੇ 7 ਪੁਆਇੰਟਸ ਤੋਂ ਵੀ। ਸੋ ਆਮ ਜਨਤਾ ਜਿਹੜੀ ਹੈਗੀ ਉਹ ਇਸ ਸਮੇਂ ਥੋੜ੍ਹੀ ਪਰੇਸ਼ਾਨ ਹੈਗੀ ਹੈ, ਅਤੇ ਅਜੇ ਭਾਵੇਂ 2 ਸਾਲ ਰਹਿੰਦੇ ਨੇ ਇਲੈਕਸ਼ਨਸ ਦੇ ਵਿੱਚ, ਬਟ ਟ੍ਰੈਂਡਸ ਇਸ ਸਮੇਂ ਜੇਕਰ ਅੱਜ ਇਲੈਕਸ਼ਨਾਂ ਹੋ ਜਾਂਦੀਆਂ ਨੇ ਤਾਂ ਡੈਫੀਨੇਟਲੀ ਲਿਬਰਲ ਪਾਰਟੀ ਹਾਰੇਗੀ। ਪਰ ਇਹ ਚੀਜ਼ ਨੂੰ ਦੇਖਦੇ ਹੋਏ ਜਿਹੜੀਆਂ ਗੱਲਾਂ ਪਹਿਲਾਂ ਅਫਵਾਹਾਂ ਚੱਲ ਰਹੀਆਂ ਸੀ ਕਿ ਜੀ ਇਲੈਕਸ਼ਨਾਂ ਇਸ ਸਾਲ ਸਪਰਿੰਗ ਵਿੱਚ ਹੋ ਜਾਣਗੀਆਂ, ਮੈਨੂੰ ਨਹੀਂ ਲੱਗਦਾ ਕਿ ਇਲੈਕਸ਼ਨਸ ਹੋਣਗੀਆਂ। ਇੱਥੋਂ ਤੱਕ ਕਿ ਕੁਝ ਐਮਪੀਜ਼ ਨੇ ਡੋਰ ਨੌਕਿੰਗ ਵੀ ਸ਼ੁਰੂ ਕਰ ਦਿੱਤੀ ਸੀ। ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਉੱਤੇ ਵੈਂਕੂਵਰ ਸਾਊਥ ਤੋਂ ਹਰਜੀਤ ਸੱਜਣ ਜੀ ਲਿਬਰਲ ਪਾਰਟੀ ਦੇ ਡੋਰ ਨੌਕ ਕਰ ਰਹੇ ਨੇ, ਲੋਕਾਂ ਨੂੰ ਮਿਲ ਰਹੇ ਨੇ। ਇਸੇ ਤਰੀਕੇ ਨਾਲ ਹੋਰ ਉਮੀਦਵਾਰ ਵੀ ਲੋਕਾਂ ਤੱਕ ਜਾ ਰਹੇ ਸੀ, ਪਰ ਇਹ ਲੱਗਦਾ ਨਹੀਂ ਕਿ ਇਲੈਕਸ਼ਨ ਹੋਏਗੀ, ਕਿਉਂਕਿ ਕੋਈ ਵੀ ਪੋਲੀਟੀਕਲ ਪਾਰਟੀ ਜਾਂ ਕੋਈ ਵੀ ਲੀਡਰ ਜਦੋਂ ਕੋਈ ਸਟਰੋਂਗ ਸਟੈਪ ਲੈਣਾ ਚਾਹੁੰਦਾ ਹੈ ਤਾਂ ਉਹ ਦੇਖਦਾ ਕਿ ਮੇਰੀ ਲੋਕਾਂ ਦੇ ਵਿੱਚ ਇਮੇਜ ਕੀ ਹੈਗੀ ਹੈ, ਜਿਹੜੀ ਕਿ ਇਸ ਸਮੇਂ ਡਿੱਗੀ ਪਈ ਹੈਗੀ ਹੈ। ਖਾਸ ਤੌਰ ਉੱਤੇ ਇੰਟਰਸਟ ਰੇਟਸ ਵਧਣ ਦੇ ਨਾਲ ਹਰ ਇੱਕ ਕੋਈ ਪ੍ਰਭਾਵਿਤ ਹੋਇਆ ਹੈਗਾ। ਸੋ ਇਨਫਲੇਸ਼ਨ ਇੱਕ ਹੋਰ ਅਹਿਮ ਮੁੱਦਾ ਜਿਸ ਦੇ ਬਾਰੇ ਅਸੀਂ ਵਿਸਥਾਰ ਵਿੱਚ ਗੱਲਬਾਤ ਕਰਦੇ ਹਾਂ। ਲੇਕਿਨ ਪਾਰਟੀ ਪਾਲਿਸੀਜ਼ ਦੀ ਜਦੋਂ ਅਸੀਂ ਗੱਲ ਕਰਨੇ ਆ, ਇਮੀਗ੍ਰੇਸ਼ਨ ਦੀ ਜਦੋਂ ਅਸੀਂ ਗੱਲ ਕਰ ਲਈਏ ਤਾਂ ਇਸ ਸਮੇਂ ਬਹੁਤ ਮਾੜਾ ਹਾਲ ਹੈ। 2.5 ਮਿਲੀਅਨ ਫਾਈਲਸ ਬੈਕਲੌਗ ਵਿੱਚ ਚਲੀ ਗਈਆਂ ਹੈਗੀਆਂ ਨੇ। ਸੋ ਇੰਟਰਨੈਸ਼ਨਲ ਸਟੂਡੈਂਟਸ ਦੇ ਵੀ ਹੁਣ ਗੱਲਾਂ ਆ ਰਹੀਆਂ ਨੇ, ਉਹਨਾਂ ਨੂੰ ਵੀ ਪ੍ਰੋਬਲਮਸ ਆ ਰਹੀਆਂ ਨੇ। ਉਸ ਤੋਂ ਇਲਾਵਾ ਤੁਸੀਂ ਅੱਜ ਹੀ ਖਬਰ ਪੜ੍ਹੀ ਹੋਏਗੀ ਜਿਸ ਦੇ ਵਿੱਚ ਕਿ ਕੁਝ ਵਰਕਰਸ ਜਿਹੜੇ ਇੱਥੇ ਲਿਆਂਦੇ ਗਏ ਟੋਰਾਂਟੋ ਸਾਈਡ ਦੇ ਉੱਤੇ ਹੀ, ਉਹਨਾਂ ਨੂੰ ਕਿਸ ਤਰੀਕੇ ਨਾਲ ਬੰਦੀ ਬਣਾ ਕੇ ਰੱਖਿਆ ਗਿਆ। ਇੱਕ ਵਿਕਸਿਤ ਮੁਲਕ 'ਚ ਇਹੋ ਜਿਹੀਆਂ ਗੱਲਾਂ ਹੋਣੀਆਂ ਇਹ ਬਿਲਕੁਲ ਅਸੈਪਟੇਬਲ ਨਹੀਂ ਹੈਗੀਆਂ। ਗਵਰਨਮੈਂਟ ਹੈਜ਼ ਐਬਸੋਲੂਟਲੀ ਫੇਲਡ ਜਦੋਂ ਇਮੀਗ੍ਰੇਸ਼ਨ ਦੀ ਅਸੀਂ ਗੱਲ ਕਰਦੇ ਹਾਂ। ਇੱਕ ਲੌਬਸਾਈਡਡ ਇਮੀਗ੍ਰੇਸ਼ਨ ਜਿਹੜੀ ਹੋ ਰਹੀ ਹੈ, ਜਿਹਦੇ 'ਚ ਕਿ ਵਿਦਿਆਰਥੀਆਂ ਨੂੰ ਇੱਥੇ ਲਿਆ ਕੇ ਧੱਕ ਦਿੱਤਾ ਜਾ ਰਿਹਾ ਹੈ, ਕੋਈ ਉਹਨਾਂ ਵਾਸਤੇ ਜੌਬਸ ਨਹੀਂ ਹੈਗੇ। ਇਸੇ ਤਰੀਕੇ ਨਾਲ ਜਿਹੜੇ ਲੋਕ ਇੱਥੇ ਕੰਮ ਕਰਨ ਆ ਰਹੇ ਨੇ, ਟੂਰਿਸਟ ਆ ਰਹੇ ਨੇ, ਉਹ ਵਾਪਸ ਨਹੀਂ ਜਾ ਰਹੇ ਹੈਗੇ। ਸੋ ਇਹ ਸਿਸਟਮ ਜਿਹੜਾ ਹੈਗਾ ਕੈਨੇਡਾ ਦਾ, ਇਹ ਕੈਨੇਡਾ ਨੂੰ ਪਿੱਛੇ ਨੂੰ ਲੈ ਕੇ ਜਾ ਰਿਹਾ ਹੈ, ਅਤੇ ਆਮ ਜਨਤਾ ਵੀ ਹੁਣ ਰਿਅਲਾਈਜ਼ ਕਰ ਰਹੀ ਹੈਗੀ ਹੈ, ਜਿਹੜੇ ਲੋਕ ਬਾਹਰੋਂ ਵੀ ਆ ਰਹੇ ਨੇ, ਕਿ ਇਸ ਨਾਲੋਂ ਤਾਂ ਬਿਹਤਰ ਅਸੀਂ ਆਪਣੇ ਮੁਲਕਾਂ 'ਚ ਹੀ ਸੀ। ਸੋਸ਼ਲ ਮੀਡੀਆ 'ਤੇ ਤੁਸੀਂ ਵੀ ਬਹੁਤ ਸਾਰੀਆਂ ਵੇਖੀਆਂ ਹੋਣਗੀਆਂ ਵੀਡੀਓਜ਼ ਵਾਇਰਲ, ਜਿਹੜੇ ਕਿ ਨੌਜਵਾਨ ਇੱਥੇ ਰਹਿ ਕੇ ਹੁਣ ਵਾਪਸ ਪੰਜਾਬ ਚਲੇ ਗਏ ਨੇ ਅਤੇ ਦੱਸ ਰਹੇ ਨੇ ਕਿ ਕਿਸ ਤਰੀਕੇ ਨਾਲ ਉਹ ਆਪਣਾ ਜੀਵਨ ਇੱਥੇ ਬਤੀਤ ਕਰਦੇ ਸੀ। ਅਤੇ ਉਹ ਵੀ ਬੇਨਤੀ ਕਰ ਰਹੇ ਨੇ ਕਿ ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜੋ, ਪਹਿਲਾਂ ਦੇਖ ਲਓ ਕਿ ਸਿਚੁਏਸ਼ਨ ਕੀ ਹੈਗੀ ਹੈ। ਜਿਹੜੇ ਵਰਕਰਸ ਦੀ ਜ਼ਿਕਰ ਅਸੀਂ ਕਰ ਰਹੇ ਹਾਂ, ਜਿਹੜਾ ਟੋਰਾਂਟੋ ਦੇ ਸਾਈਡ ਦੇ ਕੋਲ ਤਕਰੀਬਨ 50-60 ਵਰਕਰਸ ਹੈਗੇ ਸੀ, ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈਗਾ ਸੀ। ਇਹੋ ਜਿਹੇ ਕੇਸਿਸ ਬਹੁਤ ਸਾਰੇ ਹੈਗੇ ਨੇ। ਉਸ ਤੋਂ ਇਲਾਵਾ ਕੈਨੇਡਾ ਇੱਕ ਅੱਡਾ ਬੰਦਾ ਜਾ ਰਿਹਾ ਕ੍ਰਿਮੀਨਲਸ ਵਾਸਤੇ ਵੀ, ਕਿਉਂਕਿ RCMP ਤੇ ਇੰਟਰਨਲ ਜਿਹੜੀਆਂ ਰਿਪੋਰਟਸ ਆ ਰਹੀਆਂ ਨੇ ਉਹ ਵੀ ਇਹ ਕਹਿ ਰਹੀਆਂ ਨੇ ਕਿ ਇੱਥੇ ਸਹੀ ਤਫਤੀਸ਼ ਨਹੀਂ ਹੋ ਰਹੀ, ਜਿਸ ਨਾਲ ਕਿ ਲੋਕ ਇੱਥੇ ਆ ਕੇ, ਭਾਵੇਂ ਉਹ ਸਾਊਥ ਅਮਰੀਕਾ ਹੋਵੇ, ਭਾਵੇਂ ਉਹ ਕਈ ਹੋਰ ਮੁਲਕ ਹੋਵੇ, ਉੱਥੋਂ ਦੇ ਕਈ ਕ੍ਰਿਮੀਨਲਸ ਜਿਹੜੇ ਨੇ ਕੈਨੇਡਾ ਨੂੰ ਇੱਕ ਈਜ਼ੀ ਅੱਡਾ ਮੰਨ ਰਹੇ ਨੇ ਅਤੇ ਇੱਥੇ ਆ ਕੇ ਜੋ ਹੈ ਉਹ ਆਪਣੇ ਬੇਸਿਸ ਬਣਾ ਰਹੇ ਨੇ। ਸੋ ਓਵਰਆਲ ਇਮੀਗ੍ਰੇਸ਼ਨ ਦਾ ਜਿਹੜਾ ਟ੍ਰੈਂਡ ਹੈਗਾ ਜੀ, ਅਤੇ ਇਮੀਗ੍ਰੇਸ਼ਨ ਦੀਆਂ ਪੋਲਿਸੀਜ਼ ਉਹ ਇਸ ਸਮੇਂ ਸਹੀ ਨਹੀਂ ਚੱਲ ਰਹੀਆਂ, ਜਿਸ ਦਾ ਕਿ ਨੁਕਸਾਨ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੇਖਣ ਨੂੰ ਮਿਲੇਗਾ। ਜੀ ਹਰਪੀ ਜੀ, ਜਿਹੜੀ ਖਬਰ ਅੱਜ ਦੀ ਹੈ ਓਨਟਾਰੀਓ ਦੀ, ਉਹਦੇ ਵਿੱਚ ਇਹ ਹੋਇਆ ਕਿ ਟੋਰਾਂਟੋ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ 64 ਮੈਕਸੀਕਨਸ ਯਾਨੀ ਕਿ 64 ਮੈਕਸੀਕਨ ਉਹਨਾਂ ਨੇ
ਉਹਨਾਂ ਨੇ ਮਾਈਗ੍ਰੈਂਟਸ ਜਿਹੜੇ ਐਕਸਪਲੋਇਟ ਕੀਤੇ ਜਾਂਦੇ ਸੀਗੇ ਏਜੰਟਸ ਵੱਲੋਂ ਇੰਟਰਨੈਸ਼ਨਲੀ, ਲੇਬਰ ਟ੍ਰੈਫਿਕਿੰਗ ਰਿੰਗ ਐਂਡ ਲਿਵਿੰਗ ਇਨ ਡੈਪਲੋਰੇਬਲ ਕੰਡੀਸ਼ਨਸ, ਉਹਨਾਂ ਨੇ ਫੜਿਆ ਹੈਗਾ ਜੀ। ਤੇ ਬਹੁਤ ਹੀ ਜ਼ਿਆਦਾ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਉਹਨਾਂ ਨੇ ਸ਼ੇਅਰ ਕੀਤੀਆਂ ਨੇ ਕਿ ਉਹਨਾਂ ਨੂੰ ਮੈਟਰੈਸਿਸ ਦਿੱਤੇ ਜਾਂਦੇ ਸੀ ਕਿ ਭਾਈ ਇੰਨੀ ਠੰਡ ਦੇ ਵਿੱਚ ਵੀ ਤੁਸੀਂ ਨੀਚੇ ਸੌਂ ਜਾਓ, ਉਹਨਾਂ ਨੂੰ ਪ੍ਰੋਪਰ ਰੋਟੀ ਪਾਣੀ ਨਹੀਂ ਸੀ ਦਿੱਤਾ ਜਾਂਦਾ। ਇੱਥੋਂ ਤੱਕ ਕਿ ਇਹ ਵੀ ਲਿਖਿਆ ਗਿਆ ਮੀਡੀਆ ਦੇ ਵਿੱਚ ਕਿ ਉਹਨਾਂ ਨੂੰ ਕਈ ਤਰ੍ਹਾਂ ਦੇ ਥ੍ਰੈਟ ਮਿਲੇ ਨੇ ਤੇ ਸੈਕਸ਼ੂਅਲ ਅਸੌਲਟ ਵੀ ਹੋਏ ਨੇ ਜੀ ਉਹਨਾਂ ਤੇ। ਸੋ ਕਿੰਨੀ ਤਰਾਸਦੀ ਹੈ। ਔਰ ਇਸ ਕੇਸ ਦੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਹੁਣ ਤੱਕ। ਉਦੋਂ ਵੱਧ ਅੱਗੇ ਵੀ ਹਜੇ ਚੱਲ ਰਹੀਆਂ ਨੇ। ਉਹਨਾਂ ਨੂੰ ਕੋਈ ਡੀਸੈਂਟ ਵੇਜਸ ਦੇਣਾ, ਬੈਟਰ ਇੰਪਲੋਇਮੈਂਟ ਦੇਣਾ, ਇਹ ਜਿਹੇ ਝਾਂਸੇ ਦੇ ਕੇ ਲਿਆਂਦਾ ਜਾਂਦਾ ਹੈ ਬਾਕੀ ਕੰਟਰੀਜ਼ ਤੋਂ। ਔਰ ਇਹ ਬਹੁਤ ਵੱਡਾ ਨੈਕਸਸ ਹੈ, ਇਹ ਅੱਜ ਦਾ ਨਹੀਂ ਹੈ ਜੀ। ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਇਹਨੂੰ ਕਿਹਾ ਜਾਂਦਾ ਹੈ ਕਿ ਡੌਂਕੀ ਲਾਉਣੀ ਹੈ ਜੀ। ਸੋ ਪੰਜਾਬ ਤੋਂ ਬੰਦਾ ਚੱਲਦਾ ਹੈ ਜੀ, ਕਦੇ ਉਹ ਸਿੰਗਾਪੁਰ, ਕਦੇ ਪਨਾਮਾ, ਵੀਅਤਨਾਮ, ਪਤਾ ਨਹੀਂ ਕਿੱਥੇ ਕਿੱਥੇ ਹੁੰਦਾ, ਉਹ ਅਮਰੀਕਾ ਜਾਂ ਕੈਨੇਡਾ ਪਹੁੰਚਦਾ ਹੈ। ਕਈ ਮੈਕਸੀਕੋ ਦੀ ਕੰਧ ਤਾਂ ਪੰਜਾਬੀ ਗੀਤਾਂ ਦੇ ਵਿੱਚ ਵੀ ਬਹੁਤ ਮਸ਼ਹੂਰ ਹੋ ਚੁੱਕੀ ਹੈ ਜੀ ਕਿ ਮੈਕਸੀਕੋ ਦੀ ਕੰਧ ਟਪਾ ਦਿਓ ਤੇ ਅਮਰੀਕਾ ਪਹੁੰਚ ਜਾਂਦਾ ਹੈ ਬੰਦਾ। ਸੋ ਇਹ ਕੰਡੀਸ਼ਨ ਆਂਦੀ ਕਿਉਂ ਹੈ ਜੀ? ਕਿਉਂ ਇਦਾਂ ਦੀ ਇਲੀਗਲ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਹੈ, ਜਦ ਕਿ ਕੈਨੇਡੀਅਨ ਗਵਰਨਮੈਂਟ ਨੇ ਤਾਂ ਇੰਨੀ ਇਮੀਗ੍ਰੇਸ਼ਨ ਖੋਲੀ ਹੋਵੇ, ਕੋਈ ਯੂਕਰੇਨ ਤੋਂ ਆ ਰਹੇ ਨੇ, ਕੋਈ ਅਫਗਾਨਿਸਤਾਨ ਤੋਂ ਆ ਰਹੇ ਨੇ, ਪੰਜਾਬ ਤੋਂ ਕਿੰਨੇ ਲੋਕ ਆ ਰਹੇ ਨੇ, ਫਿਰ ਵੀ ਇਹਦਾ ਕਾਰਨ ਕੀ ਹੈ ਜੀ? ਇਲੀਗਲੀ ਕਿਉਂ ਲਿਆਂਦਾ ਜਾਂਦਾ ਲੋਕਾਂ ਨੂੰ ਇੱਥੇ? ਜੀ ਬੜਾ ਸੋਹਣਾ ਸਵਾਲ ਤੇ ਬੜਾ ਇੰਪੋਰਟੈਂਟ ਪੱਖ ਤੁਸੀਂ ਟੱਚ ਕੀਤਾ ਹੈ ਰਵਿੰਦਰ ਜੀ, ਕਿਉਂਕਿ ਇਹ ਵਰਕਰਸ ਜਿਹੜੇ ਆਉਂਦੇ ਨੇ ਜੀ ਵਰਕ ਪਰਮਿਟ ਤੇ ਮੋਸਟ ਪ੍ਰੋਬਬਲੀ ਆਉਂਦੇ ਨੇ, ਟੈਂਪਰੇਰੀ ਵਰਕਰਸ ਅਸੀਂ ਇਹਨਾਂ ਨੂੰ ਕਹੀਦਾ ਹੈ। ਖਾਸ ਤੌਰ ਉੱਤੇ ਫਾਰਮਰਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਲੋੜ ਹੁੰਦੀ ਹੈ ਵਰਕਰਸ ਦੀ। ਸੋ ਇਸ ਕਰਕੇ ਮੈਕਸੀਕੋ ਤੋਂ ਤਾਂ ਹੋਰ ਮੁਲਕਾਂ ਤੋਂ ਵੀ ਲਿਆਏ ਜਾਂਦੇ ਨੇ, ਭਾਰਤ ਤੋਂ ਵੀ ਆਉਂਦੇ ਹੈਗੇ ਨੇ। ਜਦੋਂ ਇੱਥੇ ਆ ਜਾਂਦੇ ਨੇ ਉਹ, ਤੇ ਉਹਨਾਂ ਦੇ ਪਾਸਪੋਰਟਸ ਜਿਹੜੇ ਹੁੰਦੇ ਨੇ ਉਹ ਆਮ ਤੌਰ ਤੇ ਰੱਖ ਲਏ ਜਾਂਦੇ ਹੈਗੇ ਨੇ, ਜਿਹੜਾ ਵੀ ਬੰਦਾ ਉਹਨਾਂ ਨੂੰ ਬੁਲਾਉਂਦਾ ਹੈ। ਤੇ ਉਸ ਤੋਂ ਬਾਅਦ ਉਹਨਾਂ ਦਾ ਸ਼ੋਸ਼ਣ ਹੁੰਦਾ, ਜਿਸ ਤਰ੍ਹਾਂ ਕਿ ਤੁਸੀਂ ਜ਼ਿਕਰ ਕੀਤਾ, ਸੈਕਸ਼ੂਅਲੀ ਵੀ ਐਕਸਪਲੋਇਟੇਸ਼ਨ ਹੁੰਦੀ। ਉਸ ਤੋਂ ਇਲਾਵਾ ਉਹਨਾਂ ਨੂੰ ਪੂਰੇ ਪੈਸੇ ਨਹੀਂ ਦਿੱਤੇ ਜਾਂਦੇ, ਵੱਧ ਕੰਮ ਕਰਾਇਆ ਜਾਂਦਾ ਹੈ। ਤੇ ਉਹ ਲੋਕ, ਕਿਉਂਕਿ ਇਹ ਮੈਕਸੀਕੋ ਤੋਂ ਜਿਹੜੇ ਲੋਕ ਇੱਥੇ ਆਉਂਦੇ ਨੇ, ਗਰੀਬ ਮੁਲਕ ਹੈਗਾ, ਤੇ ਇੱਥੇ ਆ ਕੇ ਇਸ ਸੋਚ ਨਾਲ ਆਉਂਦੇ ਨੇ ਕਿ ਚਲੋ ਕੁਝ ਪੈਸੇ ਤਾਂ ਅਸੀਂ ਕਮਾ ਰਹੇ ਹਾਂ ਤੇ ਜੋ ਆਪਣੇ ਮੁਲਕ 'ਚ ਕਮਾ ਰਹੇ ਉਸ ਨਾਲੋਂ ਤਾਂ ਕਿਤੇ ਜ਼ਿਆਦਾ ਹੈਗੇ ਨੇ। ਇਸ ਕਰਕੇ ਉਹ ਵੱਧ ਕੰਮ ਵੀ ਕਰਦੇ ਨੇ। ਜਿਹੋ ਜਿਹੇ ਵੀ ਹਾਲਾਤ 'ਚ ਉਹਨਾਂ ਨੂੰ ਰੱਖਿਆ ਜਾਂਦਾ, ਉੱਥੇ ਉਹ ਸਹਿੰਦੇ ਨੇ ਉਸ ਚੀਜ਼ ਨੂੰ ਤੇ ਸਮਾਂ ਬਿਤਾਉਂਦੇ ਨੇ। ਪਰ ਇਹ ਚੀਜ਼ ਬੜੀ ਮੰਦਭਾਗੀ ਹੈਗੀ ਹੈ, ਕਿਉਂਕਿ ਇਹ ਖਾਸ ਤੌਰ ਉੱਤੇ ਫਾਰਮਿੰਗ ਇੰਡਸਟਰੀ ਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਇਹ ਤਾਲੁਕਾਤ ਰੱਖਦੀ ਹੈਗੀ ਹੈ। ਅਤੇ ਬਹੁਤ ਵਾਰ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ। ਤੇ ਉਹ ਬੋਲਦੇ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਨੂੰ ਝਾਂਸੇ ਦਿੱਤੇ ਜਾਂਦੇ ਨੇ ਕਿ ਤੁਹਾਨੂੰ ਅਸੀਂ ਪਰਮਾਨੈਂਟ ਬਣਾ ਦਾਂਗੇ। ਇਹ ਗੱਲ ਸਿਰਫ ਇਹਨਾਂ ਟੈਂਪਰਰੀ ਵਰਕਰਸ ਨਾਲ ਹੀ ਨਹੀਂ ਜੀ ਜੁੜੀ ਹੋਈ, ਇਹ ਸਾਡੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਵੀ ਬਹੁਤ ਵਾਰੀ ਕਈ ਹੁੰਦਾ ਹੈ। ਅਤੇ ਜਿਹੜੇ ਲੋਕ ਇੱਥੇ ਵਰਕ ਪਰਮਿਟ ਤੇ ਵੀ ਆਉਂਦੇ ਨੇ, ਉਹਨਾਂ ਦੇ ਪਾਸਪੋਰਟਸ ਜਿਹੜੇ ਨੇ, ਜਿਹੜੇ ਵਿਅਕਤੀ ਨੇ ਬੁਲਾਇਆ ਹੁੰਦਾ ਉਹ ਰੱਖ ਲੈਂਦੇ ਨੇ। ਉਸ ਤੋਂ ਬਾਅਦ ਉਹਨਾਂ ਨੂੰ ਘੱਟ ਵੇਜਸ ਦਿੱਤੀਆਂ ਜਾਂਦੀਆਂ ਨੇ, ਉਹਨਾਂ ਦੇ ਨਾਲ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ, ਐਕਸਪਲੋਇਟੇਸ਼ਨ ਹੁੰਦੀ ਹੈ। ਸੋ ਇਹ ਗੱਲ ਬੜੀ ਮੰਦਭਾਗੀ ਹੈਗੀ ਹੈ ਤੇ ਇਸ ਦੇ ਵਿੱਚ ਵੀ ਤਰਮੀਮ ਕਰਨ ਦੀ ਲੋੜ ਹੈ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ। ਕਿਉਂਕਿ ਜੇਕਰ ਸਰਕਾਰ ਜਦੋਂ ਇਹ ਫੜ ਲੈਂਦੀ ਹੈ ਤਦ ਤੱਕ ਕੁਝ ਸਟੇਟਮੈਂਟ ਆ ਜਾਂਦੀ ਹੈ RCMP ਵੱਲੋਂ, ਪਰ ਕੀ ਸਰਕਾਰ ਵੱਲੋਂ ਕੋਈ ਠੋਸ ਕਦਮ ਚੁੱਕੇ ਜਾ ਰਹੇ ਨੇ ਇਸ ਨੂੰ ਰੋਕਣ ਵਾਸਤੇ? ਮੈਨੂੰ ਨਹੀਂ ਲੱਗਦਾ ਕਿ ਕੋਈ ਇਹੋ ਜਿਹੇ ਕਦਮ ਚੁੱਕੇ ਜਾ ਰਹੇ ਨੇ ਜਿਹਦੇ ਨਾਲ ਕਿ ਇਹ ਐਕਸਪਲੋਇਟੇਸ਼ਨ ਬੰਦ ਹੋਏ। ਸੋ ਇਸ ਕਰਕੇ ਸਖਤੀ ਵਰਤਣ ਦੀ ਲੋੜ ਹੈਗੀ ਹੈ। ਸਰਕਾਰ ਨੂੰ ਨਵੇਂ ਕਾਨੂੰਨ ਬਣਾਉਣੇ ਚਾਹੀਦੇ ਨੇ ਕਿ ਜਿਹੜਾ ਵੀ ਵਰਕਰ ਇੱਥੇ ਆ ਰਿਹਾ ਹੈ ਉਹ ਡਿਪੈਂਡੈਂਟ ਨਾ ਹੋਵੇ ਉਹਨਾਂ ਵਿਅਕਤੀਆਂ ਦੇ ਉੱਤੇ ਜਿਨ੍ਹਾਂ ਨੇ ਉਹਨਾਂ ਨੂੰ ਬੁਲਾਇਆ ਹੈਗਾ। ਤੇ ਉਸ ਤੋਂ ਇਲਾਵਾ ਜ਼ਰੂਰ ਸਕਰੀਨਿੰਗ ਹੋਣੀ ਚਾਹੀਦੀ ਹੈ। ਜਿਹੜੇ ਸਾਡੇ ਕੈਨੇਡਾ ਬਾਰਡਰ ਸਿਸਟਮ ਵਰਕਰਸ ਹੈਗੇ ਨੇ, ਜਿਹੜੇ ਕੰਮ ਕਰਦੇ ਨੇ ਕਾਮੇ, ਜਾਂ ਕੋਈ ਹੋਰ ਏਜੰਸੀ ਇਹਨਾਂ 'ਤੇ ਮੋਨੀਟਰ ਕਰੇ ਇਹਨਾਂ ਨੂੰ ਕਿ ਕੀ ਇਹਨਾਂ ਦੀ ਕੰਡੀਸ਼ਨਸ ਜਿਹੜੀਆਂ ਨੇ ਉਹ ਡਿਪਲੋਰੇਬਲ ਤਾਂ ਨਹੀਂ ਹੈਗੀਆਂ, ਕਿ ਉਹ ਗੰਦੀ ਥਾਵਾਂ 'ਤੇ ਤਾਂ ਨਹੀਂ ਰਹਿ ਰਹੇ ਹੈਗੇ, ਕੀ ਉਹਨਾਂ ਦਾ ਸ਼ੋਸ਼ਣ ਤਾਂ ਨਹੀਂ ਕੀਤਾ ਜਾ ਰਿਹਾ। ਇੱਕ ਵਾਰੀ ਵਿਅਕਤੀ ਇੱਥੇ ਆ ਜਾਂਦਾ, ਉਸ ਤੋਂ ਬਾਅਦ ਭੁੱਲ ਜਾਂਦਾ ਹਰ ਇੱਕ ਕੋਈ, ਅਤੇ ਜਦੋਂ ਵਾਪਸ ਜਾਂਦੇ ਨੇ ਉਹ ਤਦ ਹੀ ਪਤਾ ਲੱਗਦਾ ਹੈ। ਤੇ ਇਹੋ ਜਿਹੇ ਬੜੇ ਰੇਅਰ ਇੰਸਟੈਂਸਿਸ ਨੇ, ਇਹ ਸਾਹਮਣੇ ਆ ਜਾਂਦੇ ਨੇ, ਪਰ ਬੜੇ ਵੱਡੇ ਪੱਧਰ ਦੇ ਉੱਤੇ ਜੀ ਇਹ ਕੰਮ ਚੱਲ ਰਿਹਾ ਹੈ ਜਿਸ ਨੂੰ ਰੋਕਣ ਦੀ ਲੋੜ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਜਿਹੜਾ ਮੈਂ ਜ਼ਿਕਰ ਕੀਤਾ, ਉਹਨਾਂ ਨੂੰ ਵੀ ਵਰਕ ਪਰਮਿਟ ਦਾ ਝਾਂਸਾ ਦੇ ਕੇ LMIAs ਦਾ ਜ਼ਿਕਰ ਕਰਕੇ ਪੈਸੇ ਬਟੋਰੇ ਜਾਂਦੇ ਨੇ ਉਹਨਾਂ ਕੋਲੋਂ। ਫਿਰ ਕਈ ਵਾਰੀ ਉਹਨਾਂ ਨੂੰ ਲੱਤ ਮਾਰ ਦਿੱਤੀ ਜਾਂਦੀ ਹੈ, ਉਹਨਾਂ ਦੇ ਪਾਸਪੋਰਟ ਨਹੀਂ ਦਿੱਤੇ ਜਾਂਦੇ। ਸੋ ਇੱਕ ਗੰਦਲਾ ਇੱਕ ਸਿਸਟਮ ਬਣ ਚੁੱਕਿਆ ਜਿਸ ਨੂੰ ਕਿ ਚੇਂਜ ਕਰਨ ਦੀ ਲੋੜ ਹੈ। ਅਤੇ ਮੈਂ ਸਮਝਦਾ ਜਿਸ ਤਰ੍ਹਾਂ ਆਸਟ੍ਰੇਲੀਆ ਨੇ ਆਪਣਾ ਇੱਕ ਸਿਸਟਮ ਦੇ ਵਿੱਚ ਇਵੋਲਵ ਕੀਤਾ ਜਿਹਦੇ 'ਚ ਸਰਕਾਰ ਡਾਇਰੈਕਟਲੀ ਇਨਵੋਲਵਡ ਹੈਗੀ ਹੈ, ਉਹੋ ਜਿਹਾ ਸਿਸਟਮ ਇੱਥੇ ਆਉਣਾ ਚਾਹੀਦਾ ਜਿਹਦੇ ਨਾਲ ਕਿ ਇਹ ਸ਼ੋਸ਼ਣ ਬੰਦ ਹੋਵੇ। ਉਹ ਭਾਵੇਂ ਅੰਤਰਰਾਸ਼ਟਰੀ ਵਿਦਿਆਰਥੀ ਹੋਵੇ, ਭਾਵੇਂ ਉਹ ਵਰਕ ਪਰਮਿਟ 'ਤੇ ਆਇਆ ਹੋਇਆ ਵਿਅਕਤੀ, ਜਾਂ ਭਾਵੇਂ ਟੈਂਪਰਰੀ ਸਟੇਟਸ 'ਤੇ ਆਇਆ ਹੈ, ਉਹਦੇ ਨਾਲ ਦੁਰਵਿਵਹਾਰ ਜਿਹੜਾ ਬਿਲਕੁਲ ਬੰਦ ਹੋਣਾ ਚਾਹੀਦਾ ਜੀ। ਜਿੱਦਾਂ ਹਰਪ੍ਰੀਤ ਜੀ ਤੁਸੀਂ ਗੱਲ ਕੀਤੀ ਹੈ ਕਿ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਕੈਨੇਡਾ ਦੇ ਵਿੱਚ ਜਾ ਕੇ ਡਾਲਰ ਕਮਾ ਲਈਏ, ਚਾਹੇ ਮੈਕਸੀਕਨ ਹੈ, ਚਾਹੇ ਇੰਡੀਅਨ ਹੈ, ਚਾਹੇ ਪਾਕਿਸਤਾਨੀ ਹੈ, ਜਾਂ ਕੋਈ ਵੀ ਮੁਲਕ ਦਾ ਸ਼ਖਸ ਇੱਥੇ ਪਹੁੰਚਦਾ ਆ। ਮੈਨੂੰ ਇਹ ਲੱਗਦਾ ਸ਼ਾਇਦ ਤੁਸੀਂ ਇਸ ਰਾਏ ਦੇ ਨਾਲ ਸਹਿਮਤ ਹੋਵੋ, ਜਾਂ ਅੱਗੇ ਤੁਸੀਂ ਇਸ ਗੱਲ ਨੂੰ
ਹੋਰ ਐਕਸਪਲੋਰ ਕਰਕੇ ਤੇ ਇਹਨੂੰ ਤੁਸੀਂ ਪ੍ਰਚਾਰ ਕਰ ਸਕੋ ਕਿ ਰੋਕਣਾ ਸ਼ਾਇਦ ਸਾਡੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਇਹੋ ਜਿਹੇ ਅਨਸੋਸ਼ਲ ਐਲੀਮੈਂਟਸ ਇਹਦੇ ਵਿੱਚ ਸ਼ਮੂਲੀਅਤ ਕਰ ਚੁੱਕੇ ਨੇ ਕਿ ਰੋਕਣਾ ਹਰ ਪੱਖ ਤੇ ਹਰ ਸਟੈਪ ਤੇ ਮੁਸ਼ਕਲ ਵੀ ਹੋ ਜਾਵੇ। ਪਰ ਜਿਹੜੇ ਇਮੀਗ੍ਰੈਂਟਸ, ਜਿਹੜੇ ਸਟੂਡੈਂਟਸ ਇੱਥੇ ਆਉਂਦੇ ਨੇ ਤਾਂ ਉਹਨਾਂ ਨੂੰ ਘੱਟੋ ਘੱਟ ਐਜੂਕੇਟ ਕਰਨ ਲਈ ਇੰਨੀਆਂ ਬੋਡੀਜ਼ ਹੋਣ ਕਿ ਇਹ ਤੁਹਾਡੇ ਰਾਈਟਸ ਨੇ, ਇਹਨਾਂ ਰਾਈਟਸ ਦੀ ਜੇ ਕੋਈ ਤੁਹਾਡੀ ਐਕਸਪਲੋਇਟੇਸ਼ਨ ਕਰਦਾ ਹੈ ਤਾਂ ਤੁਸੀਂ ਫਲਾਣੇ ਨੂੰ ਜਾਂ ਫਲਾਣੀ ਬੋਡੀ ਨੂੰ ਤੁਸੀਂ ਕੰਸਲਟ ਕਰ ਸਕਦੇ ਹੋ। ਮੈਨੂੰ ਲੱਗਦਾ ਆ ਕਿ ਐਜੂਕੇਸ਼ਨ ਵੀਜ਼ੇ ਦੇ ਉੱਤੇ, ਸਟੱਡੀ ਵੀਜ਼ਾ ਦੇ ਉੱਤੇ ਅਸੀਂ ਬੁਲਾਉਂਦੇ ਆ ਲੋਕਾਂ ਨੂੰ, ਪਰ ਐਕਚੁਅਲ ਸਟੱਡੀ ਜਿਹੜੀ ਆ ਸਮਾਜ ਦੀ, ਕੈਨੇਡੀਅਨ ਹਿਸਟਰੀ ਦੀ, ਕੈਨੇਡੀਅਨ ਰੂਲਸ ਦੀ, ਉੱਥੇ ਅਸੀਂ ਲੈਕ ਕਰਦੇ ਹਾਂ। ਅਸੀਂ ਉਹ ਐਜੂਕੇਸ਼ਨ, ਬੇਸਿਕ ਐਜੂਕੇਸ਼ਨ ਹੀ ਨਹੀਂ ਦਿੰਦੇ ਉਹਨਾਂ ਨੂੰ। ਕਿਉਂਕਿ ਮੇਰੀ ਪਿੱਛੇ ਵੀ ਇੱਕ ਮਿਨਿਸਟਰ ਨਾਲ ਕਿਤੇ ਮਿਲਣੀ ਹੋਈ ਸੀਗੀ ਜੀ ਇੱਥੇ ਓਨਟਾਰੀਓ ਸਾਈਡ ਤੇ, ਤਾਂ ਉਹਨਾਂ ਨੂੰ ਜਦੋਂ ਮੈਂ ਇਹ ਗੱਲ ਕਹੀ ਕਿ ਜੀ ਇੰਨੇ ਸਟੂਡੈਂਟਸ ਆਉਂਦੇ ਨੇ ਪਰ ਇਸ ਚੀਜ਼ ਦੀ ਤੁਹਾਨੂੰ ਕਮੀ ਨਹੀਂ ਲੱਗਦੀ, ਔਰ ਉਹ ਮਿਨਿਸਟਰ ਨੇ ਐਕਸੈਪਟ ਕੀਤਾ ਕਿ ਰਵਿੰਦਰ ਇਹ ਕਮੀ ਜ਼ਰੂਰ ਹੈਗੀ ਹੈ, ਸਾਨੂੰ ਐਜੂਕੇਟ ਜ਼ਰੂਰ ਕਰਨਾ ਚਾਹੀਦਾ ਹੈ ਲੋਕਾਂ ਨੂੰ। ਜੀ ਬਿਲਕੁਲ ਰਵਿੰਦਰ ਜੀ, ਇਹ ਇੱਕ ਪੱਖ ਹੈਗਾ ਜਿਸ ਦੇ ਉੱਤੇ ਧਿਆਨ ਦੇਣ ਦੀ ਲੋੜ ਹੈਗੀ ਕਿ ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਲੇਕਿਨ ਉਸ ਤੋਂ ਜ਼ਿਆਦਾ ਇੰਪੋਰਟੈਂਟ ਮੈਂ ਸਮਝਦਾ ਕਿ ਜੇਕਰ ਅਸੀਂ ਐਕਸਪਲੋਇਟੇਸ਼ਨ ਰੋਕਣੀ ਹੈ ਤਾਂ ਐਕਸਪਲੋਇਟੇਸ਼ਨ ਹੁੰਦੀ ਕਿਉਂ ਹੈ? ਕਿਉਂਕਿ ਜਦੋਂ ਮੈਨੂੰ ਪਤਾ ਹੈ ਕਿ ਜੀ ਮੈਂ ਕਿਸੇ ABC ਨੇ ਮੈਨੂੰ ਇੱਥੇ ਬੁਲਾਇਆ ਹੈ ਵਰਕ ਪਰਮਿਟ ਦੇ ਉੱਤੇ, ਤੇ ਮੈਂ ਉਹਦੇ ਨਾਲ ਹੀ ਬਾਉਂਡ ਹੈਗਾ, ਮੈਂ ਕਿਤੇ ਹੋਰ ਬਾਹਰ ਜਾ ਨਹੀਂ ਸਕਦਾ। ਜੇ ਮੈਂ ਆਵਾਜ਼ ਬੁਲੰਦ ਕਰਾਂਗਾ ਤਾਂ ਉਹ ਮੈਨੂੰ ਜਿਹੜੀ ਵੀ ਸੋ ਕਾਲਡ ਨੌਕਰੀ ਦਿੱਤੀ ਗਈ ਉਤੋਂ ਵੀ ਬਾਹਰ ਕੱਢ ਸਕਦਾ ਹੈ। ਸੋ ਮੈਨੂੰ ਆਪਣਾ ਡਰ ਪਿਆ ਹੋਇਆ ਕਿ ਜੀ ਜੇ ਮੈਂ ਬੋਲਦਾ ਚਲ ਮੈਨੂੰ ਘੱਟ ਪੈਸੇ ਦੇ ਰਿਹਾ ਤੇ ਮੇਰਾ ਕੰਮ ਤਾਂ ਚੱਲ ਰਿਹਾ, ਮੈਂ ਕਹਿੰਦਾ ਬੈਟਰ ਹੈ ਐਜ਼ ਕੰਪੇਅਰ ਟੂ ਇੰਡੀਆ 'ਚ ਜਿਹੜੇ ਮੈਂ ਪੈਸੇ ਕਮਾ ਰਿਹਾ ਜਾਂ ਮੈਕਸੀਕੋ 'ਚ ਕਮਾ ਰਿਹਾ ਹੈਗਾ। ਸੋ ਇਸ ਕਰਕੇ ਇਹ ਕੰਟੀਨਿਊਸ ਜਿਹੜਾ ਹੈਗਾ ਪ੍ਰੋਸੈਸ ਚੱਲਦਾ ਹੈਗਾ। ਐਜੂਕੇਸ਼ਨ ਦੀ ਲੋੜ ਹੈ ਪਰ ਉਸ ਦੇ ਨਾਲ ਨਾਲ ਚੇਂਜਸ ਲਿਆਉਣ ਦੀ ਲੋੜ ਹੈਗੀ ਹੈ। ਸੋ ਹਿਊਮਨ ਟ੍ਰੈਫਿਕਿੰਗ ਤਾਂ ਕਦੇ ਬੰਦ ਨਹੀਂ ਹੋ ਸਕਦੀ ਜੀ ਰਵਿੰਦਰ ਜੀ, ਨੋ ਡਾਊਟ, ਇਹ ਤਾਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਨਹੀਂ ਬੰਦ ਹੋਏਗੀ। ਲੇਕਿਨ ਜਦੋਂ ਸਰਕਾਰ ਕੋਈ ਚੇਂਜਸ ਲੈ ਕੇ ਆਏਗੀ ਕਾਨੂੰਨ ਦੇ ਵਿੱਚ, ਜਦੋਂ ਮੈਨੂੰ ਪਤਾ ਹੋਏ ਕਿ ਜੀ ਮੈਂ ਕਿਸੇ ਉੱਤੇ ਡਿਪੈਂਡੈਂਟ ਨਹੀਂ, ਜਦੋਂ ਮੈਂ ਕੈਨੇਡਾ 'ਚ ਆ ਗਿਆ, ਜੇ ਮੇਰੇ ਨਾਲ ਕੋਈ ਦੁਰਵਿਵਹਾਰ ਕਰ ਰਿਹਾ ਮੈਂ ਸਿੱਧਾ RCMP ਨੂੰ ਅਪਰੋਚ ਕਰਾਂ ਤੇ ਮੈਨੂੰ ਮੇਰੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਜਾਏਗਾ, ਤਾਂ ਡੈਫੀਨੇਟਲੀ ਇੰਟਰਨੈਸ਼ਨਲ ਸਟੂਡੈਂਟਸ ਵੀ, ਉਸ ਤੋਂ ਇਲਾਵਾ ਜਿਹੜੇ ਵਰਕ ਪਰਮਿਟ ਤੇ ਵੀ ਆਏ ਨੇ ਜਾਂ ਟੈਂਪਰੇਰੀ ਬੇਸਿਸ ਤੇ ਆਏ ਨੇ, ਉਹ ਹੌਸਲਾ ਕਰ ਸਕਣਗੇ ਕਿ ਅੱਗੇ ਆ ਕੇ ਗੱਲ ਕਰਨ। ਪਰ ਜਦੋਂ ਉਹਨਾਂ ਨੂੰ ਪਤਾ ਹੈ ਕਿ ਜੀ ਮੇਰਾ ਤਾਂ ਸਭ ਕੁਝ ਹੀ ਨਿਰਭਰ ਹੈ ਉਸ ਬੰਦੇ ਦੇ ਉੱਤੇ ਜਿਹਨੇ ਮੈਨੂੰ ਬੁਲਾਇਆ ਜਾਂ ਉਸ ਆਰਗੇਨਾਈਜੇਸ਼ਨ ਦੇ ਉੱਤੇ, ਤਾਂ ਕਿਉਂ ਬਾਹਰ ਆਉਣਗੇ? ਸੋ ਇਸ ਕਰਕੇ ਪਹਿਲਾਂ ਕਾਨੂੰਨ ਦੇ ਵਿੱਚ ਚੇਂਜਸ ਲੈ ਕੇ ਆਉਣੇ ਚਾਹੀਦੇ ਨੇ, ਥੋੜ੍ਹੇ ਸਖਤ ਕਰਨ ਦੀ ਲੋੜ ਹੈਗੀ ਹੈ ਕਿ ਜਿਹੜਾ ਕੋਈ ਕਰਦਾ ਹੈ ਇਸ ਤਰ੍ਹਾਂ ਉਹਦੇ ਖਿਲਾਫ ਸਖਤ ਜੁਰਮਾਨੇ ਲਾਏ ਜਾਣ, ਤੇ ਨਾਲ ਜਿਹੜਾ ਵੀ ਵਿਅਕਤੀ ਇੱਥੇ ਆ ਰਿਹਾ ਉਸ ਨੂੰ ਓਪਨ, ਉਸ ਦੇ ਕੋਲ ਖੁੱਲ੍ਹ ਹੋਵੇ ਕਿ ਉਹ ਜੇਕਰ ਉਸ ਐਕਸਪਲੋਇਟੇਸ਼ਨ ਹੋ ਰਹੀ ਹੈ ਤਾਂ ਉਹ ਜਾ ਕੇ ਗੱਲਬਾਤ ਕਰ ਸਕੇ। ਪਰ ਹੁਣ ਤਾਂ ਪਤਾ ਹੀ ਨਹੀਂ ਕਿਸ ਨੂੰ ਦੱਸਿਆ ਜਾਵੇ। RCMP ਕੋਲ ਕੌਣ ਜਾਏਗਾ? ਨਵਾਂ ਬੰਦਾ ਜਿਹੜਾ ਆਉਂਦਾ ਹੈ, ਜਿਹੜੇ ਮੁਲਕਾਂ 'ਚੋਂ ਅਸੀਂ ਆਉਂਦੇ ਹਾਂ, ਸਾਡੇ ਮਨ 'ਚ ਖੌਫ ਹੁੰਦਾ ਹੈ ਕਿ ਜੀ ਪੁਲਿਸ ਜਿਹੜੀ ਹੈ ਕਿਸ ਤਰ੍ਹਾਂ ਦਾ ਬਿਹੇਵੀਅਰ ਉਹਨਾਂ ਦਾ ਹੁੰਦਾ ਹੈ। ਸੋ ਉਹੀ ਸੋਚ ਲੈ ਕੇ ਅਸੀਂ ਇਹਨਾਂ ਮੁਲਕਾਂ 'ਚ ਆਉਂਦੇ, ਸਾਨੂੰ ਪਤਾ ਨਹੀਂ ਹੁੰਦਾ ਸਿਸਟਮ ਦਾ। ਸੋ ਉੱਥੇ ਸਟੱਡੀ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਉਹਦੀ ਲੋੜ ਹੈਗੀ ਹੈ ਕਿ ਜਦੋਂ ਤੁਹਾਨੂੰ ਵੀਜ਼ਾ ਦਿੱਤਾ ਜਾਂਦਾ ਹੈ ਉਸ ਸਮੇਂ ਹੀ ਕੈਨੇਡੀਅਨ ਐਮਬੈਸੀ, ਜਿਹੜੇ ਵੀ ਮੁਲਕ 'ਚੋਂ ਤੁਸੀਂ ਅਪਲਾਈ ਕਰ ਰਹੇ ਹੋ, ਤੁਹਾਨੂੰ ਕੋਈ ਬੁਕਲੈਟ ਮਿਲੇ, ਤੁਹਾਡੇ ਕੀ ਰਾਈਟਸ ਨੇ, ਕੀ ਤੁਹਾਡੀਆਂ ਰਿਸਪੌਂਸਿਬਿਲਿਟੀਜ਼ ਨੇ, ਤੁਸੀਂ ਕਿਹੜੀ ਚੀਜ਼ਾਂ ਦੇ ਉੱਤੇ ਖੁੱਲ੍ਹ ਕੇ ਗੱਲ ਕਰ ਸਕਦੇ ਹੋ, ਕਿਹੜੀ ਚੀਜ਼ਾਂ ਜਿਹੜੀਆਂ ਨੇ ਤੁਸੀਂ ਨਹੀਂ ਕਰ ਸਕਦੇ। ਸੋ ਜੇਕਰ ਉਹ ਚੀਜ਼ ਦੀ ਨੌਲੇਜ ਹੋਏਗੀ ਤਾਂ ਡੈਫੀਨੇਟਲੀ ਇਹ ਚੀਜ਼ ਦੇ ਵਿੱਚ ਰੋਕ ਲਾਉਣ ਦੇ ਵਿੱਚ ਅਸੀਂ ਕੁਝ ਕਾਮਯਾਬ ਹੋ ਸਕਦੇ ਹਾਂ। ਗੱਲ ਤਾਂ ਬੜੀ ਸਿੰਪਲ ਜਿਹੀ ਹੈ ਜੀ। ਮੈਨੂੰ ਗੱਲਾਂ ਕਰਦੇ ਕਰਦੇ ਦਿਮਾਗ 'ਚ ਹਰਪ੍ਰੀਤ ਜੀ ਆ ਗਿਆ, ਜਿੱਦਾਂ ਅਸੀਂ ਕਹਿੰਦੇ ਕਿ IELTS ਦਾ ਟੈਸਟ ਬਹੁਤ ਜ਼ਰੂਰੀ ਹੈ, ਸੋ ਉੱਦਾਂ ਦਾ ਕੋਈ 1-2 ਦਿਨਾਂ ਦਾ ਜਾਂ 2-3 ਘੰਟੇ ਦਾ ਕੋਈ ਕੋਰਸ ਹੋਵੇ, ਉਹਦਾ ਇੱਕ ਛੋਟਾ ਜਿਹਾ ਟੈਸਟ ਕੈਨੇਡਾ ਗਵਰਨਮੈਂਟ ਜੇ ਸ਼ੁਰੂ ਕਰ ਦੇ ਕਿ ਭਾਈ ਆਹ ਵੀ ਟੈਸਟ ਤੁਹਾਡਾ IELTS ਦੇ ਨਾਲ ਨਾਲ ਜ਼ਰੂਰੀ ਹੈ, ਤਾਂ ਸ਼ਾਇਦ ਅੱਧੀ ਪ੍ਰੋਬਲਮ ਉਹਨਾਂ ਦੀ ਹੱਲ ਹੋ ਜਾਏ। ਜਾਂ ਕੋਈ NGOs ਨੂੰ ਇਨਵੋਲਵ ਕਰ ਲਿਆ ਜਾਵੇ ਕਿ ਇਸ NGO ਦਾ ਜੇ ਤੁਸੀਂ ਕੋਰਸ ਕਰਕੇ ਆਉਂਦੇ ਹੋ ਤਾਂ ਤੁਹਾਨੂੰ ਫਾਇਦਾ ਹੋਊਗਾ, ਔਰ ਇਹ ਕੋਰਸ ਕਰਨਾ ਬੜਾ ਜ਼ਰੂਰੀ ਹੈ। ਸੋ देयर शुड बी वेलकम किट, ਮੈਨੂੰ ਲੱਗਦਾ ਜਿੱਦਾਂ ਤੁਸੀਂ ਕਹਿ ਰਹੇ ਹੋ। ਐਬਸੋਲੂਟਲੀ ਬਿਲਕੁਲ ਕੋਈ ਵੈਲਕਮ ਕਿਟ ਹੋਵੇ ਜਿਹਦੇ 'ਚ ਸਾਰੀਆਂ ਚੀਜ਼ਾਂ ਲਿਖੀਆਂ ਹੋਣ, ਉਹਨਾਂ ਨੂੰ ਬੱਚਿਆਂ ਨੂੰ ਪਤਾ ਹੋਵੇ ਜਿਹੜਾ ਵੀ ਵਿਅਕਤੀ ਆ ਰਿਹਾ, ਭਾਵੇਂ ਜਿਸ ਮਰਜ਼ੀ ਸਿਸਟਮ ਨਾਲ ਆ ਰਿਹਾ, ਭਾਵੇਂ ਉਹ ਪਰਮਾਨੈਂਟ ਰੈਜ਼ੀਡੈਂਟ ਆ ਰਿਹਾ, ਭਾਵੇਂ ਉਹ ਟੈਂਪਰੇਰੀ ਵੀਜ਼ੇ ਤੇ ਆ ਰਿਹਾ ਜਾਂ ਈਵਨ ਟੂਰਿਸਟ ਵੀਜ਼ੇ ਤੇ ਵੀ ਵਿਅਕਤੀ ਆ ਰਿਹਾ, ਉਹਨਾਂ ਕੋਲ ਇਹ ਨਾਲ ਉਹਨਾਂ ਨੂੰ ਚੀਜ਼ ਮਿਲਣੀ ਚਾਹੀਦੀ ਤਾਂ ਕਿ ਉਹਨਾਂ ਨੂੰ ਪਤਾ ਹੋਏ ਕਿ ਕੈਨੇਡਾ ਦਾ ਸਿਸਟਮ ਕੀ ਹੈਗਾ, ਤੇ ਜੇਕਰ ਉਹਨਾਂ ਨਾਲ ਕੋਈ ਦੁਰਉਪਯੋਗ ਉਹਨਾਂ ਦਾ ਕੀਤਾ ਜਾ ਰਿਹਾ ਤੇ ਕਿਹੜੇ ਉਹਨਾਂ ਦੇ ਰਾਈਟਸ ਹੈਗੇ ਨੇ ਤੇ ਕਿਹੜੀਆਂ ਉਹਨਾਂ ਦੀ ਰਿਸਪੌਂਸਿਬਿਲਿਟੀਜ਼ ਵੀ ਹੈਗੀਆਂ ਨੇ। ਕਿਉਂਕਿ ਆਮ ਤੌਰ ਦੇ ਉੱਤੇ ਇੱਥੇ ਆ ਕੇ ਅਸੀਂ ਆਪਣੇ ਹੱਕ ਤਾਂ ਬੜੇ ਕਹਿੰਦੇ ਜੀ ਸਾਡੇ ਹੈਗੇ ਨੇ, ਪਰ ਸਾਡੀਆਂ ਜ਼ਿੰਮੇਵਾਰੀਆਂ ਕੀ ਨੇ, ਕਈ ਵਾਰੀ ਅਸੀਂ ਉਸ ਤੋਂ ਭੱਜ ਜਾਂਦੇ ਹਾਂ, ਜਿਹਦਾ ਕਿ ਅਗੇਨ ਸਾਨੂੰ ਖਮਿਆਜ਼ਾ ਭੁਗਤਣਾ ਪੈਂਦਾ ਇਨ ਦਾ ਫਾਰਮ ਆਫ ਜਦੋਂ ਲੋਕੀ ਇਸ ਬਹਾਨੇ ਨਾਲ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕਿ ਜੀ ਸਾਡਾ ਇੱਥੇ ਕੀ ਸਾਡੀ ਰਿਸਪੌਂਸਿਬਿਲਿਟੀ ਹੈਗੀ ਹੈ। ਸੋ ਦੋਨੋਂ ਪੱਖ, ਹੱਕ ਵੀ ਤੇ ਤੁਹਾਡੀਆਂ ਰਿਸਪੌਂਸਿਬਿਲਿਟੀਜ਼, ਇਹ ਵੈਲਕਮ ਕਿਟ ਵਿੱਚ ਹੋਣੀਆਂ ਚਾਹੀਦੀਆਂ ਨੇ, ਜਿਹਦਾ ਕਿ ਤੁਸੀਂ ਸਹੀ ਇਸਤੇਮਾਲ ਕਰਕੇ ਇੱਕ ਚੰਗਾ ਜੀਵਨ ਜੋ ਹੈ ਬਸਰ ਕਰ ਸਕੋ ਜੇਕਰ ਕੈਨੇਡਾ 'ਚ ਆਏ ਹੋ ਤੁਸੀਂ।
ਜੀ ਬਿਲਕੁਲ, ਜ਼ਿੰਮੇਵਾਰੀਆਂ ਤੋਂ ਤਾਂ ਅਸੀਂ ਐਵੇਂ ਭੱਜਦੇ ਹਾਂ, ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਸੜਕ ਇੱਥੇ ਭੱਜ ਕੇ ਕ੍ਰਾਸ ਕਰਨੀ ਹੈ ਕਿ ਤੁਰ ਕੇ ਕ੍ਰਾਸ ਕਰਨੀ ਹੈ। ਜੀ। ਸੋ ਸਾਰੀਆਂ ਚੀਜ਼ਾਂ ਸਾਨੂੰ ਮੈਨੂੰ ਲੱਗਦਾ ਹੈ ਕਿ ਦੱਸ ਦੇਣੀਆਂ ਚਾਹੀਦੀਆਂ ਨੇ। ਤੇ ਇਹਦੇ ਨਾਲ ਹੀ ਹਰਪ੍ਰੀਤ ਜੀ, ਜਦੋਂ ਇਮੀਗ੍ਰੇਸ਼ਨ ਦੀ ਗੱਲ ਹੁੰਦੀ ਹੈ ਤਾਂ ਕਨਫਲਿਕਟ ਜਿਹੜਾ ਇਸ ਵੇਲੇ ਲਿਬਰਲ ਪਾਰਟੀ ਔਰ ਕੰਜ਼ਰਵੇਟਿਵਸ ਦੇ ਵਿੱਚ ਹੈਗਾ। ਕੰਜ਼ਰਵੇਟਿਵ ਦੇ ਲੀਡਰ ਪੀਅਰ ਪੋਲੀਵਰ ਉਹ ਕਹਿੰਦੇ ਨੇ ਕਿ ਅਸੀਂ ਤਾਂ ਸੋਚਿਆ ਸੀਗਾ ਕਿ ਟਰੂਡੋ ਕਹਿੰਦੇ ਨੇ ਕਿ ਜੀ ਆਲਵੇਜ਼ ਪੋਸੀਬਲ, ਬੈਟਰ ਇਜ਼ ਆਲਵੇਜ਼ ਪੋਸੀਬਲ, ਪਰ ਕਹਿੰਦੇ ਇਹ ਤਾਂ ਵਰਸਟ ਹੁੰਦਾ ਜਾ ਰਿਹਾ ਆ। ਸੋ ਇੱਕ ਦੂਜੇ ਦੇ ਉੱਤੇ ਇਲਜ਼ਾਮ ਲੱਗਦੇ ਨੇ, ਇੱਕ ਦੂਜੇ ਦੀ ਇਨਸਲਟ ਕੀਤੀ ਜਾ ਰਹੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ। ਕਈ ਲੋਕ ਤਾਂ ਇਹਨੂੰ ਇਨਸਲਟ ਮੰਨਦੇ ਆ ਜੀ, ਕਈ ਮੰਨਦੇ ਆ ਕਿ ਪੋਲੀਟੀਕਲ ਬਿਆਨਬਾਜ਼ੀ ਹੈ। ਸੋ ਅਸੀਂ ਇਹਨੂੰ ਪੋਲੀਟੀਕਲ ਬਿਆਨਬਾਜ਼ੀ ਲੈਂਦੇ ਹਾਂ। ਤੇ ਦੂਜੇ ਪਾਸੇ ਟਰੂਡੋ ਕਹਿੰਦੇ ਨੇ ਕਿ ਪੋਲੀਵਰ ਜਿਹੜੇ ਨੇ ਉਹ ਬਿਟਕੋਇਨ ਵਰਗੀ ਕਰੰਸੀ ਨੂੰ ਲਿਆ ਕੇ ਸਾਡਾ ਸਿਸਟਮ ਹੀ ਖਰਾਬ ਕਰਨਾ ਚਾਹੁੰਦੇ ਨੇ। ਜੀ ਜੀ ਕਿਉਂਕਿ ਦੋ ਪੱਖ ਹੈਗੇ ਨੇ ਜੀ ਇਹਦੇ ਉੱਤੇ। ਬਿਲਕੁਲ ਤੁਸੀਂ ਸਹੀ ਕਿਹਾ ਕਿ ਦੋਨੋਂ, ਇੱਕ ਤਾਂ ਪੋਲਿਟਿਕਸ ਦੇ ਵਿੱਚ ਇੱਕ ਦੂਸਰੇ ਖਿਲਾਫ ਬਿਆਨਬਾਜ਼ੀ ਕਰਨੀ, ਇਹ ਤਾਂ ਇੱਕ ਨਾਰਮਲ ਚੀਜ਼ ਹੈ, ਇਹ ਹੁੰਦੀ ਰਹੇਗੀ। ਪਰ ਪਾਰਲੀਮੈਂਟ ਇੱਕ ਉਹ ਥਾਂ ਹੁੰਦੀ ਹੈ ਜਿੱਥੇ ਕਿ ਤੁਸੀਂ ਜਿਹੜੇ ਚੁਣੇ ਹੋਏ ਰਿਪਰੈਜ਼ੈਂਟੇਟਿਵਸ ਭੇਜਦੇ ਹੋ, ਉਹਨਾਂ ਨੂੰ ਅਧਿਕਾਰ ਹੁੰਦਾ ਹੈ ਕਿ ਤੁਹਾਡੇ ਬਿਹਾਫ 'ਤੇ ਉਹ ਸਰਕਾਰ ਜਿਹੜੀ ਵੀ ਹੈਗੀ ਉਸ ਨੂੰ ਸਵਾਲ ਪੁੱਛ ਸਕਣ ਅਤੇ ਉਸ ਦਾ ਜਵਾਬ ਲੈ ਕੇ ਲੋਕਾਂ ਤੱਕ ਆ ਸਕਣ। ਪਰ ਜਦੋਂ ਮੈਂ ਹੁਣ ਰਵਿੰਦਰ ਜੀ, ਤੁਸੀਂ ਸਵਾਲ ਮੈਨੂੰ ਪੁੱਛਿਆ ਕਿ ਜੀ ਪੀਅਰ ਪੋਲੀਵਰ ਅਤੇ ਟਰੂਡੋ ਦਾ, ਤੇ ਮੈਂ ਇਹਦੇ ਵਿੱਚ ਜਗਮੀਤ ਸਿੰਘ ਦੀ ਗੱਲ ਕਰਨਾ ਸ਼ੁਰੂ ਕਰਨਾ ਤੇ ਕਿੰਨੀ ਕੁ ਉਹ ਵਾਜਬ ਹੋਏਗੀ। ਅਨਫੋਰਚੂਨੇਟਲੀ ਪਾਰਲੀਮੈਂਟ 'ਚ ਇਹੀ ਦੇਖਣ ਨੂੰ ਮਿਲ ਰਿਹਾ। ਹੁਣ ਅਸੀਂ ਭਾਰਤੀ ਪਾਰਲੀਮੈਂਟ ਨੂੰ ਤਾਂ ਕਹਿ ਦਿੰਦੇ ਹਾਂ ਕਿ ਜੀ ਉਹ ਇੱਕ ਅੱਡਾ ਹੈਗਾ ਖੇਡਾਂ ਦਾ, ਜਿੱਥੇ ਕਿ ਇੱਕ ਦੂਸਰੇ ਦੇ ਖਿਲਾਫ ਸਿਰਫ ਬਿਆਨਬਾਜ਼ੀ ਹੁੰਦੀ ਹੈ, ਪਰ ਇੱਥੇ ਵੀ ਕੁਝ ਘੱਟ ਨਹੀਂ ਹੋ ਰਿਹਾ। ਜਦੋਂ ਸਰਕਾਰ ਨੂੰ ਕੋਈ ਸਵਾਲ ਪੁੱਛਿਆ ਜਾਂਦਾ ਕਿਸੇ ਪਾਰਟਿਕੂਲਰ ਇਸ਼ੂ ਦੇ ਉੱਤੇ, ਤਾਂ ਸਰਕਾਰ ਦੇ ਨੁਮਾਇੰਦੇ ਉਹ ਜਵਾਬ ਸਿੱਧਾ ਨਹੀਂ ਦਿੰਦੇ, ਗੱਲ ਕਿਤੇ ਦੀ ਕਿਤੇ ਹੋਰ ਕਰ ਦਿੰਦੇ ਨੇ, ਜਿਸ ਕਾਰਨ ਇਹ ਚੀਜ਼ਾਂ ਭੜਕ ਜਾਂਦੀਆਂ ਨੇ ਤੇ ਬਾਰ-ਬਾਰ ਉਹੀ ਚੀਜ਼ ਦੁਹਰਾਈ ਜਾਂਦੀ ਹੈ। ਜ਼ਰੂਰਤ ਤਾਂ ਇਹ ਹੈਗੀ ਹੈ ਕਿ ਜੀ ਜਿਹੜਾ ਸਵਾਲ ਪੁੱਛਿਆ ਜਾਏ ਉਸ ਦਾ ਠੋਕਵਾਂ ਜਵਾਬ ਜੋ ਹੈ ਦਿੱਤਾ ਜਾਵੇ ਵਿਦ ਪ੍ਰੂਫਸ। ਜੇਕਰ ਪੀਅਰ ਪੋਲੀਵਰ ਕਹਿੰਦੇ ਨੇ ਕਿ ਜੀ ਇਮੀਗ੍ਰੇਸ਼ਨ ਸਿਸਟਮ ਮੈਸ ਵਿੱਚ ਹੈਗਾ, ਤਾਂ ਸਰਕਾਰ ਕੋਲ ਆંકੜੇ ਹੈਗੇ ਨੇ, ਉਹ ਉਹਨਾਂ ਨੂੰ ਪੇਸ਼ ਕਰਨੇ ਚਾਹੀਦੇ ਨੇ ਤੇ ਦੱਸਣਾ ਚਾਹੀਦਾ ਹੈ ਉਹਨਾਂ ਨੇ ਕੀ ਕੀਤਾ ਸਹੀ ਤੇ ਕੀ ਉਹ ਸਮਝਦੇ ਨੇ ਜਿੱਤੇ ਕਿ ਹੋਰ ਉਹ ਕੰਮ ਕਰ ਰਹੇ ਨੇ। ਪਰ ਉੱਥੇ ਤਾਂ ਗੱਲ ਜੇ ਮੈਂ ਪੁੱਛੀ ਇਮੀਗ੍ਰੇਸ਼ਨ ਦੀ, ਉੱਥੇ ਇਕੋਨਮੀ ਦੀ ਗੱਲ ਕੀਤੀ ਜਾ ਰਹੀ ਹੈ। ਇਕੋਨਮੀ ਦਾ ਜੇ ਪੁੱਛਦੇ ਆ ਤੇ ਉਹ ਸਪੋਰਟਸ ਦੀ ਗੱਲ ਕਰ ਲੈਂਦੇ ਨੇ। ਸੋ ਇੱਕ ਖੇਡਾਂ ਖੇਡੀਆਂ ਜਾ ਰਹੀਆਂ ਨੇ ਜਿਹੜੀ ਕਿ ਗਲਤ ਚੀਜ਼ ਹੈਗਾ, ਗਲਤ ਟ੍ਰੈਂਡ ਹੈਗਾ। ਪਾਰਲੀਮੈਂਟ ਇੱਕ ਐਸਾ ਪਵਿੱਤਰ ਅਖਾੜਾ ਹੈਗਾ ਜਿੱਥੇ ਕਿ ਸਾਨੂੰ ਸਾਰੀਆਂ ਚੀਜ਼ਾਂ ਲੋਕਾਂ ਤੱਕ ਲਿਆਉਣ ਦੀ ਲੋੜ ਹੈਗੀ ਹੈ ਤੇ ਉਸੇ ਕਾਰਨ ਅਸੀਂ ਚੁਣ ਕੇ ਨੁਮਾਇੰਦੇ ਉੱਥੇ ਭੇਜਦੇ ਹੈਗੇ ਆ। ਸੋ ਹੁਣ ਇੱਕ ਦੂਸਰੇ ਖਿਲਾਫ ਬਿਆਨਬਾਜ਼ੀ ਦੇ ਬਜਾਏ ਜੇਕਰ ਪੀਅਰ ਪੋਲੀਵਰ ਵੀ ਇਹ ਗੱਲਾਂ ਤੇ ਆ ਜਾਣ ਕਿ ਜੀ ਸਰਕਾਰ ਜੇ ਉਹ ਕਹਿੰਦੇ ਨੇ ਇਮੀਗ੍ਰੇਸ਼ਨ ਖਿਲਾਫ ਇੱਕ ਜੰਗ ਉਹ ਛੇੜਨਗੇ, ਇੱਕ ਲੌਪਸਾਈਡਡ ਇਮੀਗ੍ਰੇਸ਼ਨ ਹੋ ਰਹੀ ਹੈ, ਕਿਹੜੇ ਚੇਂਜਸ ਲੈ ਕੇ ਆਉਣਗੇ, ਪੀਅਰ ਪੋਲੀਵਰ ਨੂੰ ਉਸ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ ਤੇ ਟਰੂਡੋ ਸਾਹਿਬ ਨੂੰ ਉਸ ਚੀਜ਼ ਤੇ ਫੋਕਸ ਕਰਨਾ ਚਾਹੀਦਾ ਹੈ ਕਿ ਜੀ ਅਸੀਂ ਇਹ ਕੰਮ ਕਰ ਚੁੱਕੇ ਹਾਂ, ਕਿਉਂ 2.5 ਮਿਲੀਅਨ ਫਾਈਲਾਂ ਦਾ ਸਾਡਾ ਬੈਕਲੌਗ ਹੋ ਗਿਆ ਹੈ, ਕਿਸ ਤਰ੍ਹਾਂ ਅਸੀਂ ਇਸ ਨੂੰ ਠੀਕ ਕਰਨਾ ਚਾਹੁੰਦੇ ਹਾਂ। ਸੋ ਸੋਲਿਊਸ਼ਨ ਓਰੀਐਂਟਡ ਜਦੋਂ ਥਾਟ ਆਏਗੀ ਤਾਂ ਉਸ ਨਾਲ ਸ਼ਾਇਦ ਕੋਈ ਹੱਲ ਲੱਭਿਆ ਜਾ ਸਕੇ, ਨਹੀਂ ਤਾਂ ਇਹ ਸਿਰਫ ਬਿਆਨਬਾਜ਼ੀਆਂ ਤੱਕ ਹੀ ਸੀਮਤ ਰਹੇਗੀ। ਹੁਣ ਜਦੋਂ ਬਿਟਕੋਇਨ ਦੀ ਗੱਲ ਕਰਦੇ ਹਾਂ ਤਾਂ ਯੈਸ, ਇਸ ਉੱਤੇ ਕਾਫੀ ਖਿਲਵਾੜ ਹੋਇਆ ਸੀ ਪੀਅਰ ਪੋਲੀਵਰ ਦਾ। ਜਦੋਂ ਇਹ ਲੀਡਰ ਵੀ ਚੁਣੇ ਜਾ ਰਹੇ ਸੀ ਉਸ ਸਮੇਂ ਉਹਨਾਂ ਨੇ ਕਿਹਾ ਸੀ ਕਿ ਮੈਂ ਬਿਟਕੋਇਨ ਨੂੰ ਜੋ ਹੈ ਆਫੀਸ਼ੀਅਲ ਕਰੰਸੀ ਬਣਾਉਣਾ ਚਾਹੁੰਦਾ। ਉਹਨਾਂ ਨੇ ਕਿਸ ਮਕਸਦ ਨਾਲ ਕਿਹਾ ਸੀ ਉਹ ਉਸ ਨੂੰ ਕਲੈਰੀਫਾਈ ਨਹੀਂ ਕਰ ਸਕੇ ਸੀ, ਜਿਹੜੀ ਕਿ ਅੱਜ ਵੀ ਇਹ ਦੁਬਿਧਾ ਵਿੱਚ ਹਨ ਲੋਕ ਕਿ ਜੀ ਇਹ ਬਿਟਕੋਇਨ ਨਾਲ ਕਿਵੇਂ ਸਰਕਾਰ ਚੱਲ ਸਕਦੀ ਹੈ। ਸੋ ਉੱਧਰੋਂ ਦੂਸਰੇ ਪਾਸੇ ਜਦੋਂ ਬੈਂਕ ਆਫ ਕੈਨੇਡਾ ਦੇ ਵੱਲੋਂ ਜਿਸ ਤਰੀਕੇ ਨਾਲ ਇੰਟਰਸਟ ਰੇਟਸ ਵਿੱਚ ਵਾਧਾ ਕੀਤਾ ਜਾ ਚੁੱਕਿਆ ਹੈ 8 ਵਾਰ ਪਿਛਲੇ ਸਾਲ, ਤੇ ਹੁਣ ਮਾਰਚ ਦੇ ਮਹੀਨੇ ਵਿੱਚ ਮੁੜ ਤੋਂ ਦੁਬਾਰਾ ਉਹਨਾਂ ਨੇ ਬੈਂਕ ਆਫ ਕੈਨੇਡਾ ਨੇ ਡਿਸਾਈਡ ਕਰਨਾ ਹੈ ਕਿ ਕੀ ਉਹਨਾਂ ਨੇ ਇੰਟਰਸਟ ਰੇਟ ਵਧਾਉਣਾ ਹੈ ਕਿ ਨਹੀਂ ਵਧਾਉਣਾ। ਸਭ ਦੀਆਂ ਅੱਖਾਂ ਉੱਥੇ ਜੁੜੀਆਂ ਹੋਈਆਂ ਨੇ ਕਿਉਂਕਿ ਬਹੁਤ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਨੇ ਇਸ ਨਾਲ। 8 ਮਾਰਚ ਨੂੰ ਇਹ ਫੈਸਲਾ ਉਹਨਾਂ ਨੇ ਲੈਣਾ ਹੈ। ਸੋ ਲੱਗਦਾ ਤਾਂ ਹੈਗਾ ਕਿ ਉਹ ਨਹੀਂ ਲੈਣਗੇ, ਪਰ ਉਹ ਮੈਂ ਇਨਫਲੇਸ਼ਨ ਦੇ ਵਿੱਚ ਮੈਂ ਟੱਚ ਕਰਨਾ ਚਾਹਾਂਗਾ। ਸੋ ਅਗੇਨ ਕਮਿੰਗ ਬੈਕ ਟੂ ਦ ਇਸ਼ੂ ਜਿਹੜਾ ਤੁਸੀਂ ਰੇਜ਼ ਕੀਤਾ ਹੈਗਾ, ਯੈਸ ਪਾਰਲੀਮੈਂਟ ਇੱਕ ਜੋਕ ਨਾ ਬਣ ਕੇ ਰਹਿ ਜਾਏ। ਉੱਥੇ ਸਰਕਾਰ ਦਾ ਫਰਜ਼ ਹੈਗਾ ਕਿ ਉਹ ਆંકੜੇ ਨਾਲ ਦੱਸੇ ਲੋਕਾਂ ਨੂੰ ਕਿ ਕੀ ਉਹਨਾਂ ਨੇ ਕੰਮ ਕੀਤਾ, ਤੇ ਆਪੋਜੀਸ਼ਨ ਦਾ ਕੰਮ ਹੈਗਾ ਕਿ ਜਿਹੜੇ ਲੋਕ ਜਿਹੜੀਆਂ ਸਮੱਸਿਆਵਾਂ 'ਚੋਂ ਲੰਘ ਰਹੇ ਨੇ ਉਹਨਾਂ ਚੀਜ਼ਾਂ ਨੂੰ ਉਜਾਗਰ ਕਰੇ ਤਾਂ ਕਿ ਉਸ ਦਾ ਜਵਾਬ ਮਿਲ ਸਕੇ ਤੇ ਆਮ ਜਨਤਾ ਇਹ ਰਾਏ ਬਣਾ ਸਕੇ ਕਿ ਕੀ ਸਰਕਾਰ ਠੀਕ ਕਰ ਰਹੀ ਹੈ ਜਾਂ ਆਪੋਜੀਸ਼ਨ ਜੋ ਹੈ ਉਹ ਬਿਹਤਰ ਰੋਲ ਜਿਹੜਾ ਹੈ ਉਹ ਨਿਭਾ ਰਹੀ ਹੈ। ਬਟ ਇਸ ਸਮੇਂ ਜੋ ਹੈ ਸਰਕਾਰ ਜੋ ਹੈ ਭੱਜ ਰਹੀ ਹੈ ਆਪਣੀ ਜਵਾਬਦੇਹੀ ਤੋਂ, ਜਿਹੜੀ ਕਿ ਗੱਲ ਠੀਕ ਨਹੀਂ ਹੈਗੀ। ਆਮ ਤੌਰ ਤੇ ਹੁੰਦਾ ਕੀ ਹੈ ਕਿ ਨਾ ਕਈ ਵਾਰੀ ਅਸੀਂ ਜਦੋਂ ਸਿਆਸਤ ਵਿੱਚ ਹੁੰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਆਸ-ਪਾਸ ਤੁਹਾਡਾ ਕੁਆਇਟਰ ਹੁੰਦਾ ਨਾ, ਉਹ ਲੋਕਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਣ ਦਿੰਦਾ ਹੀ ਨਹੀਂ ਹੈਗਾ। ਸੋ ਸਰਕਾਰ ਨੂੰ ਜ਼ਰੂਰ ਜਾਗ ਲੈਣਾ ਚਾਹੀਦਾ ਹੈ। ਸਰਕਾਰ ਸਿਰਫ ਇਸ ਸੋਚ ਵਿੱਚ ਨਾ ਰਵੇ ਕਿ ਜੀ $2,000 ਜਾਂ $40,000 ਅਸੀਂ ਬਿਜ਼ਨੈਸਿਸ ਨੂੰ ਦਿੱਤੇ ਸੀ, ਪਰ ਉਸ ਦੇ ਨਾਲ ਕਿਸ ਤਰੀਕੇ ਨਾਲ ਵਾਪਸ ਪੈਸੇ ਜਾ ਰਹੇ ਨੇ। ਲੋਕ ਇਸ ਸਮੇਂ ਬਹੁਤ
ਹਾਹਾਕਾਰ ਮਚਾ ਰਹੇ ਨੇ, ਲੋਕ ਚਿੰਤਤ ਨੇ, ਲੋਕਾਂ ਦੀ ਇਨਫਲੇਸ਼ਨ ਕਾਰਨ ਲੱਖ ਜੋ ਹੈ ਟੁੱਟ ਰਿਹਾ ਹੈ। ਤਾਂ ਸਰਕਾਰ ਨੂੰ ਜ਼ਰੂਰ ਇਹਨਾਂ ਚੀਜ਼ਾਂ 'ਤੇ ਧਿਆਨ ਦੇਣ ਦੀ ਲੋੜ ਹੈ ਜੀ। ਤੇ ਦੂਜੇ ਪਾਸੇ ਇਲਜ਼ਾਮ ਮੌਜੂਦਾ ਸਰਕਾਰ ਤੇ ਲੱਗਦੇ ਨੇ ਜੀ, ਕ੍ਰਾਈਮ ਰੇਟ ਦੇ ਵਿੱਚ ਵਾਧਾ ਆਇਆ, ਖਾਸ ਕਰ ਓਨਟਾਰੀਓ ਦੇ ਵਿੱਚ। ਤਾਂ ਕਹਿੰਦੇ ਲੋਕ ਬਹੁਤ ਸਹਿਮ ਦੇ ਵਿੱਚ ਨੇ ਕਿ ਰਾਤ ਨੂੰ ਉਹਨਾਂ ਨੂੰ ਕੰਮ ਕਰਨਾ ਵੀ ਔਖਾ ਲੱਗਦਾ ਹੈ ਕਈ ਵਾਰ। ਇਹੋ ਜਿਹੀਆਂ ਥਾਵਾਂ ਇੱਥੇ ਹੈਗੀਆਂ ਨੇ। ਤੇ ਕਾਰ ਥੈਫਟ ਜਿਹੜਾ ਹੈ ਜੀ, ਉਹ ਬਹੁਤ ਵੱਡਾ ਕ੍ਰਾਈਮ ਹੈ ਇਸ ਵੇਲੇ, ਉਹਦਾ ਰੇਟ ਬਹੁਤ ਵਧਿਆ ਹੋਇਆ। ਦੂਜੇ ਪਾਸੇ ਹੈਲਥ ਸਿਸਟਮ ਸਾਡਾ ਉਹ ਬਹੁਤ ਡੈਪਲੋਰੇਬਲ ਕੰਡੀਸ਼ਨ ਦੇ ਵਿੱਚ ਹੈ। ਹੈਲਥ ਸਿਸਟਮ ਖੁਦ ਡੈਪਲੋਰੇਬਲ ਕੰਡੀਸ਼ਨ ਦੇ ਵਿੱਚ ਹੈ। ਸੋ ਇਦਾਂ ਦੇ ਇਲਜ਼ਾਮ ਸਰਕਾਰਾਂ ਤੇ ਲੱਗ ਰਹੇ ਨੇ ਜੀ। ਤੁਹਾਨੂੰ ਲੱਗਦਾ ਹੈ ਕਿ ਕੰਜ਼ਰਵੇਟਿਵ ਜਾਂ NDP ਵਾਲੇ ਪਹਿਲਾਂ ਇਹਨਾਂ ਦੇ ਲਈ ਕੋਈ ਠੋਸ ਨੀਤੀਆਂ ਪਬਲਿਕ ਦੇ ਵਿੱਚ ਲੈ ਕੇ ਆਉਣਗੇ, ਜਾਂ ਉਹ ਵੀ ਪੋਲੀਟੀਕਲ ਬਿਆਨਬਾਜ਼ੀ ਦੇ ਨਾਲ ਹੀ ਵੋਟਾਂ ਜਿੱਤਣ ਦੀ ਕੋਸ਼ਿਸ਼ ਕਰ ਸਕਦੇ ਨੇ? ਰਵਿੰਦਰ ਜੀ, ਜਦ ਤੱਕ ਕਾਨੂੰਨ ਦੇ ਵਿੱਚ ਤਰਮੀਮ ਨਹੀਂ ਕੀਤੀ ਜਾਂਦੀ, ਚੇਂਜਸ ਨਹੀਂ ਲਿਆਏ ਜਾਂਦੇ, ਸਿਚੁਏਸ਼ਨ ਠੀਕ ਹੋਣ ਦੇ ਕੋਈ ਚਾਂਸਸ ਨਹੀਂ ਹੈਗੇ। ਇੱਕ ਪੁਲਿਸ ਵਾਲੇ ਨੂੰ ਅਸੀਂ ਦੋਸ਼ ਨਹੀਂ ਦੇ ਸਕਦੇ, ਕਿਉਂਕਿ ਪੁਲਿਸ ਵਾਲਾ ਤਾਂ ਸਿਰਫ ਇੱਕ ਚੋਰ ਨੂੰ ਫੜ ਸਕਦਾ ਹੈ। ਉਸ ਤੋਂ ਬਾਅਦ ਉਹ ਕੋਈ ਅੱਗੇ ਕਾਰਵਾਈ ਨਹੀਂ ਕਰ ਸਕਦਾ, ਸਿਰਫ ਇੰਨੀ ਕਿ ਉਸ ਨੂੰ ਲਿਜਾਣਾ ਪਏਗਾ ਜੱਜ ਦੇ ਸਾਹਮਣੇ, ਉਸ ਵਿਅਕਤੀ ਨੂੰ, ਤੇ ਜੱਜ ਜੋ ਹੈ ਫੈਸਲਾ ਲਏਗਾ। 100 ਵਾਰ ਕ੍ਰਾਈਮ ਕਰਕੇ ਲੋਕ ਜਿਹੜੇ ਨੇ ਸੜਕਾਂ 'ਤੇ ਘੁੰਮ ਰਹੇ ਹੈਗੇ ਨੇ, ਕਿਉਂਕਿ ਸਾਡਾ ਕਾਨੂੰਨ ਇੰਨਾ ਲੀਨੀਅੰਟ ਹੈਗਾ। ਸੋ ਕਾਨੂੰਨ ਵਿੱਚ ਜਦ ਤੱਕ ਸਖਤੀ ਨਹੀਂ ਕੀਤੀ ਜਾਂਦੀ, ਤਦ ਤੱਕ ਮੇਰਾ ਇਹ ਸਮਝਣਾ ਹੈ ਕਿ ਕੋਈ ਚੇਂਜ ਸਾਨੂੰ ਵੇਖਣ ਨੂੰ ਨਹੀਂ ਮਿਲੇਗਾ। ਐਂਡ ਜਦੋਂ ਮੈਂ ਕਹਿੰਦਾ ਕਾਨੂੰਨ ਸਖਤੀ ਹੋਵੇ, ਤਾਂ ਆਮ ਬੰਦੇ ਨੂੰ ਡਰਨ ਦੀ ਨਹੀਂ ਲੋੜ, ਕਿਉਂਕਿ ਕਾਨੂੰਨ ਜਿਹੜੇ ਲੋਕ ਉਸ ਦਾ ਦੁਰਉਪਯੋਗ ਕਰਦੇ ਨੇ ਉਹਨਾਂ ਨੂੰ ਹੀ ਡਰ ਹੋਣਾ ਚਾਹੀਦਾ ਹੈ। ਸੋ ਜਦੋਂ ਮੈਂ ਕਹਿੰਦਾ ਜੀ ਕਿ ਕਾਨੂੰਨ ਸਖਤੀ ਹੋਵੇ, ਤਾਂ ਉਸ ਦਾ ਇਹ ਮਤਲਬ ਹੈ ਕਿ ਜਿਹੜਾ ਇੱਕ ਬੰਦਾ ਕਾਨੂੰਨ ਚੋਰੀ ਕਰਦਾ ਹੈਗਾ, ਕੋਈ ਗਲਤ ਕੰਮ ਕਰਦਾ, ਉਹ ਫੜਿਆ ਜਾਏ, ਉਸ ਨੂੰ ਕੋਈ ਸਜ਼ਾ ਤਾਂ ਮਿਲੇ। ਉਹ ਤਾਂ ਬੇਲ 'ਤੇ ਅਗਲੇ ਦਿਨ ਛੁੱਟ ਜਾਂਦਾ ਹੈਗਾ। ਤਾਂ ਡਰ ਕਾਹਦਾ ਰਿਹਾ? ਜਦ ਤੱਕ ਕੋਈ ਡੈਟਰੈਂਸ ਨਹੀਂ ਹੋਏਗਾ, ਤਦ ਤੱਕ ਜਿਹੜਾ ਵਿਅਕਤੀ ਮੁਜਰਮ ਹੈਗਾ ਉਸ ਨੂੰ ਕੋਈ ਡਰ ਨਹੀਂ ਪੈਂਦਾ, ਤਾਂ ਉਹ ਕੰਮ ਇਸ ਤਰ੍ਹਾਂ ਹੀ ਕਰਦਾ ਰਹੇਗਾ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜੀ ਜਦੋਂ ਅਸੀਂ ਡਰੱਗਸ ਦੀ ਵੀ ਗੱਲ ਕਰ ਲਈਏ, ਤਾਂ ਵਿਅਕਤੀ ਕੈਨੇਡਾ 'ਚ ਕਹਿੰਦਾ ਜੀ ਮੈਂ ਫੜਿਆ ਜਾਵਾਂ, ਅਮਰੀਕਾ 'ਚ ਨਾ ਫੜਿਆ ਜਾਵਾਂ, ਕਿਉਂਕਿ ਜੇ ਅਮਰੀਕਾ 'ਚ ਫੜਿਆ ਗਿਆ ਤਾਂ ਮੈਨੂੰ ਤਾਂ ਰਗੜਾ ਚੰਗਾ ਲੱਗ ਜਾਣਾ ਹੈ, ਪਰ ਜੇ ਕੈਨੇਡਾ 'ਚ ਫੜਿਆ ਜਾਏਗਾ ਤਾਂ ਬਹੁਤ ਜ਼ਿਆਦਾ ਚਾਂਸਸ ਨੇ ਕਿ ਉਹ ਛੁੱਟ ਸਕਦਾ ਹੈਗਾ। ਸੋ ਇਹੋ ਜਿਹੀ ਮੈਂਟੈਲਿਟੀ ਜਦ ਤੱਕ ਚੇਂਜ ਨਹੀਂ ਕੀਤੀ ਜਾਂਦੀ, ਕਾਨੂੰਨ ਦੇ ਵਿੱਚ ਚੇਂਜਸ ਨਹੀਂ ਲਿਆਏ ਜਾਂਦੇ, ਬਹੁਤਾ ਫਰਕ ਸਾਨੂੰ ਕੋਈ ਵੀ ਪਾਰਟੀ ਆ ਜਾਏ ਉਹ ਵੇਖਣ ਨੂੰ ਨਹੀਂ ਮਿਲੇਗਾ, ਭਾਵੇਂ ਉਹ ਕੰਜ਼ਰਵੇਟਿਵ ਨੇ, ਭਾਵੇਂ ਲਿਬਰਲਸ ਨੇ, ਤੇ ਭਾਵੇਂ NDP ਹੈ। ਵੈਲ NDP ਦੀ ਤਾਂ ਗੱਲ ਹੀ ਛੱਡਦੀ, ਕਿਉਂਕਿ ਉਹ ਤਾਂ ਹੁਣ ਹਰ ਚੀਜ਼ ਨੂੰ ਲੀਗਲਾਈਜ਼ ਕਰਨੇ। ਤੁਹਾਨੂੰ ਪਤਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਤੁਸੀਂ 2.5 ਗ੍ਰਾਮ ਜੋ ਹੈ ਕੋਕੇਨ ਵੀ ਕੈਰੀ ਕਰ ਸਕਦੇ ਹੋ, ਤਾਂ ਤੁਹਾਨੂੰ ਚਾਰਜ ਨਹੀਂ ਕੀਤਾ ਜਾਏਗਾ। ਸੋ ਉਹ ਤਾਂ ਕਹਿੰਦੇ ਨੇ ਜੀ ਡੀਕ੍ਰਿਮੀਨਲਾਈਜ਼ ਸਭ ਕੁਝ ਕਰ ਦਿੱਤਾ ਜਾਏ। ਲਿਬਰਲ ਪਾਰਟੀ ਵੀ ਕੁਝ ਹੱਦ ਤੱਕ ਸਪੋਰਟ ਕਰਦੀ ਹੈ ਇਹਨਾਂ ਮੁੱਦਿਆਂ ਨੂੰ, ਪਰ ਕੰਜ਼ਰਵੇਟਿਵ ਪਾਰਟੀ ਜੋ ਹੈਗੀ ਹੈ ਉਹਨਾਂ ਦਾ ਕਹਿਣਾ ਹੈਗਾ ਕਿ ਇਹ ਸਖਤ ਕਾਨੂੰਨ ਲਿਆਉਣ ਦੀ ਲੋੜ ਹੈਗੀ ਹੈ, ਤਾਂ ਕਿ ਇਹ ਸਿਚੁਏਸ਼ਨ ਨੂੰ ਅਸੀਂ ਡੀਲ ਕਰ ਸਕੀਏ। ਕ੍ਰਾਈਮ ਦੇ ਵਿੱਚ ਸੋਲਵ ਕਰਨ ਦੇ ਵਿੱਚ ਪ੍ਰੋਵਿੰਸ਼ੀਅਲ ਗਵਰਨਮੈਂਟਸ ਵੀ ਆ ਜਾਂਦੀਆਂ ਹੈਗੀਆਂ ਨੇ। ਤਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਜਦ ਤੱਕ ਫੈਡਰਲ ਕਾਨੂੰਨਾਂ ਦੇ ਵਿੱਚ ਚੇਂਜਸ ਨਹੀਂ ਆਉਂਦੇ, ਉਹ ਕੋਈ ਬਹੁਤਾ ਚੇਂਜ ਨਹੀਂ ਲਿਆ ਸਕਦੇ। ਦੂਸਰੇ ਪਾਸੇ ਜਦੋਂ ਅਸੀਂ ਇਨਫਲੇਸ਼ਨ ਦੀ ਗੱਲ ਕਰਨੇ, ਮਹਿੰਗਾਈ ਦੀ ਗੱਲ ਕਰਨੇ ਹਾਂ ਜੀ, ਤਾਂ ਇਸ ਸਮੇਂ ਭਾਵੇਂ ਫੈਡਰਲ ਸਰਕਾਰ ਦਾ ਇਹ ਕਹਿਣਾ ਹੈ ਕਿ ਜਿਹੜੇ ਆંકੜੇ ਉਹ ਦੇ ਰਹੇ ਨੇ ਕਿ ਸਾਡੀ ਇਨਫਲੇਸ਼ਨ 5.9% ਤੇ ਆ ਗਈ ਹੈ, ਪਰ ਸਾਨੂੰ ਇਹ ਪਹਿਲਾਂ 7.9% ਤੇ ਪਹੁੰਚ ਚੁੱਕੀ ਸੀ। ਉਸ ਤੋਂ ਬਾਅਦ ਇਹ ਦਸੰਬਰ ਦੇ ਵਿੱਚ 6.3% ਤੇ ਆਈ, ਪਰ ਜਨਵਰੀ 2023 ਦੇ ਵਿੱਚ ਇਹ 5.9% ਸਰਕਾਰ ਆંકੜੇ ਦੇ ਰਹੀ ਹੈ, ਸਟੈਟਿਸਟਿਕਸ ਕੈਨੇਡਾ ਕਹਿ ਰਹੀ ਹੈ। ਪਰ ਕੀ ਇਹ ਆંકੜੇ ਸਾਨੂੰ ਦਿਖਾ ਰਹੇ ਨੇ ਕਿ ਜਿਹੜਾ ਅਸੀਂ ਗਰੋਸਰੀ ਸਟੋਰ ਤੇ ਜਾਂਦੇ ਹਾਂ ਜਾਂ ਕਿਤੇ ਹੋਰ ਸ਼ਾਪਿੰਗ ਕਰਨ ਲਈ ਜਾਂਦੇ ਹਾਂ, ਤਾਂ ਕੀ ਕੀਮਤਾਂ ਵਿੱਚ ਸਾਨੂੰ ਕੋਈ ਘਾਟਾ ਨਜ਼ਰ ਆ ਰਿਹਾ ਹੈ? ਨਹੀਂ ਆ ਰਿਹਾ। ਮੈਂ ਕੁਝ ਆંકੜੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ, ਬੜੇ ਸਿੰਪਲ ਨੇ, ਜਿਹੜੇ ਅਸੀਂ ਰੋਜ਼ਮਰਾ ਜ਼ਿੰਦਗੀ ਵਿੱਚ ਚੀਜ਼ਾਂ ਖਾਂਦੇ ਪੀਂਦੇ ਹਾਂ। ਮਿਸਾਲ ਦੇ ਤੌਰ ਤੇ ਕੈਨੇਡੀਅਨਸ ਨੂੰ ਬੜਾ ਸ਼ੌਂਕ ਹੈ ਕੌਫੀ ਪੀਣ ਦਾ। ਅਸੀਂ ਕੌਫੀ ਦੇ ਬੜੇ ਸ਼ੌਕੀਨ ਹਾਂ, ਅਤੇ ਕੌਫੀ ਦਾ ਕੱਪ ਜਿਹੜਾ ਹੈਗਾ, ਜੇਕਰ ਅਸੀਂ ਪਿਛਲੇ ਸਾਲ ਜਨਵਰੀ ਨਾਲ ਕੰਪੇਅਰ ਕਰੀਏ 2022 ਨਾਲ, ਤਾਂ 14.2% ਉਹ ਮਹਿੰਗਾ ਹੋ ਚੁੱਕਿਆ ਹੈ। ਜੇਕਰ ਜਨਵਰੀ 2021 ਨਾਲ ਕੰਪੇਅਰ ਕਰੀਏ ਤਾਂ 19% ਵੱਧ ਸਾਨੂੰ ਹੁਣ ਪੈਸੇ ਖਰਚਣੇ ਪੈ ਰਹੇ ਨੇ ਇੱਕ ਕੱਪ ਕੌਫੀ ਦਾ ਲੈਣ 'ਤੇ। ਰੈਸਟੋਰੈਂਟਸ ਦੀ ਗੱਲ ਕਰ ਲਈਏ, ਆਮ ਤੌਰ 'ਤੇ ਅਸੀਂ ਚਾਹੁੰਦੇ ਹਾਂ ਕਿ ਜੀ ਬਾਹਰ ਜਾ ਕੇ ਖਾਣਾ ਖਾਈਏ, 8.2% ਵੱਧ ਮਹਿੰਗਾ ਹੋ ਗਿਆ, ਖਰਚਾ ਤੁਹਾਨੂੰ ਜ਼ਿਆਦਾ ਕਰਨਾ ਪੈਂਦਾ ਹੈ ਐਜ਼ ਕੰਪੇਅਰ ਟੂ ਲਾਸਟ ਈਅਰ, ਅਤੇ 12.5% 2021 ਨਾਲੋਂ ਜ਼ਿਆਦਾ। ਬਹੁਤ ਸਾਰੇ ਲੋਕ ਰੈੱਡ ਵਾਈਨ ਦੇ ਸ਼ੌਕੀਨ ਨੇ ਕੈਨੇਡਾ ਦੇ ਵਿੱਚ, ਉਹਨਾਂ ਨੂੰ ਤਕਰੀਬਨ 5.9% ਜੋ ਹੈ ਵੱਧ ਖਰਚਾ ਕਰਨਾ ਪੈ ਰਿਹਾ ਹੈ। ਅਤੇ ਆਫਕੋਰਸ ਖਾਣਾ ਖਾਣ ਤੋਂ ਬਾਅਦ ਸਾਨੂੰ ਆਈਸਕ੍ਰੀਮ ਦਾ ਬੜਾ ਸ਼ੌਂਕ ਹੈਗਾ, ਅਤੇ ਆਈਸਕ੍ਰੀਮ ਜੇਕਰ ਅਸੀਂ ਖਾਣੀ ਹੈ ਤਾਂ ਪਿਛਲੇ ਸਾਲ ਦੇ ਕੰਪੈਰੀਜ਼ਨ ਵਿੱਚ ਹੁਣ 6.2% ਵੱਧ ਸਾਨੂੰ ਖਰਚਣਾ ਪੈ ਰਿਹਾ। ਓਵਰਆਲ ਅਸੀਂ ਦੇਖੀਏ ਤਾਂ ਗਰੋਸਰੀ ਦੀ ਕੀਮਤਾਂ ਵਿੱਚ 11.4% ਵਾਧਾ ਹੋ ਚੁੱਕਿਆ ਹੈ। ਚਿਕਨ ਦੀ ਕੀਮਤ 14% ਜ਼ਿਆਦਾ ਹੈਗੀ ਐਜ਼ ਕੰਪੇਅਰ ਟੂ ਲਾਸਟ ਈਅਰ। ਮੀਟ ਦੀ ਕੀਮਤ ਦੇ ਵਿੱਚ 7.3% ਦਾ ਵਾਧਾ ਹੋਇਆ ਹੈ। ਬੇਕਰੀ ਪ੍ਰੋਡਕਟਸ, ਬਿਸਕਿਟਸ, ਕੇਕਸ ਵਗੈਰਾ ਦੇ ਵਿੱਚ 15.5% ਦਾ, ਜਿਹੜਾ ਅਸੀਂ ਡੇਅਰੀ ਕੰਜ਼ਿਊਮ ਕਰਦੇ ਹਾਂ 12.4% ਵੱਧ ਖਰਚਣਾ ਪੈ ਰਿਹਾ ਹੈ। ਅਤੇ ਫਰੈਸ਼ ਵੈਜੀਟੇਬਲਸ ਦੇ ਵਿੱਚ 14.7% ਦਾ ਵਾਧਾ ਪਿਛਲੇ ਸਾਲ ਨਾਲੋਂ ਹੋ ਚੁੱਕਿਆ ਹੈ।
ਆਂਡੇ ਜੇ ਅਸੀਂ ਖਾਣੇ ਆ ਤਾਂ 15.6% ਸਾਨੂੰ ਵੱਧ ਖਰਚਣਾ ਪੈ ਰਿਹਾ ਪਿਛਲੇ ਸਾਲ ਨਾਲੋਂ। ਬ੍ਰੈਡ 18% ਕੀਮਤੀ ਹੋ ਗਈ ਹੈ। ਕੌਰਨਫਲੇਕਸ ਸਾਡੇ 10.5% ਹੋ ਗਏ ਨੇ। ਤੇ ਸਭ ਤੋਂ ਜ਼ਿਆਦਾ ਚੀਜ਼ ਜਿਹੜੀ ਅਸੀਂ ਲੋਕ ਕੰਜ਼ਿਊਮ ਕਰਦੇ ਹਾਂ, ਆਟਾ ਤੇ ਮੈਦਾ, ਉਹ ਰਵਿੰਦਰ ਜੀ ਪਿਛਲੇ ਸਾਲ ਨਾਲੋਂ 23% ਜ਼ਿਆਦਾ ਅਸੀਂ ਪੈਸਾ ਖਰਚ ਰਹੇ ਹੈਗੇ ਹਾਂ ਆਟੇ ਤੇ ਮੈਦਾ ਤੇ ਜੇਕਰ ਅਸੀਂ 2021 ਨਾਲ ਇਸ ਨੂੰ ਕੰਪੇਅਰ ਕਰੀਏ ਤਾਂ 30% ਵੱਧ ਖਰਚ ਰਹੇ ਹਾਂ। ਸੋ ਓਵਰਆਲ ਜੋ ਸਿਚੁਏਸ਼ਨ ਹੈ ਜੀ ਕੋਈ ਬਹੁਤੀ ਵਧੀਆ ਨਹੀਂ ਹੈਗੀ। ਇਹ ਆંકੜੇ ਜਿਹੜੇ ਦੱਸ ਰਹੇ ਹੈਗੇ ਨੇ। ਤੇ ਮੌਰਗੇਜ ਦੇ ਇੰਟਰਸਟ ਰੇਟਸ ਪਿਛਲੇ 40 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਹਾਈਐਸਟ ਨੇ। 21.2% ਨਾਲ ਮੌਰਗੇਜ ਦੀਆਂ ਇੰਟਰਸਟ ਰੇਟਸ ਵਧੇ ਹੈਗੇ ਨੇ। ਜੋ ਦਸੰਬਰ ਦੇ ਨਾਲ ਅਸੀਂ ਦੇਖਦੇ ਹਾਂ 18% ਹਾਈਕ ਆਇਆ ਸੀ। ਸੋ ਇਸੇ ਤਰੀਕੇ ਨਾਲ ਬਿਜਲੀ ਦੀ ਕੀਮਤ, ਤੁਹਾਡੀ ਗੈਸ ਦੀ ਕੀਮਤ, ਰੈਂਟਸ ਤੇ ਅਸੀਂ ਦੇਖ ਲਓ ਕਿੱਧਰ ਨੂੰ ਜਾ ਰਹੇ ਹੈਗੇ ਨੇ। ਤੇ ਵੈਂਕੂਵਰ ਸ਼ਹਿਰ ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਮਹਿੰਗਾ ਸ਼ਹਿਰ ਬਣ ਚੁੱਕਿਆ ਜੇਕਰ ਅਸੀਂ ਰੈਂਟ ਦੀ ਗੱਲ ਕਰਨੇ ਹਾਂ। ਸੋ ਸਰਕਾਰ ਦੇ ਆંકੜੇ 5.9% ਮੈਚਅਪ ਨਹੀਂ ਕਰ ਰਹੇ। ਗਰੋਸਰੀ ਸਟੋਰ ਦੀ ਸ਼ੈਲਫ ਦੇ ਉੱਤੇ ਕੰਟੇਨਰ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਵਾਧਾ ਕੀਤਾ ਗਿਆ ਹੈਗਾ ਸੀ, $25,000 ਤੱਕ ਇਹ ਚਲੀ ਗਈ ਸੀ ਕੰਟੇਨਰ ਦੀ ਕੀਮਤ ਚਾਈਨਾ ਤੋਂ ਇੱਥੇ ਲਿਆਉਣ ਲਈ, ਹੁਣ $2500 ਤੇ ਆ ਗਈ ਹੈ। ਪਰ ਗਰੋਸਰੀ ਦੀਆਂ ਕੀਮਤਾਂ ਉਸੇ ਤਰੀਕੇ ਨਾਲ ਮਹਿੰਗੀਆਂ ਨੇ। ਸੋ ਸਰਕਾਰ ਦੇ ਇਹ ਆંકੜੇ ਜਦੋਂ ਅਸੀਂ ਇਸ ਨੂੰ ਐਕਚੁਅਲ ਲਾਈਫ ਦੇ ਵਿੱਚ ਦੇਖ ਰਹੇ ਹਾਂ ਉਹ ਕੋਰਿਲੇਟ ਨਹੀਂ ਕਰ ਰਹੇ, ਜਿਹਦੇ ਕਰਕੇ ਲੋਕਾਂ ਦੇ ਵਿੱਚ ਹਾਹਾਕਾਰ ਹੈ। ਤੇ ਲੋਕ ਬੇਨਤੀ ਕਰ ਰਹੇ ਨੇ ਕਿ ਜੀ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਮਿਲੀਅਨਸ ਆਫ ਡਾਲਰਸ ਦੇ ਪ੍ਰੋਫਿਟਸ ਨੇ, ਲੌਬਲਾ ਨੂੰ $12 ਮਿਲੀਅਨ ਦੇਣ ਦਾ ਕੀ ਲੋੜ ਸੀ ਫ੍ਰਿਜ ਖਰੀਦਣ ਲਈ ਉਹਨਾਂ ਨੇ ਜਦੋਂ ਲਏ, ਜਦੋਂ ਕਿ ਉਹਨਾਂ ਦੀ ਜਿਹੜੀ ਪ੍ਰੋਫਿਟ ਮਾਰਜਨ ਹੈ ਉਹ ਹਰ ਰੋਜ਼ ਵੱਧ ਰਿਹਾ ਹੈਗਾ। ਸੋ ਇਹ ਪੁਆਇੰਟਸ ਜਿਹੜੇ ਨੇ ਹੁਣ ਡਿਸਕਸ਼ਨ ਦਾ ਮੁੱਦਾ ਬਣੇ ਪਏ ਨੇ ਲੋਕਾਂ ਦੇ ਵਿੱਚ। ਤੇ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਇਸ ਸਮੇਂ ਚਿੰਤਾ ਦੇ ਵਿੱਚ ਹਨ ਤੇ ਪਰੇਸ਼ਾਨੀ ਵਿੱਚ ਹਨ ਕਿ ਇਨਫਲੇਸ਼ਨ ਕਦੋਂ ਐਕਚੁਅਲੀ ਟੇਮ ਕੀਤੀ ਜਾਏਗੀ। ਜੀ ਤੇ ਹਰਪ੍ਰੀਤ ਜੀ, ਇਸੇ ਕਰਕੇ ਮੈਨੂੰ ਲੱਗਦਾ ਹੈ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਉਹਨਾਂ ਨੇ ਕਿਹਾ ਆ ਜੀ, ਸੋ ਉਹਨਾਂ ਨੇ ਕਿਹਾ, ਕਹਿੰਦੇ ਜੀ ਪ੍ਰਾਈਮ ਮਿਨਿਸਟਰ ਤਾਂ ਮੈਕਿੰਸੇ ਵਰਗੀਆਂ ਰਿਚ ਕੰਪਨੀਜ਼ ਤੋਂ ਸਲਾਹਾਂ ਲੈ ਰਹੇ ਨੇ, ਐਡਵਾਈਸ ਲੈ ਰਹੇ ਨੇ, ਪਰ ਲੋਕਾਂ ਨੂੰ ਖਾਣ ਨੂੰ ਰੋਟੀ ਪ੍ਰੋਪਰਲੀ ਨਹੀਂ ਮਿਲ ਰਹੀ 2 ਟਾਈਮ ਦੀ। ਪਰ ਇਹਦੇ ਨਾਲ ਹੀ ਹੁਣ ਅਸੀਂ ਅਖੀਰਲੇ ਦੌਰ ਵੱਲ ਵਧਦੇ ਹਾਂ ਜੀ ਪ੍ਰੋਗਰਾਮ ਦੇ। ਹਰਪ੍ਰੀਤ ਜੀ, ਆਮ ਲੋਕਾਂ ਲਈ, ਕਿਉਂਕਿ ਪੰਜਾਬੀ ਪ੍ਰੋਗਰਾਮ ਹੈ, ਪੰਜਾਬੀ ਚੈਨਲ ਹੈ, ਤੇ ਆਮ ਲੋਕਾਂ ਲਈ, ਸਾਡੇ ਦੇਸੀ ਬੰਦਿਆਂ ਲਈ, ਜਿਹੜਾ ਆਪਾਂ ਅਖੀਰ 'ਚ ਦੇਸੀਆਂ ਲਈ ਸਵਾਲ ਕਰਦੇ ਹਾਂ, ਉਹ ਇਹ ਹੈ ਕਿ ਲੋਕਾਂ ਨੂੰ ਇਹ ਹਜੇ ਤੱਕ ਕਲੀਅਰ ਨਹੀਂ ਹੈ ਕਿ ਜੀ ਕਿਹੜੀ ਪਾਰਟੀ ਕਿੱਦਾਂ ਦੇ ਲੋਕਾਂ ਦਾ ਸਮਰਥਨ ਕਰਦੀ ਹੈ। ਇਹ ਇੱਕ ਧਾਰਨਾ ਆ ਕਿ NDP ਜਿਹੜੀ ਹੈ ਉਹ ਇੱਕ ਵਰਕਰ ਕਲਾਸ ਦੀ ਆਵਾਜ਼ ਚੱਕਦੀ ਹੈ ਤੇ ਕੰਜ਼ਰਵੇਟਿਵ ਜਿਹੜੇ ਨੇ ਉਹ ਰਿਚ ਬਿਜ਼ਨਸਮੈਨ ਦੀ ਆਵਾਜ਼ ਜ਼ਿਆਦਾ ਚੱਕਦੇ ਨੇ। ਟਰੂਡੋ ਉਹ ਮਿਡਲ ਕਲਾਸ ਦੀ ਆਵਾਜ਼ ਜ਼ਿਆਦਾ ਚੱਕਦੇ ਨੇ, ਕਿਉਂਕਿ ਟਰੂਡੋ ਨੇ ਪਿੱਛੇ ਬਿਆਨ ਵੀ ਦਿੱਤਾ ਹੈ ਕਿ ਅਸੀਂ ਮਿਡਲ ਕਲਾਸ ਫੈਮਿਲੀਜ਼ ਦਾ ਬਹੁਤ ਧਿਆਨ ਰੱਖਿਆ ਐਂਡ ਦੇ ਆਰ ਗੁੱਡ ਟੂ ਗੋ। ਸੋ ਇਹ ਧਾਰਨਾ ਮੰਨੀ ਜਾਂਦੀ ਹੈ ਜੀ ਕਿ ਜੇ ਕੰਜ਼ਰਵੇਟਿਵ ਪਾਰਟੀ ਆਂਦੀ ਹੈ ਤਾਂ ਇਮੀਗ੍ਰੇਸ਼ਨ ਬੜੀ ਮੁਸ਼ਕਲ ਹੋ ਜੂਗੀ ਜੀ। ਈਵਨ ਕਹਿੰਦੇ ਟੂਰਿਸਟ ਵੀਜ਼ੇ ਵੀ ਔਖੇ ਹੋ ਜਾਣਗੇ। ਸਾਡੇ ਪੰਜਾਬੀਆਂ ਨੂੰ ਤਾਂ ਦੇਖੋ ਇਸੇ ਚੀਜ਼ ਦਾ ਜ਼ਿਆਦਾ ਫਿਕਰ ਹੈ ਜੀ। ਜੀ ਬਿਲਕੁਲ, ਬਹੁਤ ਸੋਹਣਾ ਪੁਆਇੰਟ ਤੁਸੀਂ ਅਗੇਨ ਰੇਜ਼ ਕੀਤਾ ਜੀ। ਰਵਿੰਦਰ ਜੀ, ਧਾਰਨਾਵਾਂ ਨਾ ਹੁਣ ਚੇਂਜ ਹੋ ਰਹੀਆਂ ਨੇ। ਕੈਨੇਡਾ ਦੇ ਵਿੱਚ ਜਿਹੜੇ ਨਵੇਂ ਸਟੈਟਿਸਟਿਕਸ ਆ ਰਹੇ ਨੇ ਉਹਦੇ ਵਿੱਚ ਜਿਸ ਤਰ੍ਹਾਂ ਇਹ ਮੈਂ ਤੁਹਾਨੂੰ ਦੱਸਿਆ ਸੀ ਕਿ ਜੀ 6 ਤੋਂ 7 ਪੁਆਇੰਟ ਤੋਂ ਲੀਡ ਕਰ ਰਹੀ ਹੈ ਕੰਜ਼ਰਵੇਟਿਵ ਪਾਰਟੀ ਲਿਬਰਲਸ ਨਾਲੋਂ। ਉਹਦੇ ਵਿੱਚ ਨੌਜਵਾਨ ਬੜੀ ਵੱਡੇ ਪੱਧਰ ਤੇ ਹੁਣ ਕੰਜ਼ਰਵੇਟਿਵ ਪਾਰਟੀ ਨਾਲ ਜੁੜ ਰਹੇ ਨੇ, ਜਿਹੜੇ ਕਿ ਪਹਿਲਾਂ ਕਦੀ ਨਹੀਂ ਹੋਇਆ, ਕਿਉਂਕਿ ਉਹ ਵੀ ਦੇਖ ਰਹੇ ਨੇ ਕਿ ਇਸ ਮੁਲਕ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਵਾਸਤੇ ਇੱਕ ਐਸੀ ਸਰਕਾਰ ਦੀ ਲੋੜ ਹੈ ਜਿਹੜੀ ਕਿ ਓਵਰਆਲ ਪ੍ਰੋਗਰੈਸ ਦੀ ਗੱਲ ਕਰੇ। ਇੱਕ ਧਾਰਨਾ ਜਿਹੜੀ ਹੈਗੀ ਕਿ ਜੀ ਕੰਜ਼ਰਵੇਟਿਵ ਪਾਰਟੀ ਜੇ ਆਏਗੀ ਤਾਂ ਇਮੀਗ੍ਰੇਸ਼ਨ ਬੰਦ ਹੋ ਜਾਏਗੀ, ਇਹ ਬਿਲਕੁਲ ਸਰਾਸਰ ਗਲਤ ਧਾਰਨਾ ਹੈਗੀ ਹੈ। ਕਿਉਂਕਿ ਜੇਕਰ ਅਸੀਂ ਆંકੜੇ ਦੇਖੀਏ ਤਾਂ ਉਹਦੇ ਹਿਸਾਬ ਨਾਲ ਕੰਜ਼ਰਵੇਟਿਵਸ ਦੇ ਦੌਰਾਨ ਜ਼ਿਆਦਾ ਇੱਥੇ ਇਮੀਗ੍ਰੈਂਟਸ ਆਏ, ਲੇਕਿਨ ਡੈਫੀਨਿਟਲੀ ਰਿਫਾਰਮਸ ਜ਼ਰੂਰ ਆਉਣਗੇ। ਜਿਹੜੀ ਲੌਪਸਾਈਡਡ ਇਸ ਸਮੇਂ ਹੋਈ ਪਈ ਹੈ ਸਿਸਟਮ ਇਮੀਗ੍ਰੇਸ਼ਨ ਦਾ, ਉਹਨੂੰ ਠੀਕ ਕਰਨਾ ਚਾਹੁੰਦੇ ਨੇ। ਪੀਅਰ ਪੋਲੀਵਰ ਨੇ ਬਾਰ-ਬਾਰ ਕਿਹਾ ਹੈ, ਐਂਡ ਪੀਅਰ ਪੋਲੀਵਰ ਦੇ ਆਪ ਦੇ ਮਿਸਿਸ ਜਿਹੜੇ ਨੇ ਉਹ ਵੀ ਇੱਕ ਇਮੀਗ੍ਰੈਂਟ ਹੈਗੇ ਨੇ, ਉਹ ਵੀ ਸਾਊਥ ਅਮਰੀਕਾ ਨੂੰ ਡਿਪੈਂਡ ਕਰਦੇ ਨੇ। ਸੋ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਇਹ ਮੁਲਕ ਜੋ ਹੈ ਇਹ ਤਰੱਕੀ ਤਦ ਹੀ ਕਰ ਸਕਦਾ ਹੈ ਜੇਕਰ ਇੱਥੇ ਹੋਰ ਇਮੀਗ੍ਰੈਂਟਸ ਲਿਆਂਦੇ ਜਾਣ। ਲੇਕਿਨ ਜਿਸ ਤਰੀਕੇ ਨਾਲ ਲੌਪਸਾਈਡਡ ਤਰੀਕੇ ਨਾਲ ਇੱਥੇ ਲਿਆਂਦੇ ਜਾ ਰਹੇ ਨੇ, ਕੰਜ਼ਰਵੇਟਿਵ ਪਾਰਟੀ ਕਹਿ ਰਹੀ ਹੈ ਕਿ ਅਸੀਂ ਉਹ ਚੇਂਜਸ ਲਿਆਵਾਂਗੇ। ਐਕਸਕਿਊਜ਼ ਮੀ। ਸੋ ਇਮੀਗ੍ਰੇਸ਼ਨ ਬੰਦ ਨਹੀਂ ਹੋਏਗੀ, ਪਰ ਚੇਂਜਸ ਜ਼ਰੂਰ ਆਉਣਗੇ ਜਿਹਦੇ ਨਾਲ ਕਿ ਇੱਥੇ ਬੱਚੇ ਵੀ ਆਉਣ, ਇਮੀਗ੍ਰੈਂਟਸ ਵੀ ਆਉਣ, ਪਰਮਾਨੈਂਟ ਰੈਜ਼ੀਡੈਂਟਸ ਵੀ ਆਉਣ, ਟੈਂਪਰੇਰੀ ਵਰਕਰਸ ਵੀ ਆਉਣ, ਪਰ ਉਹ ਇਸ ਦੇਸ਼ ਵਿੱਚ ਆ ਕੇ ਆਪ ਵੀ ਖੁਸ਼ਹਾਲ ਹੋ ਸਕਣ ਤੇ ਨਾਲ ਤਰੱਕੀ ਉਹਨਾਂ ਦੀ ਵੀ ਹੋਵੇ ਤੇ ਦੇਸ਼ ਦੀ ਵੀ ਤਰੱਕੀ ਹੋਏ। ਜੋ ਇਸ ਸਮੇਂ ਹਾਲਾਤ ਬਣੇ ਪਏ ਨੇ ਉਹਦੇ ਵਿੱਚ ਲੋਕਾਂ ਨੂੰ ਤੇ ਬੁਲਾਇਆ ਜਾ ਰਿਹਾ, ਪਰ ਇਨਫਰਾਸਟ੍ਰਕਚਰ ਨਹੀਂ ਕ੍ਰੀਏਟ ਕੀਤਾ ਜਾ ਰਿਹਾ। ਤੁਸੀਂ ਜ਼ਿਕਰ ਕੀਤਾ ਸੀ ਸਾਡੇ ਹਸਪਤਾਲਾਂ ਦਾ ਜੋ ਹਾਲ ਹੈਗਾ, 10-10 12-12 ਘੰਟੇ ਸਾਨੂੰ ਵੇਟ ਕਰਨਾ ਪੈ ਰਿਹਾ ਹੈ। ਭਈ ਲੋਕਾਂ ਨੂੰ ਜੇ ਅਸੀਂ ਲਿਆ ਰਹੇ ਤਾਂ ਇਨਫਰਾਸਟ੍ਰਕਚਰ ਵੀ ਤਾਂ ਕ੍ਰੀਏਟ ਕਰੀਏ। ਕਿਹੜੇ ਆ ਜੌਬਸ ਅਵੇਲੇਬਲ ਹੈਗੇ ਨੇ?
ਜੌਬਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਵੱਡੇ ਵੱਡੇ ਡਿਪਾਰਟਮੈਂਟਲ ਸਟੋਰਸ, ਨੋਸਟਰਡਮ ਜੋ ਹੈ ਉਹ ਆਪਣੇ ਸਟੋਰਸ ਇੱਥੇ ਬੰਦ ਕਰ ਰਿਹਾ। 2500 ਜੌਬਸ ਜਿਹੜੇ ਨੇ ਜੌਬਲੈਸ ਹੋ ਰਹੇ ਨੇ ਲੋਕ। ਬੈਡ ਬਾਥ ਐਂਡ ਬਿਯੋਂਡ ਵੱਡੀ ਕੰਪਨੀ 54 ਸਟੋਰ ਬੰਦ ਕਰ ਰਿਹਾ ਹੈ। ਗੂਗਲ ਦੀ ਪੇਰੈਂਟ ਕੰਪਨੀ ਐਲਫਾਬੈਟ ਨੇ ਪਿਛਲੇ ਮਹੀਨੇ ਅਨਾਉਂਸ ਕੀਤਾ ਸੀ ਕਿ ਉਹ ਲੇ ਆਫ ਕਰ ਰਿਹਾ EMPLOYEES ਕੈਨੇਡਾ ਵਿੱਚੋਂ। ਐਮਾਜ਼ੋਨ ਵੀ ਕਰ ਰਿਹਾ ਹੈ। ਸੋ ਵੱਡੀਆਂ ਕੰਪਨੀਆਂ ਤਾਂ ਕੈਨੇਡਾ ਨੂੰ ਛੱਡ ਕੇ ਜਾ ਰਹੀਆਂ ਨੇ ਤੇ ਜੌਬਸ ਕਿੱਥੋਂ ਮਿਲਣਗੇ? ਸੋ ਆਪਣੇ ਭਾਈਚਾਰੇ ਨੂੰ ਸਿਰਫ ਇੱਕੋ ਹੀ ਮੈਂ ਬੇਨਤੀ ਕਰਦਾ ਹੈਗਾ ਕਿ ਜ਼ਰੂਰ ਅਸੀਂ ਸੋਚ ਸਮਝ ਕੇ ਹੁਣ ਆਪਣਾ ਦਿਮਾਗ ਵਰਤ ਕੇ ਅਸੀਂ ਵੋਟਾਂ ਪਾਈਏ, ਜਿਸ ਨੂੰ ਵੀ ਵੋਟ ਪਾਣੀ ਹੈ। ਪਾਰਟੀ ਦਾ ਕੋਈ ਵੀ ਉਮੀਦਵਾਰ ਹੈ, ਜਿਸ ਮਰਜ਼ੀ ਪਾਰਟੀ ਨੂੰ ਡਿਪੈਂਡ ਕਰਦਾ, ਜਦੋਂ ਵੀ ਤੁਹਾਡੇ ਕੋਲ ਆਏ ਤਾਂ ਤੁਸੀਂ ਉਹਨਾਂ ਦਾ ਪਿਛਲਾ ਲੇਖਾ ਜੋਖਾ ਜ਼ਰੂਰ ਦੇਖੋ। ਹੁਣ ਉਹ ਗੱਲਾਂ 'ਚੋਂ ਬਾਹਰ ਨਿਕਲੀਏ ਕਿ ਜੀ ਇਹ ਮੇਰੇ ਪਿੰਡ ਦਾ ਤੇ ਮੇਰੇ ਪਿੰਡ ਵਾਲੇ ਨੇ ਮੈਨੂੰ ਕਿਹਾ ਹੈਗਾ, ਉਹ ਸਮਾਂ ਖਤਮ ਹੋ ਰਿਹਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕੈਨੇਡਾ ਪ੍ਰੋਗਰੈਸ ਕਰੇ, ਸਾਡੇ ਇੱਥੇ ਬੱਚੇ ਜਿਹੜੇ ਹੈਗੇ ਨੇ ਉਹ ਉੱਨਤੀ ਕਰਨ, ਜਿਹੜੇ ਲੋਕ ਆ ਰਹੇ ਨੇ ਉਹ ਸੈਟਲ ਹੋ ਸਕਣ, ਤਾਂ ਉਸ ਵਾਸਤੇ ਸਾਨੂੰ ਧਾਰਨਾਵਾਂ 'ਚੋਂ ਬਾਹਰ ਨਿਕਲਣਾ ਪਏਗਾ ਤੇ ਸਾਨੂੰ ਕੈਨੇਡਾ ਦੇ ਪ੍ਰੋਗਰੈਸ ਵਾਸਤੇ ਇਹ ਸੋਚ ਜਿਹੜੀ ਅਪਣਾਉਣੀ ਪਏਗੀ ਕਿ ਕਿਹੜੀ ਪਾਰਟੀ, ਕਿਹੜਾ ਵਿਅਕਤੀ ਸਾਡੇ ਦੇਸ਼ ਨੂੰ ਹੋਰ ਬਿਹਤਰ ਕਰ ਸਕਦਾ ਹੈ। ਨਹੀਂ ਤਾਂ ਫਿਰ ਉਹ ਪੰਜਾਬ ਵਾਲੀ ਜੇਕਰ ਅਸੀਂ ਇੱਥੇ ਪੋਲਿਟਿਕਸ ਲੈ ਕੇ ਆਣੀ, ਜਿਹੜੀ ਕਿ ਆ ਚੁੱਕੀ ਹੈ ਜ਼ਿਆਦਾਤਰ ਆਪਣੇ ਭਾਈਚਾਰੇ ਵਿੱਚ, ਜੇ ਉਹ ਬੰਦ ਨਹੀਂ ਹੁੰਦੀ ਤਾਂ ਨੁਕਸਾਨ ਹੀ ਨੁਕਸਾਨ ਹੋਏਗਾ, ਸਾਨੂੰ ਕੋਈ ਬੈਨੀਫਿਟ ਵੇਖਣ ਨੂੰ ਨਹੀਂ ਮਿਲੇਗਾ। ਮੈਨੂੰ ਲੱਗਦਾ ਹਰਪ੍ਰੀਤ ਜੀ, ਸਭ ਤੋਂ ਪਹਿਲੀ ਗੱਲ ਜਿਹੜੀ ਸਾਡੇ ਪੰਜਾਬੀਆਂ ਨੂੰ ਜਾਂ ਭਾਰਤੀਆਂ ਨੂੰ ਚਾਹੀਦੀ ਹੈ ਕਿ ਅਸੀਂ ਵੋਟ ਦਾ ਇਸਤੇਮਾਲ ਜ਼ਰੂਰ ਕਰੀਏ। ਸਾਡੇ ਲੋਕ ਤਾਂ ਵੋਟ ਦਾ ਇਸਤੇਮਾਲ ਵੀ ਨਹੀਂ ਹਜੇ ਕਰਦੇ, ਕਿਉਂਕਿ ਉਹਨਾਂ ਨੂੰ ਇਹੀ ਨਹੀਂ ਸਮਝ ਆਉਂਦਾ ਕਿ ਕਿਹੜੀ ਪਾਰਟੀ ਚੰਗੀ ਹੈ ਜਾਂ ਕਿਹੜਾ ਲੀਡਰ ਚੰਗਾ, ਕਿਉਂਕਿ ਉਹ ਇੱਥੇ ਦੀ ਮੇਨਸਟ੍ਰੀਮ ਪੋਲਿਟਿਕਸ 'ਚ ਨਹੀਂ ਵੜਦੇ ਔਰ ਫੋਨਾਂ ਦੇ ਉੱਤੇ ਆਪਣੇ ਪਿੰਡ ਦੇ ਵਿੱਚ ਜ਼ਰੂਰ ਆਪਣੇ ਦੋਸਤਾਂ ਯਾਰਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ ਰਵਿੰਦਰ ਜੀ ਜ਼ਰੂਰ ਗਾਈਡ ਕਰਦੇ ਨੇ, ਭਾਈ ਫਲਾਣੇ ਨੂੰ ਵੋਟ ਪਾਏ। ਇੱਕ ਹੋਰ ਰਵਿੰਦਰ ਜੀ, ਅਸੀਂ ਜ਼ਰੂਰ ਪਾਰਟਿਸਿਪੇਟ ਕਰਦੇ ਹੈਗੇ ਹਾਂ, ਪਰ ਅਸੀਂ ਸਿਰਫ ਸਿਆਸਤਦਾਨਾਂ ਨਾਲ ਫੋਟੋਆਂ ਹੀ ਖਿਚਵਾਉਣ ਤੱਕ ਸੀਮਿਤ ਰਹਿ ਜਾਂਦੇ ਹੈਗੇ ਹਾਂ। ਸੋ ਉਹ ਇੱਕ ਪਰਸੈਪਸ਼ਨ ਚੇਂਜ ਸਾਨੂੰ ਕਰਨੀ ਪਏਗੀ ਕਿ ਭਾਰਤ ਤੋਂ ਜਿੱਥੋਂ ਅਸੀਂ ਆਏ, ਇੱਥੇ ਸਿਆਸਤਦਾਨ ਜਿਹੜੇ ਹੈਗੇ ਨੇ, ਸਾਨੂੰ ਕੋਈ ਲੋੜ ਨਹੀਂ ਉਹਨਾਂ ਦੇ ਪਿੱਛੇ ਭੱਜਣ ਦੀ। ਉਹ ਸਾਡੇ ਪਬਲਿਕ ਸਰਵੈਂਟ ਹੈਗੇ ਨੇ ਤੇ ਉਹ ਇੱਥੇ ਸਹੀ ਕੰਮ ਕਰਨ ਲਈ ਅਸੀਂ ਉਹਨਾਂ ਨੂੰ ਅਕਾਊਂਟੇਬਲ ਬਣਾਈਏ। ਅਸੀਂ ਅਕਾਊਂਟੇਬਲ ਨਹੀਂ ਬਣਾਉਂਦੇ, ਕਿਉਂਕਿ ਉਹੀ ਸੋਚ ਭਾਰਤ ਵਾਲੀ ਅਸੀਂ ਇੱਥੇ ਲੈ ਕੇ ਆਉਂਦੇ ਹਾਂ ਤੇ ਅਸੀਂ ਬੜੇ ਖੁਸ਼ ਹੋ ਜਾਂਦੇ ਜੀ ਸਾਡੇ ਅਖੰਡ ਪਾਠ 'ਤੇ ਆ ਗਿਆ, ਸਾਡੇ ਬਰਥਡੇ ਦੇ ਫੰਕਸ਼ਨ 'ਤੇ ਆ ਗਿਆ। ਪਰ ਜੇਕਰ ਅਸੀਂ ਤਰੱਕੀ ਕਰਨੀ ਹੈ, ਸਾਨੂੰ ਆਪਣੀ ਮਾਨਸਿਕਤਾ ਵਿੱਚ ਤਬਦੀਲੀ ਲਿਆਉਣੀ ਪਏਗੀ ਕਿ ਅਸੀਂ ਪੋਲੀਟੀਸ਼ੀਅਨਸ ਨੂੰ ਅਕਾਊਂਟੇਬਲ ਬਣਾਈਏ ਕਿ ਜੀ ਇਹ ਮੇਰੇ ਰਾਈਡਿੰਗ ਵਿੱਚ ਠੀਕ ਨਹੀਂ ਹੋ ਰਿਹਾ, ਇਹ ਇਨਫਲੇਸ਼ਨ ਹੈ, ਇਹਨੂੰ ਕੀ ਰੋਕਣ ਲਈ ਕਰ ਰਹੇ ਹੋ ਤੁਸੀਂ ਬੱਚਿਆਂ ਦੀ ਪੜ੍ਹਾਈ ਵਾਸਤੇ ਅੱਗੇ ਕੀ ਕਰ ਰਹੇ ਹੋ? ਅਸੀਂ ਤਾਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਾਂ ਪੜ੍ਹਨ ਵਾਸਤੇ। ਸੋ ਇੱਕ ਰਿਵਰਸ ਬ੍ਰੇਨ ਡਰੇਨ ਹੋ ਰਿਹਾ ਕਿ ਅਸੀਂ ਬੱਚਿਆਂ ਨੂੰ ਯੂਨੀਵਰਸਿਟੀਜ਼ ਇੱਥੇ ਪੜ੍ਹਾਉਂਦੇ ਹਾਂ, ਲਾਅ ਵਾਸਤੇ, ਡਾਕਟਰੀ ਵਾਸਤੇ, ਇੰਜੀਨੀਅਰਿੰਗ ਵਾਸਤੇ ਅਸੀਂ ਆਸਟ੍ਰੇਲੀਆ, UK, ਕੈਰੇਬੀਅਨ ਵਿੱਚ ਭੇਜ ਰਹੇ ਹਾਂ। ਸੋ ਇੱਕ ਰਿਵਰਸ ਬ੍ਰੇਨ ਡਰੇਨ ਹੋ ਰਿਹਾ ਤੇ ਜ਼ਿਆਦਾਤਰ ਉਹ ਬੱਚੇ ਵਾਪਸ ਨਹੀਂ ਆਉਂਦੇ, ਅਮਰੀਕਾ ਵਿੱਚ ਹੀ ਜਾਂ ਜਿੱਥੇ ਵੀ ਜਾਂਦੇ ਨੇ ਉੱਥੇ ਸੈਟਲ ਹੋ ਜਾਂਦੇ ਨੇ। ਸੋ ਸਾਨੂੰ ਉਹ ਚੇਂਜ ਲਿਆਉਣੀ ਪਏਗੀ ਮਾਨਸਿਕਤਾ ਦੇ ਵਿੱਚ, ਇਹ ਧਾਰਨਾਵਾਂ 'ਚੋਂ ਬਾਹਰ ਨਿਕਲ ਕੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਅਸੀਂ ਸਿਆਸਤਦਾਨ ਚੁਣ ਕੇ ਭੇਜਦੇ ਹਾਂ ਕਿ ਉਹ ਸਾਨੂੰ ਅਕਾਊਂਟੇਬਲ ਹੋਣ ਤੇ ਸਾਡੇ ਵਾਸਤੇ ਉਹ ਕੰਮ ਕਰਨ ਤਾਂ ਕਿ ਸਾਡਾ ਦੇਸ਼ ਬਿਹਤਰ ਹੋ ਸਕੇ। ਜੀ ਬਿਲਕੁਲ, ਮੈਨੂੰ ਇਹ ਲੱਗਦਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਇਹੀ ਜਾਗਰੂਕ ਕਰਦੇ ਸੀ ਕਿ ਜਦੋਂ ਇਲੈਕਸ਼ਨ ਆਵੇ, ਕੋਈ ਲੀਡਰ ਤੁਹਾਡੇ ਕੋਲੇ ਵੋਟ ਮੰਗਣ ਆਉਂਦਾ ਤਾਂ ਉਹਨੂੰ ਪਹਿਲਾਂ ਸਵਾਲ ਜ਼ਰੂਰ ਆਪਣੀ ਲਿਸਟ ਬਣਾ ਕੇ ਰੱਖੋ ਕਿ ਭਾਈ ਆਹ ਕੁਛ ਤੂੰ ਕੀਤਾ ਸੀ ਜਾਂ ਨਹੀਂ ਕੀਤਾ ਸੀ, ਇਹਦਾ ਜਵਾਬ ਦੇ, ਫਿਰ ਅਸੀਂ ਵੋਟ ਪਾਵਾਂਗੇ। ਤੇ ਦੂਜੀ ਗੱਲ, ਵੋਟ ਦਾ ਇਸਤੇਮਾਲ ਕੈਨੇਡਾ ਦੇ ਵਿੱਚ ਜ਼ਰੂਰ ਕਰੋ ਦੋਸਤੋ, ਜ਼ਰੂਰ ਕਰਿਓ, ਕਿਉਂਕਿ ਤੁਹਾਡੀ ਵੋਟ ਇਸ ਕੰਟਰੀ ਨੂੰ ਵੀ ਅੱਗੇ ਲੈ ਕੇ ਜਾਏਗੀ, ਤੁਹਾਡੇ ਭਾਈਚਾਰੇ ਨੂੰ ਵੀ ਅੱਗੇ ਲੈ ਕੇ ਜਾਏਗੀ ਤੇ ਤੁਹਾਡੇ ਸਿਟੀ ਨੂੰ ਵੀ ਅੱਗੇ ਲੈ ਕੇ ਜਾਏਗੀ। ਤੇ ਇਹਦੇ ਨਾਲ ਹੀ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਪਰ ਇੱਕ ਛੋਟੀ ਜਿਹੀ ਗੱਲ ਹਰਪ੍ਰੀਤ ਜੀ, ਜਾਂਦੇ ਜਾਂਦੇ ਅੱਧੇ ਕੁ ਮਿੰਟ 'ਚ ਜੇ ਅਸੀਂ ਕਰ ਜਾਈਏ, ਇਹਨਾਂ ਨੇ ਮਿਸਟਰ ਪੋਲੀਵਰ ਨੇ ਕਿਹਾ ਸੀਗਾ ਕਿ ਅਸੀਂ YouTube ਤੋਂ ਵੀਡੀਓ ਦੇਖਿਆ ਜੀ ਬਿਟਕੋਇਨ ਦਾ, ਉਹਦਾ ਬੜਾ ਮਜ਼ਾਕ ਬਣਿਆ ਹੈ ਜੀ ਉਸ ਚੀਜ਼ ਦਾ ਕਿ ਉਹ YouTube ਤੋਂ ਕਹਿੰਦੇ ਜੀ ਹੁਣ ਦੇਸ਼ ਚਲਾਉਣਗੇ, ਇਹ ਜਸਟਿਨ ਟਰੂਡੋ ਕਹਿੰਦੇ ਨੇ। ਜੀ ਬਿਲਕੁਲ ਜੀ, ਇਹ ਬੜਾ ਹਾਸੋਹੀਣੀ ਜਿਹੜੀ ਇੱਕ ਸਟੇਟਮੈਂਟ ਆਈ ਹੈਗੀ ਸੀ, ਇਸ ਉੱਤੇ ਕਾਫੀ ਇਹਨਾਂ ਦਾ ਵਿਰੋਧ ਹੋ ਰਿਹਾ ਹੈਗਾ ਐਂਡ ਪੀਅਰ ਪੋਲੀਵਰ ਨੂੰ ਵੀ ਥੋੜ੍ਹਾ ਜਿਹਾ ਸਮਝਦਾਰੀ ਨਾਲ ਕੰਮ ਕਰਨਾ ਚਾਹੀਦਾ। ਜੇਕਰ ਉਹ ਅਗਲੇ ਪ੍ਰਧਾਨ ਮੰਤਰੀ ਕੈਨੇਡਾ ਦੇ ਬਣਨਾ ਚਾਹੁੰਦੇ ਨੇ ਤਾਂ ਉਹ ਚੀਜ਼ਾਂ ਨੂੰ ਅੱਗੇ ਲੈ ਕੇ ਆਉਣ ਜਿਹੜੀਆਂ ਕਿ ਹਾਸੋਹੀਣੀ ਨਾ ਹੋਣ, ਕੋਈ ਕੰਕਰੀਟ ਉਹਦਾ ਬੇਸ ਹੋਵੇ, ਕਿਉਂਕਿ ਇਸ ਸਮੇਂ ਕ੍ਰਿਪਟੋ ਜਿਹੜੀ ਕਰੰਸੀ ਦੀ ਅਸੀਂ ਗੱਲ ਕਰਦੇ ਹਾਂ ਦੁਨੀਆ ਭਰ ਦੇ ਵਿੱਚ ਉਹ ਬਹੁਤ ਥੱਲੇ ਨੂੰ ਜਾ ਰਹੀ ਹੈਗੀ ਐਂਡ ਸਟੇਬਲ ਨਹੀਂ ਹੈਗੀ। ਕੋਈ ਵੀ ਦੇਸ਼ ਦੀ ਜੇਕਰ ਅਸੀਂ ਉੱਨਤੀ ਕਰਨੀ ਹੈ ਤਾਂ ਉਸ ਵਾਸਤੇ ਸਟੇਬਲ ਕਰੰਸੀ ਹੋਣੀ ਬਹੁਤ ਜ਼ਰੂਰੀ ਹੈ। ਗੋਲਡ ਕਰੰਸੀ ਹੁੰਦੀ ਹੈ ਜਾਂ ਤੁਹਾਡੇ ਪ੍ਰਿੰਟ ਮੀਡੀਅਮ ਹੁੰਦੇ ਨੇ, ਜਿਹੜੇ ਤੁਹਾਡੇ ਨੋਟ ਹੁੰਦੇ ਨੇ, ਉਹਨਾਂ ਦੇ ਨਾਲ ਵਪਾਰ ਹੁੰਦਾ ਹੈ। ਪਰ ਜਦ ਤੱਕ ਇਹ ਕ੍ਰਿਪਟੋ ਕਰੰਸੀਜ਼ ਜਿਹੜੀਆਂ ਨੇ ਹੋਰ ਸਟਰੋਂਗ ਨਹੀਂ ਹੁੰਦੀਆਂ, ਜਿਨ੍ਹਾਂ ਦਾ ਕੋਈ ਸਟਰੋਂਗ ਬੇਸ ਨਹੀਂ ਬਣਦਾ, ਮੇਰਾ ਇਹ ਸਮਝਣਾ ਹੈ ਕਿ ਇਹ ਮੁਲਕ ਨੂੰ ਬਿਹਤਰ ਸੁਧਾਰ ਨਹੀਂ ਸਕਦੇ। ਇਸ ਨਾਲ ਡਾਵਾਂਡੋਲ ਜਿਹੜੀ ਸਿਚੁਏਸ਼ਨ ਹੋਰ ਬਣ ਸਕਦੀ ਹੈ। ਜੀ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ। ਹਰਪ੍ਰੀਤ ਜੀ ਉਹ ਸ਼ਖਸ ਨੇ ਜੀ ਜਿਨ੍ਹਾਂ ਨੇ ਇੱਕ ਇੱਕ ਚੀਜ਼ ਦੇ ਉੱਤੋਂ ਪਰਦਾ ਚੱਕ ਕੇ ਬਿਲਕੁਲ ਕਲੀਅਰ ਗੱਲਾਂ ਤੁਹਾਡੇ ਸਾਹਮਣੇ ਰੱਖਤੀਆਂ, ਕਿਉਂਕਿ ਇਹ ਬਹੁਤ ਡੂੰਘੀ ਰਿਸਰਚ ਕਰਦੇ ਨੇ ਜੀ, ਕਈ ਅਖਬਾਰਾਂ ਪੜ੍ਹਦੇ ਨੇ, ਨਿਊਜ਼ ਚੈਨਲਸ ਦੇਖਦੇ ਨੇ, ਰੇਡੀਓ ਦੇ ਉੱਤੇ ਟਾਕ ਕਰਦੇ ਨੇ। ਸੋ ਇਹਨਾਂ ਦੀ ਗੱਲਬਾਤ ਬਹੁਤ
ਗੰਭੀਰ ਹੈ ਔਰ ਬਹੁਤ ਸੰਜੀਦਗੀ ਨਾਲ ਇਹਨੂੰ ਸੋਚਣ ਤੇ ਵਿਚਾਰਨ ਦੀ ਲੋੜ ਹੈ। ਇਹੋ ਜਿਹੇ ਪੱਤਰਕਾਰ ਭਰਾ ਜਦੋਂ ਸਮਾਜ ਨੂੰ ਸੇਧ ਦੇਈ ਜਾਣ ਤਾਂ ਸਾਡੇ ਸਾਰਿਆਂ ਲਈ ਮੈਨੂੰ ਲੱਗਦਾ ਹੈ ਕਿ ਫਿਊਚਰ ਕੈਨੇਡਾ ਦੇ ਵਿੱਚ ਅੱਗੇ ਆ। ਦੋਸਤੋ, ਜੇ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੈ, ਜੇ ਪੰਜਾਬ ਦੇ ਵਿੱਚ ਵੀ ਕੋਈ ਇਸ ਪ੍ਰੋਗਰਾਮ ਨੂੰ ਦੇਖ ਰਿਹਾ ਔਰ ਉਹਨਾਂ ਦਾ ਕੋਈ ਰਿਸ਼ਤੇਦਾਰ, ਭਰਾ, ਭੈਣ, ਬੇਟਾ, ਬੇਟੀ ਕੈਨੇਡਾ ਦੇ ਵਿੱਚ ਰਹਿੰਦੇ ਨੇ, ਤਾਂ ਉਹਨਾਂ ਨੂੰ ਇਹ ਪ੍ਰੋਗਰਾਮ ਜ਼ਰੂਰ ਸ਼ੇਅਰ ਕਰਿਓ, ਕਿਉਂਕਿ ਜਿਹੜੀਆਂ ਗੱਲਾਂ ਹਰਪ੍ਰੀਤ ਹੋਣਾ ਨੇ ਦੱਸੀਆਂ ਨੇ ਉਹ ਅਦਰਵਾਈਜ਼ ਬੜੀਆਂ ਮੁਸ਼ਕਲ ਨੇ ਜੀ ਇੱਥੇ ਮੇਨ ਸਟ੍ਰੀਮ ਮੀਡੀਆ 'ਚੋਂ ਪੜ੍ਹ ਕੇ ਦੱਸਣਾ ਲੋਕਾਂ ਨੂੰ। ਅਸੀਂ ਬੜੀ ਸਾਦੀ ਭਾਸ਼ਾ ਦੇ ਵਿੱਚ ਲੋਕਾਂ ਦੇ ਕੁਐਸਚਨ, ਆਪਣੇ ਦੋਸਤਾਂ ਦੇ ਕੁਐਸਚਨ, ਆਪਣੇ ਭਰਾਵਾਂ ਦੇ, ਭੈਣਾਂ ਦੇ ਕੁਐਸਚਨ ਹਰਪ੍ਰੀਤ ਹੋਣਾ ਤੋਂ ਪੁੱਛੇ ਨੇ ਤੇ ਉਹਨਾਂ ਨੇ ਬੜੇ ਤਰੀਕੇ ਨਾਲ ਇਹਨਾਂ ਦੇ ਜਵਾਬ ਦਿੱਤੇ ਨੇ। ਸੋ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ, ਅਸੀਂ ਆਪਣੇ ਦਰਸ਼ਕਾਂ ਵੱਲੋਂ ਵੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। सत श्री अकाल जी, मैं हाँ कुलराज रंधावा ते तुसी देख रहे हो D5 चैनल पंजाबी, जिहड़ा लॉन्च हो चुका है हुण कैनेडा विच। D5 चैनल पंजाबी हुणे सब्सक्राइब करो, बेल आइकन ते क्लिक करो।